ਸਤੰਬਰ ਮਹੀਨੇ ਦੀ ਅੱਜ 29 ਤਾਰੀਖ दिन है मंगलवार। रेडियो प्रोग्राम प्रवासी मैं तुहाडा होस्ट रजिंदर सैनी तुहाडी सेवा 'ਚ हाज़र हाँ। आप सब ਦਾ बहुत बहुत स्वागत है। शुक्रिया कि ਤੁਸੀਂ 10 ਵਜੇ ਹੀ ਸਾਡੇ ਇਸ ਪ੍ਰੋਗਰਾਮ ਨੂੰ ਟਿਊਨ ਇਨ ਕਰ ਲੈਂਦੇ ਹੋ, ਸਾਡੇ ਨਾਲ ਜੁੜ ਜਾਂਦੇ ਹੋ ਤੇ ਫਿਰ ਇਹ ਸਾਡਾ ਤੁਹਾਡਾ ਸਾਥ ਲਗਾਤਾਰ 2 ਘੰਟੇ ਦਾ ਹੁੰਦਾ ਹੈ, ਮੰਡੇ ਟੂ ਫਰਾਈਡੇ। ਲੇਕਿਨ ਮੈਨੂੰ ਇਹ ਗੱਲ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਹੁਣ ਐਤਵਾਰ ਨੂੰ ਵੀ 11 ਤੋਂ 12 ਤੁਹਾਡੀ ਸੇਵਾ 'ਚ ਹਾਜ਼ਰ ਹੋ ਰਹੇ ਹਾਂ। ਇੱਕ ਐਪੀਸੋਡ ਪਹਿਲਾ ਪ੍ਰੋਗਰਾਮ ਅਸੀਂ ਪੇਸ਼ ਕੀਤਾ। ਥੈਂਕ ਯੂ ਸੋ ਮਚ। 1320 ਦੇ ਨਾਲ ਸਾਡਾ ਰਿਸ਼ਤਾ ਜਿਹੜਾ ਹੈ, ਨਾਤਾ, ਉਹ 16 ਸਾਲ ਤੋਂ ਵੀ ਹੁਣ ਵੱਧ ਹੋ ਗਿਆ, ਕਿਉਂਕਿ 30 ਅਗਸਤ ਨੂੰ ਅਸੀਂ ਆਪਣੇ 16 ਵਰੇ ਪੂਰੇ ਕੀਤੇ ਸੀ। ਇਹ ਜਿਹੜਾ ਰਿਲੇਸ਼ਨਸ਼ਿਪ ਹੈ CJMR ਦੇ ਨਾਲ, ਨਾ ਸਿਰਫ CJMR ਬਲਕਿ ਜਿੰਨੇ ਵੀ ਸਾਡੇ ਪ੍ਰੋਡਿਊਸਰ ਹੋਸਟ ਮਿਲ ਜੁਲ ਕੇ ਸਭ ਤੁਹਾਡੇ ਲਈ ਅਸੀਂ ਬਹੁਤ ਵਧੀਆ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਵੇਰੇ ਰੰਗਲਾ ਪੰਜਾਬ, ਪ੍ਰਵਾਸੀ, ਪੰਜਾਬ ਦੀ ਗੂੰਜ, ਗੀਤਾਂ ਨਾਲ ਪ੍ਰੀਤਾਂ, ਆਪਣਾ ਪੰਜਾਬ, ਫੁਲਕਾਰੀ, ਸਰਗਮ, ਅੱਜ ਦੀ ਆਵਾਜ਼, ਰੰਗਲਾ ਪੰਜਾਬ ਮਹਿਫਿਲ, ਸੁਰਖਾਬ, ਸਾਡਾ ਵਿਰਸਾ, ਪੰਜਾਬ ਦੀ ਗੂੰਜ, ਰੋਡ ਨਿਊਜ਼ ਰੰਗੋਲੀ, ਹੋਰ ਵੀ ਬੜੇ ਸਾਰੇ ਪ੍ਰੋਗਰਾਮ ਹੈ ਜੇ ਮੈਂ ਭੁੱਲ ਰਿਹਾ ਹੋਵਾਂ, ਦਿਲ ਆਪਣਾ ਪੰਜਾਬੀ ਵੀ। ਸੋ ਇਸ ਤਰ੍ਹਾਂ ਕਰਕੇ ਬੜੇ ਪਪੂਲਰ ਪ੍ਰੋਗਰਾਮ ਨੇ ਸਾਡੀ ਕਮਿਊਨਿਟੀ ਦੇ ਰੇਡੀਓ ਦੇ, ਜਿਹੜੇ ਤੁਸੀਂ 1320 AM ਡਾਇਲ ਤੇ ਸੁਣਦੇ ਹੋ। ਪ੍ਰਵਾਸੀ ਮੀਡੀਆ ਗਰੁੱਪ ਨਾਲ ਜੁੜੋ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਮੀਡੀਆ ਗਰੁੱਪ ਨੂੰ ਹੋਰ ਅਜੇ ਐਕਸਪੈਂਡ ਕਰੀਏ। ਅਖਬਾਰ 1 ਟੋਰਾਂਟੋ ਤੋਂ, 2002 ਤੋਂ ਵੈਨਕੂਵਰ, ਰੇਡੀਓ, ਫਿਰ ਡਾਇਰੈਕਟਰੀ, ਐਪ, ਟੈਲੀਵਿਜ਼ਨ ਚੈਨਲ, ਪੀਫਾ, ਪ੍ਰਵਾਸੀ ਅਵਾਰਡਸ ਵਿੱਚ ਜੀ ਅਸੀਂ ਕਾਫੀ ਦੇਰ ਤੱਕ ਮੈਗਜ਼ੀਨ ਵੀ ਕੱਢੀ ਸੀ ਤੁਹਾਡੇ ਵਾਸਤੇ, ਤੁਸੀਂ ਬੜੀ ਪਸੰਦ ਕੀਤੀ ਸੀ, ਲੇਕਿਨ ਕਿਸੇ ਕਾਰਨਵਸ਼ ਅਸੀਂ ਉਸ ਨੂੰ ਕੰਟੀਨਿਊ ਨਹੀਂ ਕਰ ਸਕੇ। ਪ੍ਰਵਾਸੀ ਮੀਡੀਆ ਗਰੁੱਪ ਵੱਲੋਂ ਲਗਾਤਾਰ ਕੋਈ ਨਾ ਕੋਈ ਯਤਨ ਕੀਤੇ ਜਾਂਦੇ ਹੈ ਤੁਹਾਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਦੇਣ ਲਈ। ਮੀਡੀਆ ਗਰੁੱਪ 'ਚ ਖਾਸ ਤੌਰ ਦੇ ਉੱਤੇ ਕੰਮ ਕਰਦੇ ਹਾਂ। ਅਸੀਂ ਪੂਰੀ ਕੋਸ਼ਿਸ਼ ਇਮਾਨਦਾਰੀ ਨਾਲ ਕਰਦੇ ਰਹਿੰਦੇ ਹਾਂ ਕਿ ਕੁਛ ਤੋਂ ਕੁਛ ਨਵਾਂ ਤੁਹਾਡੇ ਲਈ ਅਸੀਂ ਪੇਸ਼ ਕਰਦੇ ਰਹੀਏ। ਮੇਰੇ ਨਾਲ ਕੋਈ 3,500 4,000 ਦੇ ਕਰੀਬ ਲੋਕ ਨੇ ਜਿਹੜੇ WhatsApp ਤੇ ਜੁੜੇ ਹੋਏ ਆ। ਤੁਸੀਂ ਦੇਖ ਰਹੇ ਹੋਵੋਗੇ ਅਸੀਂ ਅੱਜ ਕੱਲ੍ਹ ਤੁਹਾਨੂੰ ਖਬਰਾਂ ਭੇਜ ਰਹੇ ਹਾਂ। ਸਾਡੇ ਜਿਹੜੇ ਇੱਥੇ ਸਟੂਡੀਓ ਦੇ ਵਿੱਚੋਂ ਖਬਰਾਂ ਬਣਦੀਆਂ, ਜਿਹੜੀਆਂ ਪ੍ਰਵਾਸੀ ਟੈਲੀਵਿਜ਼ਨ ਚੈਨਲ ਤੇ ਅਸੀਂ ਦਿਖਾ ਰਹੇ ਹਾਂ। ਕੁਝ ਖਬਰਾਂ, ਸਾਰੀਆਂ ਤੇ ਨਹੀਂ, ਕਿਉਂਕਿ 24 ਆਵਰ ਨਿਊਜ਼ ਚੈਨਲ ਸਾਡਾ ਚੱਲ ਰਿਹਾ ਹੈ। ਕੁਝ ਖਬਰਾਂ, ਇੰਪੋਰਟੈਂਟ ਖਬਰਾਂ ਤੁਹਾਨੂੰ ਅਸੀਂ WhatsApp ਰਾਹੀਂ, ਸੋਸ਼ਲ ਮੀਡੀਆ ਰਾਹੀਂ ਵੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤੁਹਾਡੀਆਂ ਫੋਨ ਕਾਲਸ ਆਉਂਦੀਆਂ, ਤੁਹਾਡੇ ਮੈਸੇजेस ਆ ਜਾਂਦੇ ਆ। ਥੈਂਕ ਯੂ ਸੋ ਮਚ। ਬੀਤੀ ਰਾਤ ਨੂੰ ਮੈਂ ਮੁੜ ਤੋਂ ਟੌਪ 8 ਐਟ 8 ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕੀਤਾ। ਮੈਨੂੰ ਬੜੀ ਖੁਸ਼ੀ ਹੋਈ ਕਿ ਤੁਹਾਡੇ ਵੱਲੋਂ ਮੈਨੂੰ ਬਹੁਤ ਸਾਰੀਆਂ ਕਾਲਸ ਵੀ ਆਈਆਂ ਔਰ ਟੈਕਸਟ ਮੈਸੇजेस ਵੀ ਆਏ, ਔਰ ਮੈਂ ਕੁਝ ਤੁਹਾਡੇ ਨਾਲ ਜ਼ਰੂਰ ਸਾਂਝੇ ਵੀ ਕਰ ਲੈਣਾ ਇਸੇ ਬਹਾਨੇ। ਇੱਕ ਮੈਨੂੰ ਮੈਸੇਜ ਆਇਆ ਜੀ, ਥੈਂਕ ਯੂ ਫॉर ਸ਼ੇਅਰਿੰਗ ਥੀਸ ਅਪਡੇਟਸ। ਮਾਈ ਵਾਈਫ ਐਂਡ ਆਈ ਲੁੱਕ ਫਾਰਵਰਡ ਟੂ ਯੂਰ ਨਿਊਜ਼ ਸਮਰੀ ਐਵਰੀ ਈਵਨਿੰਗ। ਵੈਰੀ ਇਨਫੋਰਮੇਟਿਵ ਐਂਡ ਨੈਸੈਸਰੀ ਇਨਫੋਰਮੇਸ਼ਨ in these uncertain times। ਇਹ ਡਾਕਟਰ ਅਰਜੁਨ ਦੱਤ ਨੇ, ਜਿਹੜੇ ਕੈਂਸਰ ਦੇ ਡਾਕਟਰ ਨੇ, ਸਪੈਸ਼ਲਿਸਟ ਨੇ, PGI ਤੋਂ ਬੜਾ ਲੰਮਾ ਸਮਾਂ ਕੰਮ ਕਰਕੇ ਹੁਣ ਇੱਥੇ ਪ੍ਰਿੰਸੈਸ ਮਾਰਗਰੇਟ ਹਸਪੀਟਲ ਐਜ਼ ਏ ਡਾਕਟਰ ਕੰਮ ਕਰ ਰਹੇ ਹੈ। ਬੜਾ ਮਾਣ ਹੈ ਸਾਨੂੰ ਐਸੇ ਲੋਕਾਂ ਤੇ ਜਿਹੜੇ ਦੁਨੀਆ ਦੇ ਬਿਹਤਰੀਨ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਹੈ। ਪੜ੍ਹਾਈ ਇੰਡੀਆ ਤੋਂ ਕਰਕੇ ਆਏ ਹੈ, ਲੇਕਿਨ ਇੱਥੇ ਆ ਕੇ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਕੇ ਇੱਥੋਂ ਦੇ ਡਾਕਟਰਾਂ ਦੇ ਬਰਾਬਰ ਆਪਣਾ ਯੋਗਦਾਨ ਪਾ ਰਹੇ ਹੈ। ਭਾਜੀ, ਥੈਂਕਸ ਫॉर ਅਪਡੇਟ ਐਜ਼ ਦਿਸ ਟਾਈਮ ਬੁਲੇਟਿਨ ਸੀਮਸ ਲਾਈਕ ਸੂਪ ਵਿਦ ਡਿਨਰ। ਥੈਂਕ ਯੂ ਸੋ ਮਚ। ਥੈਂਕਸ ਭਾਜੀ, ਵੈਰੀ ਵੈਲਿਊਬਲ ਇਨਫੋਰਮੇਸ਼ਨ। ਥੈਂਕ ਯੂ ਸੋ ਮਚ। ਵੀ ਵਾਜ਼ really missing top 8. Thank you very much. Appreciate this and share with my friends and family on and on and on and on.
ਬਹੁਤ ਹੀ ਇਸ ਤਰ੍ਹਾਂ ਦੇ ਮੈਸੇजेस ਤੁਹਾਡੇ ਕੱਲ ਦੇ ਜਿਹੜੇ ਆਏ ਹੋਏ ਆ, ਉੱਥੋਂ ਮੈਨੂੰ ਅੱਛਾ ਹੋਰ ਲੱਗਦਾ, ਹੌਸਲਾ ਵੀ ਹੁੰਦਾ ਕਿ ਤੁਸੀਂ ਟੌਪ 8 ਨੂੰ ਵੇਟ ਕਰਦੇ ਹੋ, ਕਿਉਂਕਿ 2 ਦਿਨ ਅਸੀਂ ਵੀਕਐਂਡ ਤੇ ਹੁਣ 1 ਘੰਟੇ ਦਾ ਪ੍ਰੋਗਰਾਮ ਟੀਵੀ ਤੇ ਪੇਸ਼ ਕਰਦੇ ਹਾਂ। ਉਹ ਇੰਨਾ ਜ਼ਿਆਦਾ ਸਾਨੂੰ ਵਿਅਸਤ ਕਰ ਦਿੰਦਾ ਕਿ ਮੇਰੇ ਕੋਲ ਹਾਰਡਲੀ ਐਨੀ ਟਾਈਮ ਹੁੰਦਾ, ਕੋਈ ਟਾਈਮ ਹੁੰਦਾ ਤੁਹਾਡੇ ਨਾਲ ਇਸ ਨੂੰ ਟੈਕਸਟ ਮੈਸੇਜ ਸਕ੍ਰਿਪਟ ਦੇ ਰੂਪ ਦੇ ਵਿੱਚ ਲਿਖ ਕੇ ਭੇਜਣ ਦਾ। ਲੇਕਿਨ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਹੁਣ ਇਸ ਨੂੰ ਮੈਂ ਬੰਦ ਨਹੀਂ ਕਰਾਂਗਾ। ਮੈਂ ਰਾਤ ਵੀ ਪ੍ਰੋਮਿਸ ਕੀਤਾ ਤੁਹਾਨੂੰ, ਤੇ ਸੈਟਰਡੇ ਔਰ ਸੰਡੇ ਵੀ ਬੇਸ਼ੱਕ 1 ਵਜੇ 1 ਘੰਟੇ ਦਾ ਪ੍ਰੋਗਰਾਮ ਆਇਆ ਕਰੇਗਾ, ਪਰ ਤਾਂ ਵੀ ਮੈਂ ਤੁਹਾਨੂੰ ਇਹ ਜ਼ਰੂਰ ਭੇਜਿਆ ਕਰਾਂਗਾ ਟੌਪ 8 ਨਿਊਜ਼। ਪਰ ਮੇਰੀ ਤੁਹਾਨੂੰ ਬੇਨਤੀ ਬਾਰ-ਬਾਰ ਹੈ ਕਿ ਸਾਡਾ ਇਹ ਪ੍ਰੋਗਰਾਮ ਜ਼ਰੂਰ ਦੇਖੋ। ਸਾਡੀ ਟੀਮ ਬਹੁਤ ਮਿਹਨਤ ਕਰ ਰਹੀ ਹੈ। ਇਹਨਾਂ ਬੱਚਿਆਂ ਨੂੰ ਬੜੀ ਵੱਡੀ ਹੌਸਲਾ ਅਫਜ਼ਾਈ ਹੋਏਗੀ ਜਿਉਂ-ਜਿਉਂ ਤੁਸੀਂ ਸਾਨੂੰ ਸਪੋਰਟ ਕਰੋਗੇ। ਬਹੁਤ ਸਾਰੇ ਬੱਚੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਇੱਥੇ ਪੜ੍ਹ ਕੇ ਤੇ ਹੁਣ ਟੈਲੀਵਿਜ਼ਨ ਵਿੱਚ ਸਾਡੇ ਨਾਲ ਕੰਮ ਕਰ ਰਹੇ ਆ, ਬਹੁਤ ਮਿਹਨਤ ਕਰ ਰਹੇ ਆ, ਬੜੀ ਦਿਲ ਲਗਾ ਕੇ ਆਪਣਾ ਇਹ ਕੰਮ ਕਰ ਰਹੇ ਆ। ਤਾਂ ਤੁਸੀਂ ਜ਼ਰੂਰ ਇਨਕਰੇਜ ਕਰੋ, ਇਹ ਮੇਰੀ ਤੁਹਾਨੂੰ ਬੇਨਤੀ ਹੈ ਸਾਰੀ ਕਮਿਊਨਿਟੀ ਨੂੰ। ਇਹ ਸਿਰਫ ਕੱਲਾ ਬਿਜ਼ਨਸ ਹੀ ਨਹੀਂ ਹੈ, ਅਸੀਂ ਇੱਕ ਨਵੀਂ ਪਿਰਤ ਪਾ ਰਹੇ ਹਾਂ, ਇੱਕ ਨਵਾਂ ਸਟੈਂਡਰਡ ਸੈਟਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਟੈਲੀਵਿਜ਼ਨ 'ਚ ਵੀ ਜੋ ਕੁਝ ਅਖਬਾਰ 'ਚ ਕੀਤਾ, ਜੋ ਡਾਇਰੈਕਟਰੀ ਐਪ ਰੇਡੀਓ ਜੋ ਕੁਝ ਵੀ ਕੀਤਾ, ਪੀਫਾ 'ਚ ਕੀਤਾ, ਪ੍ਰਵਾਸੀ ਅਵਾਰਡਸ ਜੋ ਕੁਝ ਕਰਦੇ ਹਾਂ, ਉਸੇ ਸਟੈਂਡਰਡ ਨੂੰ ਅਸੀਂ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਟੈਲੀਵਿਜ਼ਨ 'ਚ ਵੀ। ਲੇਕਿਨ ਟੈਲੀਵਿਜ਼ਨ ਥੋੜਾ ਨਹੀਂ ਜ਼ਿਆਦਾ ਹੀ ਕੁਝ ਹਾਰਡ ਵਰਕ ਦਾ, ਲੈਬੋਰੀਅਸ, ਮਿਹਨਤ ਵਾਲਾ ਕੰਮ ਹੈ ਤੇ ਖਰਚੀਲਾ ਵੀ ਬਹੁਤ ਹੈ। ਲੇਕਿਨ ਅਸੀਂ ਇਸ ਨੂੰ ਇੰਨਾ ਆਸਾਨ ਬਣਾ ਦਿੱਤਾ ਹੈ, ਔਰ ਮੈਨੂੰ ਇਹ ਖੁਸ਼ੀ ਹੈ ਤੁਹਾਨੂੰ ਦੱਸਦਿਆਂ ਹੋਇਆਂ ਕਿ ਆਈਫੋਨ ਦੇ ਉੱਤੇ ਵੀ ਸ਼ਾਇਦ ਸਾਡਾ ਇਹ ਹੈ 24 ਆਵਰ ਜਿਹੜਾ ਚੈਨਲ ਹੈ ਉਹ ਆ ਰਿਹਾ ਹੈ। ਐਂਡਰੋਇਡ ਤੇ ਆ ਚੁੱਕਾ ਹੈ, ਐਂਡਰੋਇਡ ਦੇ ਫੋਨ ਤੇ। ਇਸ ਨੂੰ ਪਲੀਜ਼ ਡਾਊਨਲੋਡ ਕਰੋ ਸਾਡੇ ਐਪ ਨੂੰ, ਤੇ ਟੈਲੀਵਿਜ਼ਨ ਚੈਨਲ ਬਿਲਕੁਲ ਤੁਹਾਡੀ ਫਿੰਗਰ ਟਿਪ ਤੇ ਹੈ। ਮੈਨੂੰ ਕਈ ਲੋਕ ਦੱਸਦੇ ਆ ਕਿ ਅਸੀਂ ਤੁਹਾਡਾ ਟੀਵੀ ਵਾਚ ਕਰ ਰਹੇ ਹਾਂ ਆਪਣੇ ਫੋਨ ਤੇ। ਕਿੰਨਾ ਆਸਾਨ ਹੈ, ਕਿੰਨਾ ਹੀ ਆਸਾਨ ਹੈ ਹੁਣ ਟੀਵੀ ਨੂੰ ਫੋਨ ਤੇ ਵਾਚ ਕਰਨਾ। ਤਾਂ ਪਲੀਜ਼ ਸਾਡਾ ਐਪ ਜ਼ਰੂਰ ਡਾਊਨਲੋਡ ਕਰਦੇ ਰਹੋ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ, ਕਿਉਂਕਿ ਕੱਲਾ ਟੈਲੀਵਿਜ਼ਨ ਚੈਨਲ ਹੀ ਨਹੀਂ ਹੈ ਇਸ ਐਪ 'ਚ। ਬਿਲਕੁਲ ਹੋਮ ਪੇਜ ਦੇ ਉੱਤੇ ਜੋ ਤੁਸੀਂ ਟੀਵੀ ਦੀ ਸਕਰੀਨ ਤੇ ਦੇਖਦੇ ਹੋ ਉਹ ਤੁਹਾਨੂੰ ਫੋਨ ਦੇ ਉੱਤੇ ਮਿਲੇਗਾ। ਲੇਕਿਨ ਇਹਦੇ ਨਾਲ ਤੁਸੀਂ ਸਾਡੀ ਇੰਗਲਿਸ਼ ਦੀ ਅਖਬਾਰ ਪੜ੍ਹ ਸਕਦੇ ਹੋ, ਕੈਨੇਡੀਅਨ ਪ੍ਰਵਾਸੀ, ਜਿਹਨੂੰ ਅਸੀਂ ਆਵਰਲੀ ਬੇਸ ਦੇ ਉੱਤੇ ਅਪਡੇਟ ਕਰਦੇ ਹਾਂ। ਰੇਡੀਓ ਵੀ ਹੈ ਔਰ ਨਾਲ ਦੀ ਨਾਲ ਹੀ ਸਾਡੀ ਡਾਇਰੈਕਟਰੀ ਵੀ ਹੈ। ਤੁਸੀਂ ਇਸ ਡਾਇਰੈਕਟਰੀ ਨੂੰ ਜਿਹੜਾ ਐਕਸੈਸ ਕਰੋ। ਕਿਸੇ ਤਰ੍ਹਾਂ ਦੀ ਕੋਈ ਵੀ ਸਰਵਿਸ ਚਾਹੀਦੀ ਹੈ, ਤੁਹਾਡੀਆਂ ਕਾਲਸ ਆਉਂਦੀਆਂ, ਕੰਕਰੀਟ ਪਵਾਉਣੀ ਹੈ ਜੀ, ਕਲੀਨਿੰਗ ਵਾਸਤੇ ਨੰਬਰ ਦਿਓ, ਕੋਈ ਪੈਰਾਲੀਗਲ ਦਾ ਨੰਬਰ ਦੱਸੋ, ਕਈ ਤਰ੍ਹਾਂ ਦੇ ਸਰਵਿਸਿਜ਼ ਵਾਸਤੇ ਤੁਸੀਂ ਫੋਨ ਕਰਦੇ ਹੋ, ਹੀਟਿੰਗ ਵਾਸਤੇ, 에ਅਰ ਕੰਡੀਸ਼ਨਿੰਗ ਵਾਸਤੇ। ਇਸ ਐਪ ਦੇ ਵਿੱਚ ਜਿਹੜੀ ਡਾਇਰੈਕਟਰੀ ਹੈ ਸਾਡੀ, ਉਹਦੇ ਸਾਰਾ ਕੁਝ ਹੈ। ਤੇ ਜੇ ਸਾਡੀ ਪ੍ਰਿੰਟ ਡਾਇਰੈਕਟਰੀ ਤੁਹਾਡੇ ਹੱਥ ਵਿੱਚ ਨਹੀਂ ਹੈ, ਦੂਰ ਹੋ ਉਸ ਤੋਂ, ਤੇ ਫੋਨ ਤੇ ਕਮ ਸੇ ਕਮ ਹੱਥ ਵਿੱਚ ਹੈ, ਤਾਂ ਜਸਟ ਡਾਇਲ, ਉਹਦੇ ਤੁਸੀਂ ਪ੍ਰਿੰਟ ਕਰਨਾ ਹੈ ਪੈਰਾਲੀਗਲ, ਹੀਟਿੰਗ, ਕੰਕਰੀਟ, ਜਿਹੜਾ ਵਰਡ ਵੀ ਪਾਓਗੇ, ਕਲੀਨਿੰਗ, ਉਸੇ ਵੇਲੇ ਹੀ ਉਹਦੀਆਂ ਤੁਹਾਨੂੰ ਕਈ ਆਪਸ਼ਨਸ ਮਿਲ ਜਾਣਗੀਆਂ ਸਰਚ ਦੇ ਵਿੱਚ। ਸਿੱਧਾ ਹੀ ਡਾਇਲ ਕਰਨਾ ਉੱਥੋਂ, ਕੋਈ ਨੰਬਰ ਯਾਦ ਨਹੀਂ ਕਰਨਾ, ਕੋਈ ਨੋਟ ਨਹੀਂ ਕਰਨਾ, ਉੱਤੇ ਸਿੱਧਾ ਬਸ ਉਂਗਲੀ ਦੇ ਨਾਲ ਪ੍ਰਿੰਟ ਤੁਸੀਂ ਨੰਬਰ ਦੱਬਣਾ ਤੇ ਤੁਹਾਡੀ ਗੱਲ ਹੋ ਜਾਣੀ ਹੈ। ਬੜਾ ਸੁਖਾਲਾ ਅਸੀਂ ਬਣਾਇਆ ਇਸ ਨੂੰ। ਜਿੱਥੇ ਤੁਸੀਂ ਜਾਣਾ ਹੋਏ ਕਿਸੇ ਦਫ਼ਤਰ 'ਚ, ਉਹਦਾ ਐਡਰੈਸ ਵੀ ਪਿਆ ਹੋਇਆ, ਉਸ ਐਡਰੈਸ ਨੂੰ ਤੁਸੀਂ ਗੂਗਲ ਦਾ ਮੈਪ ਬਣ ਜਾਂਦਾ ਹੈ, ਪੁੱਛਣ ਦੀ ਵੀ ਲੋੜ ਨਹੀਂ। ਸੋ ਇੰਨੀ ਮਿਹਨਤ ਅਸੀਂ ਕੀਤੀ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਕੁਝ ਲੋਕ ਇਸ ਦਾ ਫਾਇਦਾ ਉਠਾ ਰਹੇ ਹੈ। ਪਰ ਤੁਹਾਨੂੰ ਬੇਨਤੀ ਹੈ ਕਿ ਸਾਰੇ ਜਣੇ, ਜਿੰਨੇ ਵੀ ਮੇਰੀ ਜਿੱਥੇ ਤੱਕ ਆਵਾਜ਼ ਜਾ ਰਹੀ ਹੈ, ਇਸ ਐਪ ਨੂੰ ਜ਼ਰੂਰ ਡਾਊਨਲੋਡ ਕਰੋ। ਤੁਸੀਂ ਬਹੁਤ ਸਾਰੇ ਐਪ ਡਾਊਨਲੋਡ ਕੀਤੇ ਹੋਣਗੇ, ਪਤਾ ਨਹੀਂ ਕਿੰਨੇ ਕੁ ਵਰਤਦੇ ਹੋ ਜਾਂ ਨਹੀਂ ਵਰਤਦੇ, ਪਰ ਇਸ ਐਪ ਨੂੰ ਡਾਊਨਲੋਡ ਵੀ ਕਰੋ ਤੇ ਵਰਤੋ ਵੀ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ ਔਰ ਮੇਰਾ ਦਾਅਵਾ ਵੀ ਹੈ ਕਿ ਤੁਸੀਂ ਬਹੁਤ ਹੀ ਵਧੀਆ ਇਸ ਐਪ ਦੇ ਵਿੱਚ ਇਨਫੋਰਮੇਸ਼ਨ ਨੂੰ ਦੇਖੋਗੇ। ਯੂਜ਼ਫੁਲ ਹੈ ਇਹ ਐਪ, ਤੁਹਾਡੀ ਲੋੜ ਲਈ, ਤੁਹਾਡੀ ਜ਼ਰੂਰਤ ਲਈ ਅਸੀਂ ਇਸ ਨੂੰ ਬਣਾਇਆ ਹੈ। ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੁਣ ਤੁਹਾਨੂੰ ਸ਼ਬਦ ਸੁਣਾਉਂਦੇ ਹੁੰਦੇ ਆ। ਅੱਜ ਬੜਾ ਮਿੱਠਾ ਇੱਕ ਸ਼ਬਦ ਸੁਣਾਉਣ ਲੱਗਾ ਮੈਂ ਤੁਹਾਨੂੰ। ਇਹ ਸ਼ਬਦ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ। ਬਾਰ-ਬਾਰ ਮੈਂ ਸ਼ਬਦ ਸੁਣਦਾ ਜਦੋਂ ਮੌਕਾ ਮਿਲੇ, ਖਾਸ ਤੌਰ ਤੇ ਸਵੇਰ ਦੇ ਸਮੇਂ ਜਦੋਂ ਦਿਨ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਬੜਾ ਹੀ ਢੁਕਵਾਂ ਉਸ ਮਾਹੌਲ ਵਾਸਤੇ ਇਹ ਸ਼ਬਦ ਹੈ। ਜਿੱਥੇ ਇਹ ਸ਼ਬਦ ਲਿਖਿਆ ਗਿਆ ਬੜਾ ਸੋਹਣਾ ਹੈ, ਉੱਥੇ ਇਸ ਨੂੰ ਗਾਇਆ ਵੀ ਬਹੁਤ ਹੀ ਖੂਬਸੂਰਤੀ ਦੇ ਨਾਲ ਹੈ। ਔਰ ਜਿਹੜਾ ਇਹਦੇ ਪਿੱਛੇ ਤੁਸੀਂ ਮਿਊਜ਼ਿਕ ਸੁਣੋਗੇ ਉਹ ਹੋਰ ਵੀ ਖੂਬਸੂਰਤ ਹੈ। ਭਾਈ ਹਰਜਿੰਦਰ ਸਿੰਘ
ਸ਼ੇਰਨਗਲ ਵਾਲਿਆਂ ਦਾ ਗਾਣਾ ਗਾਇਆ ਹੋਇਆ ਬੜਾ ਹੀ ਪਿਆਰਾ, ਬੜਾ ਹੀ ਮਿੱਠਾ ਸ਼ਬਦ, ਤੇ ਫਿਰ ਉਸ ਤੋਂ ਬਾਅਦ ਅੱਜ ਦੀਆਂ ਬਹੁਤ ਸਾਰੀਆਂ ਖਬਰਾਂ, ਦੁਨੀਆ ਭਰ ਦੀ ਜਾਣਕਾਰੀ। ਪ੍ਰਭਾਤੈ ਸ਼ਬਦ ਤੇ ਆਈਐ, ਛੋੜੋ ਦੁਨੀ ਪਰੀਤਾ, ਪ੍ਰਣਵਤ ਨਾਨਕ ਦਾਸਨ ਦਾਸ, ਜਗ ਹਾਰਿਆ ਤਿਨ ਜੀਤਾ। ਚਿੜੀ ਚੁਕੀ ਪਹੁ ਫੁੱਟੀ, 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 ਵਗਨ ਬੋਤ ਤਰੰਗ, ਵਗਨ ਬਹੁਤ ਤਰੰਗ, ਚਿੜੀ ਚੁਕੀ ਪਹੁ ਫੁੱਟੀ, ਚਿੜੀ ਚੁਕੀ ਪਹੁ ਫੁੱਟੀ, ਵਗਨ ਬਹੁਤ ਤਰੰਗ, ਵਗਨ ਬਹੁਤ ਤਰੰਗ, ਚਿੜੀ ਚੁਕੀ ਪਹੁ ਫੁੱਟੀ, ਚਿੜੀ ਚੁਕੀ ਪਹੁ ਫੁੱਟੀ। ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੇ ਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੇ ਰੰਗ, ਨਾਨਕ ਨਾਮੇ ਰੰਗ, ਚਿੜੀ ਚੁਕੀ ਪਹੁ ਫੁੱਟੀ, ਚਿੜੀ ਚੁਕੀ ਪਹੁ ਫੁੱਟੀ, ਵਗਨ ਬਹੁਤ ਤਰੰਗ, ਵਗਨ ਬਹੁਤ ਤਰੰਗ, ਚਿੜੀ ਚੁਕੀ ਪਹੁ ਫੁੱਟੀ, ਚਿੜੀ ਚੁਕੀ ਪਹੁ ਫੁੱਟੀ, ਚਿੜੀ ਚੁਕੀ ਪਹੁ ਫੁੱਟੀ।
good grammar. हो चलो मिलके जी ले जी खुशियाँ हैं मीठी सी आम खाए आम सरे आम खाए रस मौसम ने घोला चाहत ने मुंह खोला आम खाए आम सरे आम खाए आम खाए आम सरे आम खाए। ब्रास रसमलाई अब आम की मिठास लिए मजा लाजवाब लिए। ब्रास रसमलाई कभी भी कहीं भी। ਬ੍ਰਾਈਟ ਲਾਈਫ ਹੋਮ ਰੈਨੋਵੇਸ਼ਨ। ਤੁਸੀਂ ਨਵੇਂ ਵਾਸ਼ਰੂਮ ਬਣਵਾਣੇ ਹੋਣ ਜਾਂ ਵਾਸ਼ਰੂਮ ਰੈਨੋਵੇਟ ਕਰਾਣੇ ਹੋਣ, ਪਲੰਬਿੰਗ, ਹਾਰਡਵੁੱਡ, ਲੈਮੀਨੇਟ ਫਲੋਰਿੰਗ, ਫਲੋਰ ਟਾਇਲਸ ਅਤੇ 에ਅਰ ਵੈਂਟ ਦੇ ਕੰਮ ਲਈ ਪੂਰੇ GTA ਵਿੱਚ ਇੱਕੋ ਹੀ ਨਾਮ ਬ੍ਰਾਈਟ ਲਾਈਫ ਹੋਮ ਰੈਨੋਵੇਸ਼ਨ। ਵਧੀਆ ਸਰਵਿਸਿਜ਼ ਲਈ ਕੁਲਬੀਰ ਸੱਧੂ ਨੂੰ ਕਾਲ ਕਰੋ 4169707171। ਬੜਾ ਹੀ ਪਿਆਰਾ ਇਹ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ, ਭਾਈ ਹਰਜਿੰਦਰ ਸਿੰਘ ਸ਼ੇਰਨਗਰ ਵਾਲਿਆਂ ਦਾ ਗਾਇਨ ਕੀਤਾ ਹੋਇਆ। ਪ੍ਰੋਗਰਾਮ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਮੌਸਮ ਦੀ ਵੀ ਜਾਣਕਾਰੀ ਦਈਏ, ਥੋੜੀ ਜਿਹੀ ਟ੍ਰੈਫਿਕ ਦੀ ਵੀ ਦਈਏ। ਨੰਬਰ ਮੈਂ ਦੇ ਚੁੱਕਾ, ਮੈਂ ਫਿਰ ਦੇ ਦਿੰਦਾ 905 461 4000 ਇਹ ਨੰਬਰ ਹੈ ਸਟੂਡੀਓ ਦਾ। ਹੁਣ ਤੁਸੀਂ ਮੇਰੇ ਨਾਲ ਕਦੀ ਵੀ ਗੱਲਬਾਤ ਕਰਨੀ ਹੋਵੇ ਅਗਲੇ ਇਸ ਲਗਭਗ ਪੌਣੇ 2 ਘੰਟੇ ਦੇ ਸਮੇਂ ਦੇ ਦੌਰਾਨ, ਜੋ ਕਿ ਸਾਡੀ ਸਟੂਡੀਓ ਦੀ ਘੜੀ ਮੁਤਾਬਕ 10:20 ਹੋਣ ਵਾਲੇ ਆ, 12 ਵਜੇ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹਾਂ। ਇਸ ਨੰਬਰ ਤੇ ਮੇਰੇ ਨਾਲ ਗੱਲ ਕਰੋ 9054614000 ਨੰਬਰ ਮੇਰਾ ਡਾਇਰੈਕਟ ਵੀ ਹਮੇਸ਼ਾ ਹੀ ਫਾਰਵਰਡ ਹੁੰਦਾ ਹੈ ਪ੍ਰੋਗਰਾਮ ਦੇ ਦੌਰਾਨ 416 895 5523 4168955523। ਇਹਦੇ ਨਾਲ ਨੰਬਰ ਤੁਹਾਨੂੰ ਮੈਂ ਆਪਣੇ ਪ੍ਰਵਾਸੀ ਦੇ ਹੈੱਡ ਆਫਿਸ ਦਾ ਵੀ ਦੇਣਾ ਚਾਹਾਂਗਾ 905 673 0600। ਇਹ ਨੰਬਰ ਤੁਹਾਡੇ ਲਈ ਹਾਜ਼ਰ ਹੁੰਦਾ ਹੈ ਸਵੇਰੇ ਕੋਈ 10 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡਾ ਸਟਾਫ ਇੱਥੇ ਹੁੰਦਾ ਹੈ। ਵੈਸੇ ਅਸੀਂ ਕਈ ਵਾਰੀ ਲੇਟ ਵੀ ਰੁਕਦੇ ਹਾਂ। ਤੁਸੀਂ ਐਡ ਦੇਣਾ ਚਾਹੁੰਦੇ ਹੋ, ਕੋਈ ਤੁਹਾਡੀ ਨਿਊਜ਼ ਦੀ ਕਵਰੇਜ ਹੋਵੇ, ਕੋਈ ਈਵੈਂਟ ਹੈ ਤੁਹਾਡਾ, ਕੋਈ ਕਮਿਊਨਿਟੀ ਨੂੰ ਸੁਨੇਹਾ ਦੇਣਾ ਚਾਹੋ, ਪ੍ਰਵਾਸੀ ਅਖਬਾਰ, ਰੇਡੀਓ, ਟੈਲੀਵਿਜ਼ਨ ਸਾਰਾ ਕੁਝ ਹੈ ਸਾਡੇ ਕੋਲ। ਹੁਣ ਸਾਰੇ ਪਲੇਟਫਾਰਮਸ ਅਵੇਲੇਬਲ ਨੇ। तो 9056730600। ਅੱਜ ਠੰਡ ਥੋੜੀ ਰਹੇਗੀ ਕਿਉਂਕਿ ਟੈਂਪਰੇਚਰ ਮੈਕਸਿਮਮ 18-19-20 ਡਿਗਰੀ ਹੀ ਜਾਣਾ ਹੈ। ਆਲਰੇਡੀ ਇਸ ਵੇਲੇ ਤਾਪਮਾਨ 15 ਡਿਗਰੀ ਹੈ। ਕੱਲ ਬਾਰਿਸ਼ ਪਈ, ਲੇਟ ਨਾਈਟ ਤੱਕ ਕੱਲ ਬਾਰਿਸ਼ ਪੈਂਦੀ ਰਹੀ ਤੇ ਅੱਜ ਦਾ ਤਾਪਮਾਨ ਜਿੱਥੇ 18-19 ਹੈ, ਕੱਲ ਵੀ ਅੱਜ ਵਰਗਾ ਹੀ ਹੈ। ਕੱਲ ਵੀ 18-19 ਡਿਗਰੀ, ਪਰ ਕੱਲ ਬਾਰਿਸ਼ ਫਿਰ ਤੋਂ ਹੈ ਦੁਬਾਰਾ। परसों टैंपरेचर घट के सिर्फ 15 डिग्री मैक्सिमम वीरवार वाले दिन, शुक्रवार ਨੂੰ सिर्फ 12-13 डिग्री मैक्सिमम, शनिवार ਨੂੰ भी 12-13 डिग्री, ਐਤਵਾਰ ਨੂੰ भी 13-14-15 डिग्री। सो तापमान ਹੁਣ ਜਿਹੜਾ ਹੈ ਉਹ 12-14-15 डिग्री ਦੇ ਕਰੀਬ ਜਿਹੜਾ ਅਗਲੇ ਇਸ ਵੀਕਐਂਡ ਤੱਕ ਰਹੇਗਾ। ਇਹ ਹੈ ਤੁਹਾਡੇ ਵਾਸਤੇ ਮੌਸਮ ਦੀ ਜਾਣਕਾਰੀ ਤੇ ਨਾਲ ਦੀ ਨਾਲ ਹੀ ਅਸੀਂ ਗੱਲ ਕਰਦੇ ਹੁੰਨੇ ਆ ਆਪਣੇ ਉਹਨਾਂ ਪ੍ਰਾਊਡ ਸਪਾਂਸਰ ਦੀ ਵੀ ਨਾਲ ਦੀ ਨਾਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਖਬਰਾਂ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਆ, ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਆ। ਤੇ ਹਮੇਸ਼ਾ ਫਿਰ ਸ਼ੁਰੂਆਤ ਹੁੰਦੀ ਹੈ ਇੰਡੋ ਕੈਨ ਆਟੋ ਤੋਂ 905-670-1833। ਇੱਕ ਐਸਾ ਮੁਕਾਮ ਹੈ ਆਟੋ ਪਾਰਟਸ ਦਾ ਜਿੱਥੋਂ ਤੁਹਾਨੂੰ ਹਰ ਗੱਡੀ ਦੇ ਹਰ ਤਰ੍ਹਾਂ ਦੇ ਪਾਰਟਸ ਮਿਲ ਜਾਂਦੇ ਆ। ਔਰ ਇੱਥੇ ਤੁਸੀਂ ਗੱਲਬਾਤ ਕਰਨੀ ਹੈ ਮਨਜੀਤ ਨਾਲ, ਬੜੀ ਵੱਡੀ ਟੀਮ ਹੈ। ਪਰ ਮਨਜੀਤ ਨੂੰ ਜ਼ਰੂਰ ਦੱਸਣਾ ਫੋਨ ਕਰਕੇ ਪ੍ਰਵਾਸੀ ਤੋਂ ਕਾਲ ਕਰ ਰਹੇ ਹੋ, ਮਿਲੇਗਾ ਜ਼ਰੂਰ ਸਪੈਸ਼ਲ ਡਿਸਕਾਊਂਟ। 905-670-1833 ਡਿਕਸੀ ਗੁਰੂ ਘਰ ਦੇ ਇਲਾਕੇ ਦੇ ਵਿੱਚ ਹੀ। ਫਿਰ ਈਸਟ ਕੋਸਟ ਡੀਜ਼ਲ 905-564-0002 7180 ਟਰਾਂਸਮਾਰਕ ਕੋਡ ਦੇ ਉੱਤੇ ਹੈ। ਬੜਾ ਹੀ ਸ਼ਾਨਦਾਰ ਇਹ ਗਰਾਜ ਹੈ ਵੱਡੇ ਵਹੀਕਲਸ ਵਾਸਤੇ, ਹੈਵੀ ਵਹੀਕਲਸ ਵਾਸਤੇ, ਟਰੱਕ, ਟ੍ਰੇਲਰ, ਡੰਪ ਟਰੱਕ, ਗ੍ਰੈਵਲ ਟਰੱਕ, ਕੋਈ ਵੀ ਹੈਵੀ ਵਹੀਕਲ ਲੈ ਆਓ। ਮਕੈਨੀਕਲ ਇਲੈਕਟ੍ਰੀਕਲ ਰਿਪੇਅਰ ਦਾ ਕੰਮ ਮੰਡੇ ਟੂ ਫਰਾਈਡੇ 7 ਤੋਂ 7 ਤੇ ਸੈਟਰਡੇ ਨੂੰ ਸ਼ਾਮ ਦੇ 5 ਵਜੇ ਤੱਕ। 905-564-0002 905-564-0002 ਫੋਨ ਨੰਬਰ ਹੈ। ਪਰਮਿੰਦਰ ਦਾ ਗੱਲਬਾਤ ਕਰੇ। ਡਿਕਸੀ ਗੁਰੂ ਘਰ ਦੀ ਗੱਲ ਚੱਲੀ ਹੈ ਤੇ ਮੈਂ ਦੱਸ ਦੇਵਾਂ ਕਿ ਕੱਲ ਵੀ ਸਾਡੇ ਦਫ਼ਤਰ ਤੁਹਾਡੀਆਂ ਕਾਲਸ ਆਉਂਦੀਆਂ ਰਹੀਆਂ। ਹਜੇ ਵੀ ਕਈ ਲੋਕ ਪਲੈਜਸ ਆਪਣੀਆਂ ਲਿਖਵਾ ਰਹੇ ਹੈ ਤੇ ਅਸੀਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਟੋਟਲ ਕਰ ਲੈਣ। ਹੁਣ ਜੋ ਕੁਛ ਹੁਣ ਤੱਕ ਦਾ ਟੋਟਲ ਹੈ ਉਹ ਜ਼ਰੂਰ ਕਮਿਊਨਿਟੀ ਨੂੰ ਦੱਸਣਾ ਚਾਹੀਦਾ ਸਾਨੂੰ,
ਕਿ ਕਿੰਨਾ ਕੁ ਪੈਸਾ ਟੋਟਲ ਇਕੱਠਾ ਹੋਇਆ, ਕਿੰਨੀਆਂ ਪਲੇਜਸ ਆਈਆਂ ਪਹਿਲਾਂ ਤਾਂ ਉਹ ਦੱਸਾਂਗੇ, ਤੇ ਕਿੰਨਾ ਉਸ ਦੇ ਅਗੇਂਸਟ ਰਕਮ ਜਿਹੜੀ ਇਕੱਠੀ ਹੋਈ ਹੈ ਉਹ ਵੀ ਜਾਣਕਾਰੀ ਤੁਹਾਨੂੰ ਅਸੀਂ ਜ਼ਰੂਰ ਦੇਵਾਂਗੇ। ਲੇਕਿਨ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ, 1320 ਦੇ ਸਾਰੇ ਹੋਸਟ ਵੱਲੋਂ ਤੁਹਾਡਾ ਬਾਰ-ਬਾਰ ਸ਼ੁਕਰੀਆ ਕਿ ਤੁਸੀਂ ਲਗਾਤਾਰ ਉਸ ਦਿਨ ਹੀ ਕਾਲ ਕੀਤੀਆਂ, ਫਰਾਈਡੇ ਸੈਟਰਡੇ ਵੀ ਕੀਤੀਆਂ, ਸੰਡੇ ਵੀ ਕੀਤੀਆਂ, ਈਵਨ ਕੱਲ ਵੀ ਮੈਂ ਦੱਸਿਆ ਸਾਨੂੰ ਕਾਫੀ ਤੁਹਾਡੀਆਂ ਕਾਲਸ ਆਈਆਂ, ਕਈਆਂ ਨੇ ਕੱਲ ਵੀ ਪਲੇਜਸ ਲਿਖਵਾਈਆਂ। ਪ੍ਰੋਗਰਾਮ ਦੇ ਵਿੱਚ ਮੈਂ ਨੰਬਰ ਦੇਣਾ ਚਾਹਾਂਗਾ ਤੁਹਾਨੂੰ ਕਰਮਨ ਟਰੱਕ ਟਾਇਰ ਸੈਂਟਰ ਦਾ 9054591000। ਸ਼ਾਨਦਾਰ ਸੇਵਾਵਾਂ ਟਾਇਰਾਂ ਦੀਆਂ, ਟਾਇਰ ਵੀ ਫਿਰ ਕਿਹੜੇ ਹੈਵੀ ਵਹੀਕਲਸ ਦੇ, ਗੁੱਡਰਿਚ, ਮਿਸ਼ਲਿਨ, ਗੁੱਡ ਏਅਰ, ਏਓਲਸ ਵਰਗੀਆਂ ਕੰਪਨੀਆਂ ਦੇ ਟਾਇਰ ਸਭ ਤੋਂ ਘੱਟ ਪ੍ਰਾਈਸ ਤੇ ਇੰਸਟਾਲ ਕਰਵਾਉਣ ਲਈ ਕਰਮਨ ਟਰੱਕ ਟਾਇਰ ਸੈਂਟਰ 9054591000 ਰਦਰਫੋਰਡ ਗਲਿਡਨ ਦੇ ਇਲਾਕੇ 'ਚ ਤੁਹਾਡੇ ਲਈ ਹਾਜ਼ਰ ਨੇ। ਜਰਨੈਲ ਹੋਰੀ ਪਿਛਲੇ ਹੁਣ ਲੰਮੇ ਸਮੇਂ ਤੋਂ ਬਹੁਤ ਵਧੀਆ ਟੀਮ, ਮੰਡੇ ਟੂ ਸੰਡੇ 9054591000। ਅੰਮ੍ਰਿਤਸਰੀ ਢਾਬੇ ਤੇ ਵੀ ਤੁਹਾਨੂੰ ਰੌਣਕ ਮਿਲੇਗੀ ਜਦੋਂ ਜਾਓਗੇ। ਮੋਨੂ ਵਾਲੀਆ ਹੋਰਾਂ ਨੇ, ਕਿਉਂਕਿ ਆਪ ਵੀ ਅੰਮ੍ਰਿਤਸਰ ਤੋਂ ਹੀ ਨੇ, ਤੇ ਅੰਮ੍ਰਿਤਸਰੀ ਢਾਬਾ ਇਹਨਾਂ ਨੇ ਤੁਹਾਡੇ ਲਈ ਖੋਲ੍ਹਿਆ ਹੈ। ਵੈਸੇ 3-4 ਇਹਨਾਂ ਦੇ ਰੈਸਟੋਰੈਂਟ ਜਿਹੜੇ ਪਹਿਲਾਂ ਹੀ ਬੜੇ ਕਾਮਯਾਬੀ ਨਾਲ ਚੱਲ ਰਹੇ ਸੀ, ਪਰ ਅੰਮ੍ਰਿਤਸਰੀ ਢਾਬੇ ਦਾ ਮਤਲਬ ਢਾਬੇ ਵਰਗਾ ਸਵਾਦ ਮਿਲੇਗਾ, ਮਾਹੌਲ ਮਿਲੇਗਾ, ਅੰਮ੍ਰਿਤਸਰ ਦੇ ਉਹ ਖਾਣੇ। 9054542888 ਤੇ ਫੋਨ ਕਰ ਲਓ, ਕੋਈ ਜਾਣਕਾਰੀ ਚਾਹੀਦੀ ਹੈ। ਇਹ 12 ਵਜੇ ਖੁੱਲ੍ਹ ਕੇ ਰਾਤ ਦੇ 2 ਵਜੇ ਤੱਕ ਤੁਹਾਡੇ ਵਾਸਤੇ ਹਾਜ਼ਰ ਨੇ। 9054542888। ਫਰੰਟੀਅਰ ਹੈਰੀਟੇਜ ਹਾਜ਼ਰ ਨੇ ਕੈਨੇਡੀ ਔਰ ਡੀਨ ਤੇ। ਇਹ ਵੀ ਫਿਰ ਪਰਿਵਾਰ ਫਗਵਾੜੇ ਤੋਂ ਬਹੁਤ ਵੱਡਾ ਪਰਿਵਾਰ, ਬੜਾ ਵੱਡਾ ਕਾਰੋਬਾਰ, ਕੱਪੜਿਆਂ ਦੇ ਫੀਲਡ ਦੇ ਵਿੱਚ ਬੜਾ ਵੱਡਾ ਨਾਮ ਫਰੰਟੀਅਰ ਹੈਰੀਟੇਜ। ਫਗਵਾੜੇ ਤੋਂ ਬਾਅਦ ਫਿਰ ਦਿੱਲੀ, ਦਿੱਲੀ ਤੋਂ ਬਾਅਦ ਫਿਰ ਲਾਸ ਐਂਜਲਸ ਤੇ ਬਰੈਂਪਟਨ ਤੱਕ ਕਈ ਬ੍ਰਾਂਚਿਸ। ਸ਼ੇਰਵਾਨੀਆਂ, ਲਹਿੰਗੇ, ਹਰ ਤਰ੍ਹਾਂ ਦੇ ਡਿਜ਼ਾਈਨਰ, ਹਰ ਵਿਅਕਤੀ ਲਈ ਘਰ ਦੇ ਵਿੱਚ ਕੋਈ ਨਾ ਕੋਈ ਕੱਪੜਾ ਮਿਲੇਗਾ, ਸੂਟ, ਸਾੜੀਆਂ, ਬੱਚਿਆਂ ਲਈ ਕੱਪੜੇ, ਹਰ ਇੱਕ ਲਈ। ਤੇ ਤੁਸੀਂ ਆ ਜਾਓ। 905796900600 ਤੇ ਫੋਨ ਕਰੋ। ਲਲਿਤ ਅਰੋੜਾ ਹੋਰਾਂ ਨਾਲ, ਟੀਮ ਦੇ ਕਿਸੇ ਮੈਂਬਰ ਨਾਲ ਉੱਥੇ ਗੱਲ ਕਰਨੀ ਹੈ, ਪ੍ਰਵਾਸੀ ਦਾ ਹਵਾਲਾ ਦੇਣਾ ਹੈ, ਮਿਲੇਗਾ ਜ਼ਰੂਰ ਵਧੀਆ ਡਿਸਕਾਊਂਟ। ਰੈਕਸਲ ਹੁਣਾਈ ਦੀ ਗੱਲ ਕਰੀਏ, 647-780-3725 ਨੰਬਰ ਹੈ, ਔਰ ਇਹ ਡੀਲਰਸ਼ਿਪ ਹੈ ਨਵ ਭਾਟੀਆ ਹੋਰਾਂ ਦੀ, ਜਿਨ੍ਹਾਂ ਦਾ ਵਾਅਦਾ ਹੈ ਕਿ ਜੋ ਪ੍ਰਾਈਸ ਤੁਹਾਨੂੰ ਹੁੰਡਈ ਦੀ ਗੱਡੀ ਦੀ ਇੱਥੋਂ ਮਿਲੇਗੀ, ਕਿਤੋਂ ਵੀ ਟੋਰਾਂਟੋ ਚੋਂ, GTA ਚੋਂ ਨਹੀਂ ਮਿਲੇਗੀ। ਅਜਮਾ ਕੇ ਦੇਖ ਲੈਣਾ, ਪ੍ਰਾਈਸ ਚੈੱਕ ਕਰ ਲੈਣਾ। ਗੱਡੀ ਹੁੰਡਈ ਦੀ ਕੋਈ ਵੀ ਲੈਣੀ ਹੈ, ਐਲੈਂਟਰਾ ਲੈਣੀ ਹੈ, ਸੋਨੈਟਾ ਲੈਣੀ ਹੈ, ਜਿਹੜੀ ਵੀ ਗੱਡੀ ਪਸੰਦ ਹੈ ਤੁਹਾਨੂੰ, SUV ਪਸੰਦ ਹੈ, ਕਾਰ ਪਸੰਦ ਹੈ, ਨੰਬਰ ਹੈ 6477803725। ਇਹ ਨੰਬਰ ਜਗਮੀਤ ਹੋਰਾਂ ਦਾ ਹੈ, ਜਿਹੜੇ ਇਹਨਾਂ ਦੇ ਜਰਨਲ ਸੇਲਜ਼ ਮੈਨੇਜਰ ਨੇ ਰੈਕਸਲ ਹੁੰਡਈ ਤੇ। 6477803725। ਗੱਡੀ ਲੈਣ ਤੋਂ ਬਾਅਦ ਅਗਲਾ ਕੰਮ ਫਿਰ ਗੱਡੀ ਦੀ ਇੰਸ਼ੋਰੈਂਸ ਦਾ ਉਹ ਕਰਦੇ ਆ ਫਿਰ ਬਲਰਾਜ ਸਿੱਧੂ 25 ਤੋਂ 30% ਡਿਸਕਾਊਂਟ ਦੇ ਨਾਲ। ਬਲਰਾਜ ਦਾ ਵਾਅਦਾ ਹੈ ਕਿ ਤੁਹਾਨੂੰ ਇਹ ਨਾ ਸਿਰਫ ਆਟੋ, ਹੋਮ, ਬਲਕਿ ਇੱਕੋ ਹੀ ਛੱਤ ਥੱਲੇ ਫਲੀਟ, ਕਮਰਸ਼ੀਅਲ, ਲਾਇਬਿਲਿਟੀ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ, ਲਾਈਫ ਇੰਸ਼ੋਰੈਂਸ ਸਭ ਦੇ ਪਲਾਨ ਪੇਸ਼ ਕਰਦੇ ਆ ਬੈਸਟ ਪ੍ਰੀਮੀਅਮ ਤੇ। 416-659-1581, 26 ਸਾਲ ਤੋਂ ਲਗਾਤਾਰ। ਨਾਨਕ ਕਾਰ ਵਾਸ਼ ਦੀਆਂ ਵੀ ਹੁਣ 3 ਲੋਕੇਸ਼ਨਾਂ ਹੋ ਗਈਆਂ, ਟੌਰਬਮ, ਕਲਾਰਕ, ਐਰਨਸ ਕਲਿਫ। ਇਹਦੇ ਨਾਲ ਨਾਲ ਤੁਸੀਂ ਦੇਖੋ ਇਹਨਾਂ ਦੀ ਜਿਹੜੀ ਬਹੁਤ ਸ਼ਾਨਦਾਰ ਲੋਕੇਸ਼ਨ ਵੈਸਟਮੋਰ ਤੇ ਫਿੰਚ ਤੇ ਸ਼ੈਪਰਡ ਤੇ ਤੀਜੀ 599 ਚ ਐਕਸਪ੍ਰੈਸ ਕਾਰ ਵਾਸ਼ ਕਰਦੇ ਆ। ਜੇ ਕੋਡ ਜਨਰੇਟ ਕਰ ਲੋਗੇ ਇਹਨਾਂ ਦਾ ਐਪ ਡਾਊਨਲੋਡ ਕਰਕੇ ਤੇ ਵਾਰੀ ਛੇਤੀ ਆ ਜਾਏਗੀ। 6477038515 647-703-8515। ਲੋਨ ਕਿਤੋਂ ਨਹੀਂ ਮਿਲ ਰਿਹਾ ਟਰੱਕ ਦਾ, ਲੈ ਕੇ ਦੇਣਗੇ ਜਸ ਪੁੱਲਰ। ਤੁਹਾਡੇ ਕੋਲ ਕੋਈ ਗ੍ਰੈਵਲ ਟਰੱਕ ਹੈ, ਹੋਰ ਫਲੀਟ 'ਚ ਵਾਧਾ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕਿਸੇ ਤਰ੍ਹਾਂ ਦੀ ਫਸਟ ਮੌਰਗੇਜ ਲੈਣੀ ਹੋਵੇ, ਉਹ ਲੈ ਕੇ ਦੇਣਗੇ ਜਸ ਪੁੱਲਰ, ਕਿਉਂਕਿ ਬਹੁਤ ਵੱਡੇ ਵੱਡੇ ਫਾਈਨੈਂਸਰਸ, ਕ੍ਰੈਡੀਟਰਸ ਇਹਨਾਂ ਦੇ ਨਾਲ, ਲੈਂਡਰ ਜਿਹੜੇ ਆ ਉਹ ਇਹਨਾਂ ਨਾਲ ਮਿਲ ਕੇ ਕੰਮ ਕਰਦੇ ਆ। 416-732-2611 ਤੁਹਾਨੂੰ ਸੈਕੰਡ ਮੌਰਗੇਜ ਵੀ ਬੈਸਟ ਇੰਟਰਸਟ ਰੇਟ ਤੇ ਲੈ ਕੇ ਦੇਣਗੇ। 4167322611। ਆਪਣੇ 15 ਸਾਲ ਦੇ ਤਜਰਬੇ ਦੇ ਨਾਲ ਬੜੀ ਸ਼ਾਨਦਾਰ ਕੰਪਨੀ ਰਨ ਕਰ ਰਿਹਾ ਟਰੱਕਿੰਗ ਦੀ, ਨਿਫਟੀ ਫਰੇਟ ਕੈਰੀਅਰਸ, ਰਾਜ ਹੋਰੀ। 9057907680 ਰਾਜ ਦਾ ਨੰਬਰ ਹੈ, ਔਰ 60 ਸੈਂਟ ਪਰ ਮਾਈਲ ਦੇ ਰਹੇ ਆ ਸਿੰਗਲ ਡਰਾਈਵਰ ਨੂੰ। ਡਿਸਪੈਚ ਦੀਆਂ ਸੇਵਾਵਾਂ ਵੀ ਪੇਸ਼ ਕਰਦੇ ਆ, ਔਰ ਸਮੇਂ ਸਿਰ ਮਿਲਣਗੇ ਪੈਸੇ, ਜੋ ਕਹਿਣਗੇ ਉਹੀ ਪੇ ਕਰਨਗੇ ਸਮੇਂ ਸਿਰ ਉਹ ਵੀ।
कनाडा ईस्ट कोस्ट, यूएस मिड वेस्ट, बहुत सारे रन्स अवेलेबल है। निफ्टी फ्रेट कैरियर्स 9057907680। अजकल ड्राइवर की काफ़ी लोड़ है, तो तुसी नंबर नोट कर लो इन्हां दा और जरूर इन्हां नाल गलबात तुसी करनी है। अज दे नंबर भी तुहानूं दसांगा। मेरे कोल पूरी रिपोर्ट है कोरोना वायरस की, सारे संसार भर च की सिचुएशन है। जो हुण मैं तुहानूं चोणवीआं खबरां सुणावांगा, पहलां उहदे च जानकारी देवांगा। भारत दे विच बड़ी वड्डी किल्लत आ रही है ऑक्सीजन के सिलेंडरां की, ये भी तुहानूं जानकारी देनी है। जिथे गल है इस वेले ट्रैफिक की, मेरे को कोई भी ट्रैफिक की जानकारी नहीं है, क्योंकि मैं देख रहा नॉर्मल ट्रैफिक है सारे मेजर हाईवेज उत्ते। 401 ईस्ट बाउंड 410 तो लैके 404 तक 17 मिनट लगते हैं, इस वेले 19 मिनट लग रहे हैं, सिर्फ 4 मिनट की डिले है। इस तो इलावा तुहाडे कोल कोई होर खबर होवे तो प्लीज़ मैनू अपडेट करो। 9054614000 साडा फोन नंबर है। तो लो अज दी चोणवीआं खबरां मैं पेश करांगा, तो फिर तुहानूं अज चंडीगढ़ लैके चलांगे। जो उस तो बाद मनजिंदर सिंह सिरसा होरां नाल गलबात करावांगे। दिल्ली च ने अकाली दल के लीडर ने, लेकिन बड़ा वधिया काम कर रहे हैं। मैं उन्होंने बहुत फॉलो करता रहना। कई मुद्दे ऐसे हैं जिहड़े कोई नहीं उठा रहा, वो मनजिंदर सिंह सिरसा होरी उठा रहे हैं और बड़ी ईमानदारी नाल, बड़ी नेक नीति नाल अपना काम करते हैं। तो बेशक अकाली दल बादल दे नाल ने, जिन्हां दा कोई बहुत ही वधिया अकाली दल बादल दी रैपूटेशन नहीं, आपां सारे जानते हैं, उन्हां दे कारनामिਆਂ ਨੂੰ आपां सारे जानते हैं। पर अकाली दल बादल च रह के मनजिंदर सिंह सिरसा वर्गे लोग सिख पंथ के लिए बहुत अच्छा काम कर रहे हैं। तुहानूं याद होएगा जिहड़े अफगानिस्तान तो परिवार आए है, उन्होंने दिल्ली दे विच इस वेले ना सिर्फ रहन नूं जगह मिली है, एयर कंडीशन कमरे मिले है ਵੱਖ-ਵੱਖ गुरु घरां दे विच, होर ते होर रोटी पानी बच्चों का उन्हों का सेहत संभाल का सारा इंतजाम वो कर रहे हैं। सेफ एंड साउंड उन्होंने ये लोग कढ़ के लैके आए है। गुरु ग्रंथ साहब के स्वरूप उन्होंने गुरुद्वारियां चों बड़ी साਂਭ संभाल नाल लैंदे गए हैं, क्योंकि उत्थे जो देख रेख करने वाला कोई नहीं तो बेअदबी हो सकती है। तो मनजिंदर सिंह सिरसा ने बड़े अच्छे काम किए हैं। उन्होंने जान तो मारन की धमकी आई है पाकिस्तान तो, इस करके अज उन्होंने मैं गलबात करनी है। क्यों धमकी आई है, की है मामला, सारी जानकारी उन्होंने पुलिस को कंप्लेंट भी वैसे दर्ज करवा दी है, तो उन्होंने भी अज गलबात करांगे। काफ़ी सारे मेहमान पेश करांगे तुहाडे लई ठीक 12 बजे तक। लेकिन आओ कुछ संदेश लैके तुहानूं पहलां असीं अज दीआं चोणवीआं खबरां सुणावांगे, ते फिर उस तो बाद चंडीगढ़ तो खबरां। इंडिया सजावट एंड पूजा हट, अपने घर का हर एक कोना सुंदरता से सजाइए। ट्रांसपोर्ट की दुनिया ਦੇ ਵਿੱਚ ਵੱਖਰੀ ਮਿਸਾਲ ਪੈਦਾ ਕੀਤੀ ਹੈ ਚਾਰਜਰ ਲੌਜਿਸਟਿਕ ਨੇ। ਨਵੇਂ ਟਰੱਕ ਅਤੇ ਟ੍ਰੇਲਰ ਨਾਰਥ ਅਮਰੀਕਾ ਵਿੱਚ 18 ਤੋਂ ਵੀ ਵੱਧ ਲੋਕੇਸ਼ਨ ਤੋਂ ਚੱਲਦੇ ਹਨ। ਵਿਦਨ ਕੈਨੇਡਾ ਟੂ ਯੂਐਸਏ, ਵਿਦਨ ਯੂਐਸਏ ਡੈਡੀਕੇਟ ਲੇਨਸ ਸਾਰਾ ਸਾਲ ਚੱਲਦੀਆਂ ਹਨ। ਮਰਜ਼ੀ ਦੀ ਡਿਸਪੈਚ ਤੇ ਮਰਜ਼ੀ ਦੇ ਮਾਈਲ ਮਿਲਦੇ ਹਨ, ਉਹ ਵੀ ਬੈਸਟ ਰੇਟ ਤੇ। ਇਹਨਾਂ ਵੱਲੋਂ ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਹਨ। ਓਨਰ ਆਪਰੇਟਰ ਟਰੱਕਾਂ ਦੀ ਸਰਵਿਸ ਇਹਨਾਂ ਦੇ ਗਰਾਜ ਦੇ ਵਿੱਚ ਹੀ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਚਾਰਜਰ ਲੌਜਿਸਟਿਕ ਦੇ ਨਾਲ। इंडिया बाजार 1974 ਤੋਂ ਆਪਣੀ ਕਮਿਊਨਿਟੀ ਦਾ ਬਾਕਮਾਲ ਤੇ ਕਾਮਯਾਬ ਗਰੋਸਰੀ ਬਾਜ਼ਾਰ, ਜਿੱਥੋਂ ਤੁਸੀਂ ਕੈਨੇਡੀਅਨ ਜਾਂ ਇੰਡੀਅਨ ਗਰੋਸਰੀ, ਤਾਜ਼ੇ ਫਲ ਫਰੂਟ, ਹਰੀਆਂ ਸਬਜ਼ੀਆਂ ਤੇ ਨਾਨ ਵੈਜ ਆਈਟਮਸ ਵੀ ਲੈ ਸਕਦੇ ਹੋ। ਇੰਨਾ ਹੀ ਨਹੀਂ, ਇੰਡੀਆ ਬਾਜ਼ਾਰ ਵਿੱਚ ਬੈਠ ਕੇ ਖਾਣ ਦਾ ਅਤੇ ਟੇਕ ਆਊਟ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ। 2 locations to serve you: 10405 Kennedy Road North, Brampton, and 2645 Islington Avenue, Etobicoke. 9058401116. India Bazaar, always fresh. ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਬਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ, ਮੀਟ ਅਤੇ ਮਠਿਆਈਆਂ ਲਈ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ। ਹੋਮ ਲਾਈਫ ਲਿਬਰਟੀ ਹੁਣ ਐਂਗਸ ਦੇ ਵਿੱਚ ਖੁੱਲਣ ਜਾ ਰਿਹਾ ਹੈ ਨਵਾਂ ਪਲਾਜ਼ਾ। ਬਰੈਂਪਟਨ ਤੋਂ 45 ਮਿੰਟ ਅਤੇ ਬੈਰੀ ਤੋਂ ਸਿਰਫ 10 ਮਿੰਟ ਦੀ ਦੂਰੀ ਤੇ। ਜੇ ਬਰਾਰ
ਬ੍ਰੋਕਰ ਆਫ ਰੈਕਡ। ਇਹ ਪਲਾਜ਼ਾ ਅਗਲੇ ਸਾਲ ਸਮਰ ਵਿੱਚ ਬਣ ਕੇ ਤਿਆਰ ਹੋ ਜਾਏਗਾ। ਪੇਸ਼ ਕਰੀਏ ਔਰ ਨਾਲ ਦੀ ਨਾਲ ਹੀ ਉਹਨਾਂ ਆਪਣੇ ਸਪਾਂਸਰ ਦੀ ਵੀ ਗੱਲ ਕਰਦੇ ਰਵਾਂਗੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਤੇ ਮੈਂ ਨੰਬਰ ਦੇਵਾਂਗਾ ਸਭ ਤੋਂ ਪਹਿਲਾਂ ਤੁਹਾਨੂੰ। ਫਿਰ ਜੇ ਤੁਸੀਂ ਕਿਸੇ ਤਰ੍ਹਾਂ ਦਾ ਘਰ ਦੇ ਵਿੱਚ ਕੰਮ ਕਰਾਉਣਾ, ਕੰਕਰੀਟ ਦਾ, ਰੈਨੋਵੇਸ਼ਨ ਦਾ, ਅੱਜ ਕੱਲ੍ਹ ਬਾਰਿਸ਼ ਪੈਣੀ ਸ਼ੁਰੂ ਹੋ ਗਈ ਹੈ, ਕਈ ਵਾਰੀ ਬੇਸਮੈਂਟ ਦੀ ਲੀਕੇਜ ਬਹੁਤ ਤੁਹਾਨੂੰ ਤੰਗ ਕਰਦੀ ਹੈ, ਉਸ ਦਾ ਪੱਕਾ ਪਰਮਾਨੈਂਟ ਪ੍ਰਬੰਧ ਲਾਈਫ ਟਾਈਮ ਗਰੰਟੀ ਦੇ ਨਾਲ ਕਰਕੇ ਦਿੰਦੇ ਆ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਹੋਣੀ। BR ਡੋਰਜ਼ ਐਂਡ ਵਿੰਡੋ, ਉਹ ਵੀ ਇਹਨਾਂ ਦੀ ਕੰਪਨੀ ਹੈ। ਬੜੇ ਹੀ ਵਧੀਆ ਕੁਆਲਿਟੀ ਦੇ ਡੋਰਜ਼ ਐਂਡ ਵਿੰਡੋ ਤੁਹਾਡੇ ਲਈ ਬਣਾ ਕੇ ਦੇ ਰਹੇ ਆ ਔਰ ਉਹ ਵੀ ਬੜੀ ਰੀਜ਼ਨੇਬਲ ਪ੍ਰਾਈਸ ਤੇ। ਫ੍ਰੀ ਐਸਟੀਮੇਟ ਲੈਣਾ ਹੋਵੇ ਇਹਨਾਂ ਨੂੰ ਕਾਲ ਕਰ ਲਓ 416 452 4565 416 451 4565। ਇਨਫਿਨਿਟੀ ਰੂਫਿੰਗ ਦੇ ਬਲਜੀਤ ਬਰਾੜ ਦਾ ਵੀ 18 ਸਾਲ ਦਾ ਤਜਰਬਾ। ਮੈਂ ਰੂਫਿੰਗ ਦੇ ਕੰਮਾਂ ਵਾਸਤੇ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਨਾ ਇਹਨਾਂ ਨਾਲ ਗੱਲ ਕਰ ਲਿਆ ਕਰੋ। ਇਹ ਤੁਹਾਨੂੰ ਫ੍ਰੀ ਐਸਟੀਮੇਟ ਦਿੰਦੇ ਆ ਔਰ ਜੋ ਕਹਿਣਗੇ ਉਹੀ ਕੁਆਲਿਟੀ ਦਾ ਕੰਮ ਔਰ ਉਹਨੇ ਹੀ ਠੀਕ ਸਮੇਂ 'ਚ ਕਰਕੇ ਵੀ ਦਿਖਾਣਗੇ। ਐਮਰਜੈਂਸੀ ਲੋਡ ਪੈ ਜਾਵੇ, ਕਿਤੇ ਲੀਕੇਜ ਹੋ ਗਈ ਛੱਤ ਦੇ ਵਿੱਚ, ਸਿੰਗਲ ਰੂਫ, ਫਲੈਟ, ਮੈਟਲ ਰੂਫ ਕੋਈ ਵੀ ਹੋਵੇ, 6472221097 647 222 1097 ਇਹਨਾਂ ਦਾ ਫੋਨ ਨੰਬਰ ਹੈ। ਤੁਸੀਂ ਘਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪੇਂਟਿੰਗ ਦਾ ਕੰਮ ਕਰਵਾਉਣਾ ਹੋਵੇ, ਇੰਟੀਰੀਅਰ ਐਕਸਟੀਰੀਅਰ ਪੇਂਟਿੰਗ ਦੇ ਮਾਹਿਰ ਨੇ ਜਗਪ੍ਰੀਤ ਪਿੰਡਰ। ਸਪਰੇ ਪੇਂਟ ਕਰਵਾਉਣਾ ਹੋਵੇ, ਡਰਾਈ ਵਾਲ ਦੀ ਰਿਪੇਅਰ ਕਰਵਾਉਣੀ ਹੋਵੇ, ਸਟੇਨ ਵਰਕ ਹੋਵੇ, ਸਟੱਕੋ ਰਿਮੂਵਲ ਹੋਵੇ, ਸਾਰੇ ਕੰਮ ਕਰਦੇ ਆ। 905 783 3500 905783 3500 ਇਹਨਾਂ ਦਾ ਫੋਨ ਨੰਬਰ ਹੈ। ਅਮਨ ਡਕਟ ਐਂਡ ਕਾਰਪੈਟ ਕਲੀਨਿੰਗ 416 277 4616 ਅਮਨ ਦਾ ਨੰਬਰ ਹੈ। ਅਮਨ ਦਾ ਹੈ ਲੰਬਾ ਤਜਰਬਾ ਹੁਣ ਕਲੀਨਿੰਗ ਦੇ ਕੰਮਾਂ ਦੇ ਵਿੱਚ। ਡਕਟ ਕਲੀਨਿੰਗ, ਕਾਰਪੈਟ ਕਲੀਨਿੰਗ, ਕਾਰਪੈਟ ਸ਼ੈਂਪੂ ਕਰਵਾਓ, ਸਟੀਮ ਕਰਵਾਓ, ਟਾਈਲਾਂ ਗੰਦੀਆਂ ਹੋ ਗਈਆਂ ਉਹ ਸਾਫ਼ ਕਰਵਾਓ। 416 277 4616 ਤੁਹਾਡਾ ਦਫ਼ਤਰ ਹੋਵੇ, ਘਰ ਹੋਵੇ, ਬੈਂਕਟ ਹਾਲ ਹੋਵੇ, ਪਲਾਜ਼ਾ ਹੋਵੇ, ਹੋਟਲ ਹੋਵੇ, ਮੋਟਲ ਹੋਵੇ, 416 277 4616 ਤੇ ਲਓ ਫਿਰ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਪੇਸ਼ ਕਰਦੇ ਹਾਂ ਤੁਹਾਡੇ ਲਈ ਅਸੀਂ ਅੱਜ ਦੀਆਂ ਚੋਣਵੀਆਂ ਖਬਰਾਂ। ਜੋਸ਼ੀ ਲਾਅ ਆਫਿਸ ਇੱਕ ਪ੍ਰੋਜੈਕਟ ਔਰ ਪ੍ਰੋਗਰਾਮ ਦੇ ਵਿੱਚ ਲਓ ਫਿਰ ਤੁਹਾਡੇ ਲਈ ਅੱਜ ਦੀਆਂ ਚੋਣਵੀਆਂ ਖਬਰਾਂ ਪੇਸ਼ ਕਰੀਏ। ਸਭ ਤੋਂ ਪਹਿਲਾਂ ਤੇ ਅੱਜ ਦੇ ਨੰਬਰ ਆ ਗਏ ਹੈ ਔਰ ਅੱਜ ਦੇ ਨੰਬਰ ਆਇਆ ਜੀ 554। ਕੱਲ ਆਏ ਸੀ ਨੰਬਰ 700। ਕੱਲ ਰੈਕਡ ਬ੍ਰੇਕ ਹੋ ਗਿਆ ਸੀ 24 ਅਪ੍ਰੈਲ ਦਾ ਉਹ ਦਿਨ ਜਦੋਂ 640 ਟੋਟਲ ਕੇਸ ਆਏ ਸੀ। ਉਹ ਮੈਕਸਿਮਮ ਕੇਸ ਸੀ ਸਾਡੇ ਇਸ ਪ੍ਰੋਵਿੰਸ ਦੇ ਵਿੱਚ ਅੱਜ ਤੱਕ ਦੇ। ਜਦੋਂ ਪੀਕ ਤੇ ਸੀ ਕਰੋਨਾ ਵਾਇਰਸ ਉਸ ਵੇਲੇ ਵੀ ਮੈਕਸਿਮਮ ਨੰਬਰ ਆਏ ਸੀ 640। ਉਸ ਰੈਕਡ ਨੂੰ ਵੀ ਕੱਲ ਬ੍ਰੇਕ ਕਰ ਦਿੱਤਾ ਗਿਆ ਜਦੋਂ ਕੱਲ 700 ਕੇਸ ਜਿਹੜੇ ਆ ਉਹ ਆਏ। ਇਹਦੇ ਵਿੱਚੋਂ 344 ਕੇਸ ਜਿਹੜੇ ਆ ਉਹ ਕੱਲੇ ਟੋਰਾਂਟੋ ਚੋਂ ਆਏ ਔਰ 122 ਜਿਹੜੇ ਆ ਉਹ ਪੀ ਰੀਜਨ ਚੋਂ ਆਏ। ਪੀ ਰੀਜਨ ਦਾ ਮਤਲਬ ਜ਼ਿਆਦਾ ਕਰਕੇ ਕੇਸ ਬਰੈਂਪਟਨ ਚੋਂ ਆ ਰਹੇ ਆ, ਮਿਸਾਗਾ ਚੋਂ ਕੇਸ ਕਾਫੀ ਘੱਟ ਆ ਰਹੇ ਆ ਔਰ ਕੈਲਡਨ ਚੋਂ ਵੀ ਕਾਫੀ ਘੱਟ ਆ ਰਹੇ ਆ। ਹਰ ਪਾਸੇ ਕੱਲ ਚਿੰਤਾ ਦਾ ਮਾਹੌਲ ਸੀ, ਚਿੰਤਾ ਦਾ ਆਲਮ ਸੀ ਕਿ ਇੰਨੇ ਜ਼ਿਆਦਾ ਇਹ ਕੇਸ ਕਿਉਂ ਵੱਧ ਰਹੇ ਹੈ। ਔਰ ਉਧਰ ਕਿਊਬੈਕ ਔਰ ਮੌਂਟਰੀਅਲ ਦੇ ਵਿੱਚ ਜਿਹੜੇ ਪ੍ਰੀਮੀਅਰ ਨੇ ਕਿਊਬੈਕ ਦੇ ਉਹਨਾਂ ਨੇ ਰੈੱਡ ਅਲਰਟ ਘੋਸ਼ਿਤ ਕਰ ਦਿੱਤਾ ਹੈ। ਕੇਸ ਉੱਥੇ ਵੀ ਵਧੇ ਹੈ ਪਰ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਲੈ ਲਿਆ ਤੇ ਉਹਨਾਂ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਰੈੱਡ ਅਲਰਟ ਦਾ ਮਤਲਬ ਉੱਥੇ ਹੁਣ ਬਾਰਜ਼, ਰੈਸਟੋਰੈਂਟਸ ਸਭ ਕੁਝ ਮੁਕੰਮਲ ਤੌਰ ਦੇ ਉੱਤੇ 26 ਅਕਤੂਬਰ ਤੱਕ, ਮੇਰੇ ਖਿਆਲ ਜਾਂ 28 ਅਕਤੂਬਰ ਤੱਕ ਉਸ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ। ਆਪਣੇ ਇੱਥੇ ਐਸਾ ਕੋਈ ਫੈਸਲਾ ਨਹੀਂ ਲਿਆ ਗਿਆ ਲੇਕਿਨ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਸਰਕਾਰ ਵੱਲੋਂ ਕਿ ਜੇ ਜ਼ਰੂਰਤ ਪਈ ਤੇ ਸਰਕਾਰ ਡੈਫੀਨੇਟਲੀ ਮੁੜ ਤੋਂ ਰਿਵਰਸ ਗੇਅਰ ਲਗਾ ਸਕਦੀ ਹੈ। ਸਟੇਜ 3 'ਚ ਅਸੀਂ ਹਾਂ ਸਾਰੇ ਇਸ ਵੇਲੇ, ਮੁੜ ਵਾਪਸ ਸਟੇਜ 2 'ਚ ਕੁਝ ਹਿੱਸੇ ਜਾ ਸਕਦੇ ਆ ਜਿੱਥੋਂ ਜ਼ਿਆਦਾ ਕੇਸ ਰਿਪੋਰਟ ਹੋ ਰਿਹਾ ਹੈ। ਔਰ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਅੰਦਰ ਰੈਸਟੋਰੈਂਟ ਦੇ ਵਿੱਚ ਗਿਣਤੀ ਜਿਹੜੀ ਹੈ ਉਸ ਨੂੰ ਘਟਾਇਆ ਜਾਣਾ ਚਾਹੀਦਾ ਹੈ।
ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਟੇਬਲ ਦੇ ਉੱਤੇ ਬਜਾਏ ਕਿ 10 ਲੋਕ ਬੈਠਣ 6 ਦੀ ਇਜਾਜ਼ਤ ਮੈਕਸਿਮਮ ਹੋਣੀ ਚਾਹੀਦੀ ਹੈ। ਔਰ ਇਹ ਵੀ ਇੰਸਟਰਕਸ਼ਨਾਂ ਆ ਸਕਦੀਆਂ ਕਿ ਹਰ ਇੱਕ ਵਿਅਕਤੀ ਜਿਹੜਾ ਹੁਣ ਕਿਸੇ ਰੈਸਟੋਰੈਂਟ 'ਚ ਜਾਏਗਾ, ਰੈਸਟੋਰੈਂਟ ਦੇ ਓਨਰ ਵਾਸਤੇ ਇਹ ਸ਼ਰਤ ਹੋਏਗੀ ਕਿ ਉਹ ਹਰ ਆਏ ਹੋਏ ਵਿਅਕਤੀ ਦਾ ਜਿਹੜਾ ਅੰਦਰ ਬੈਠ ਕੇ ਖਾਣਾ ਖਾ ਰਿਹਾ ਹੈ ਉਸ ਦਾ ਰੈਕਡ ਰੱਖੇ ਆਪਣੇ ਕੋਲ, ਉਹਦਾ ਫੋਨ ਨੰਬਰ, ਉਸ ਦਾ ਨਾਮ, ਉਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਸਾਰੇ ਜਿਹੜੇ ਫੈਸਲੇ ਲਏ ਜਾ ਰਹੇ ਹੈ ਇਸ ਕਰਕੇ ਕਿਉਂਕਿ ਨੰਬਰ ਵੱਧ ਰਹੇ ਹੈ। ਨੰਬਰ ਵਧਾ ਕੌਣ ਰਿਹਾ ਹੈ? ਵਧਾ ਰਿਹਾ ਉਹ ਲੋਕ ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਸਭ ਤੋਂ ਜ਼ਿਆਦਾ ਕੇਸ 60 ਤੋਂ 70% ਉਹਨਾਂ ਦੇ ਵਿੱਚ ਹੀ ਆ ਰਹੇ ਹੈ। ਤਾਂ ਉਹਨਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਸਾਰੀ ਕਮਿਊਨਿਟੀ, ਸਾਰੇ ਲੋਕ ਜਿਹੜੇ ਆ ਉਹ ਭੁਗਤ ਰਹੇ ਹੈ। ਔਰ ਇਸ ਵੇਲੇ ਜੋ ਸਕੂਲਾਂ ਦੇ ਵਿੱਚ ਵੀ ਦੇਖ ਰਹੇ ਹਾਂ, ਜਿੱਥੇ ਸਟਾਫ ਪਹਿਲਾਂ ਜ਼ਿਆਦਾ ਕਰਕੇ ਇਨਫੈਕਟਡ ਹੋ ਰਹੇ ਸੀ, 100 ਤੋਂ ਵੱਧ ਕੇਸ ਆਪਣੇ ਇੱਥੇ GTA ਇਲਾਕੇ ਵਿੱਚ ਆ ਚੁੱਕੇ ਆ ਹੁਣ ਤੱਕ। ਕੱਲ ਪਹਿਲਾ ਮੌਕਾ ਸੀ ਜਦੋਂ ਸਕਾਰਰੋ ਦਾ ਇੱਕ ਸਕੂਲ ਜਿਹੜਾ ਉਸ ਨੂੰ ਸਿਰਫ ਆਊਟਬ੍ਰੇਕ ਹੋਣ ਕਾਰਨ ਬੰਦ ਵੀ ਕਰ ਦਿੱਤਾ ਗਿਆ। ਤੋਂ ontario ਦੇ ਵਿੱਚ ਸਰਕਾਰ ਨੇ ਕਈ ਹੋਰ ਨਵੇਂ ਕਦਮ ਚੁੱਕੇ ਹੈ, ਉਹ ਮੈਂ ਤੁਹਾਨੂੰ ਜਾਣਕਾਰੀ ਨਾਲ ਦੀ ਨਾਲ ਜ਼ਰੂਰ ਦੇਵਾਂਗਾ। ਇਹਦੇ ਨਾਲ ਦੱਸ ਦੇਵਾਂ 200 ਟਿਕਟਾਂ OPP ਨੇ ਇਸ਼ੂ ਕੀਤੀਆਂ ਹੈ ਵਿਸਾਗਾ ਬੀਚ ਵਿੱਚ, ਜਿਹੜਾ ਟਾਊਨ ਹੈ ਵਿਸਾਗਾ ਬੀਚ, ਉੱਥੇ ਕਾਰ ਰੈਲੀ ਹੋਈ। ਕਿਸ ਤਰ੍ਹਾਂ ਲੋਕਾਂ ਨੇ ਹੁੜਦੰਗ ਮਚਾਇਆ ਉੱਥੇ, ਕਿਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਇਹਨਾਂ ਲੋਕਾਂ ਨੇ, ਉਹ ਤੁਹਾਡੇ ਸਾਹਮਣੇ ਹੈ। ਅਸੀਂ ਪ੍ਰਵਾਸੀ TV ਉੱਤੇ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਹੈ, ਕੁਝ ਮੈਂ ਵੀਡੀਓ ਤੁਹਾਨੂੰ ਭੇਜੀਆਂ ਵੀ ਹੈ। 200 ਟਿਕਟਾਂ ਕੱਲ੍ਹ ਜਿਹੜੀਆਂ ਪੁਲਿਸ ਨੇ ਉਹ ਜਾਰੀ ਕੀਤੀਆਂ। ਔਰ ਪ੍ਰੀਮੀਅਰ ਫੋਰਡ ਬਹੁਤ ਜ਼ਿਆਦਾ ਨਾਰਾਜ਼ ਨੇ ਇਸ ਗੱਲ ਤੋਂ, ਐਸੇ ਲੋਕਾਂ ਤੋਂ ਕਿ ਜਿਹੜੇ ਮੁੜ ਕੇ ਇਸ ਵਾਇਰਸ ਨੂੰ ਸਪਰੈਡ ਕਰ ਰਹੇ ਹੈ ਔਰ ਉਸ ਦਾ ਖਮਿਆਜਾ ਸਾਰੀ ਸੁਸਾਇਟੀ ਨੂੰ ਭੁਗਤਣਾ ਪੈ ਰਿਹਾ ਹੈ। ਔਰ ਇੱਧਰ ਬਰੈਂਪਟਨ ਕੋਰਟ ਹਾਊਸ ਦੇ ਵਿੱਚ ਵੀ ਇੱਕ EMPLOYEE ਜਿਹੜਾ ਹੈ ਉਸ ਨੂੰ ਪੋਜ਼ਿਟਿਵ ਪਾਇਆ ਗਿਆ ਹੈ ਔਰ ਹੋ ਸਕਦਾ ਹੈ ਉਸ ਦੇ ਨੇੜਲੇ ਜਿਹੜੇ ਲਾਗੇ ਛਾਗੇ ਵਾਲੇ ਸਾਥੀ ਹੈ ਜਾਂ ਜਿੱਥੇ ਉਹ ਕਿਸ ਕੋਰਟ ਰੂਮ 'ਚੋਂ ਬੈਠਦਾ ਸੀ EMPLOYEE, ਹੋ ਸਕਦਾ ਹੈ ਉਹ ਸਾਰਿਆਂ ਨੂੰ ਕੁਆਰੰਟਾਈਨ ਦੇ ਵਿੱਚ ਭੇਜ ਦਿੱਤਾ ਜਾਵੇ। ਔਰ ਭਾਰਤ ਤੋਂ ਮੇਰੇ ਕੋਲ ਇੱਕ ਬੜੀ ਹੀ ਚਿੰਤਾਜਨਕ ਖਬਰ ਹੈ, ਕਾਫੀ ਲੰਬੀ ਚੌੜੀ ਡਿਟੇਲ ਹੈ ਇਸ ਦੀ। ਮੈਂ ਤੁਹਾਨੂੰ ਮੋਟੇ ਤੌਰ ਤੇ ਦੱਸ ਦਿੰਦਾ ਕਿ ਈਸਟ ਤੇ ਵੈਸਟ ਜਿਹੜਾ ਪਾਰਟ ਹੈ ਭਾਰਤ ਦਾ, ਮੇਨਲੀ ਆਕਸੀਜਨ ਦੇ ਜਿਹੜੇ ਸਿਲੰਡਰ ਹੈ ਉਹਨਾਂ ਦੇ ਜਿਹੜੇ ਪਲਾਂਟ ਹੈ ਉਹ ਇਹਨਾਂ 'ਚ ਹੈ, ਲੇਕਿਨ ਨਾ ਤੇ ਨਾਰਥ ਇੰਡੀਆ ਨਾ ਹੀ ਸੈਂਟਰਲ ਇੰਡੀਆ ਕੋਈ ਵੀ ਆਕਸੀਜਨ ਦੇ ਸਿਲੰਡਰ ਉੱਥੇ ਨਹੀਂ ਹੈ। ਜਿਹੜੀ ਮੰਗ ਸੀ ਆਕਸੀਜਨ ਦੇ ਸਿਲੰਡਰਾਂ ਦੀ ਉਸ ਤੋਂ 5 ਗੁਣਾ ਮੰਗ ਹੁਣ ਵਧੀ ਹੈ। ਲੇਕਿਨ ਪ੍ਰੋਬਲਮ ਇਹ ਹੋ ਰਹੀ ਹੈ ਕਿ ਜਦੋਂ ਇਸ ਵੇਲੇ ਭਾਰਤ ਦੇ ਵਿੱਚ ਲਗਭਗ 1 ਲੱਖ ਕੇਸ ਐਵਰੇਜ ਰੋਜ਼ ਜਿਹੜਾ ਹੈ ਆਉਣਾ ਸ਼ੁਰੂ ਹੋ ਗਿਆ ਹੈ, ਐਸੇ ਸਮੇਂ ਦੇ ਵਿੱਚ ਬਹੁਤ ਵੱਡੀ ਚਿੰਤਾ ਪੈਦਾ ਹੋ ਗਈ ਹੈ। ਹਸਪਤਾਲਾਂ ਦੇ ਵਿੱਚ ਆਕਸੀਜਨ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ। ਇੱਕ ਸਮਾਂ ਸੀ ਜਦੋਂ ਭਾਰਤ ਦੇ ਵਿੱਚ ਜਦੋਂ ਨਵਾਂ ਸ਼ੁਰੂਆਤ ਹੋਈ ਹੈ ਕਰੋਨਾ ਵਾਇਰਸ ਦੀ, ਉਸ ਵੇਲੇ ਲਗਭਗ 750 ਟਨ ਆਕਸੀਜਨ ਹਸਪੀਟਲ ਦੇ ਵਿੱਚ ਵਰਤੀ ਜਾ ਰਹੀ ਸੀ। ਹੁਣ ਇਸ ਵੇਲੇ 2800 ਟਨ ਆਕਸੀਜਨ ਪਰ ਡੇ ਜਿਹੜੀ ਹੈ ਉਹ ਕੰਜ਼ਿਊਮ ਹੋ ਰਹੀ ਹੈ। ਹਸਪੀਟਲਾਂ ਦੇ ਵਿੱਚ ਡਾਕਟਰ ਕਹਿ ਰਹੇ ਆ ਕਿ ਉਹਨਾਂ ਕੋਲ 2-3 ਦਿਨ ਤੋਂ ਵੱਧ ਜਿਹੜੀ ਸਪਲਾਈ ਹੈ ਉਹ ਹੈ ਨਹੀਂ। ਜਿਹੜੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਆਲ ਇੰਡੀਆ ਇੰਡਸਟਰੀਅਲ ਗੈਸਿਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ, ਉਹਨਾਂ ਦਾ ਕਹਿਣਾ ਹੈ ਕਿ ਜੋ ਹਾਲਾਤ ਚੱਲ ਰਹੇ ਹੈ ਜੇ ਇਸ ਤਰ੍ਹਾਂ ਹੀ ਚੱਲਦੇ ਰਹੇ ਤੇ ਭਾਰਤ ਦੇ ਵਿੱਚ ਆਕਸੀਜਨ ਖਤਮ ਹੋ ਰਹੀ ਹੈ, ਜਿਹੜੇ ਮਰੀਜ਼ ਹੈ ਉਹਨਾਂ ਨੂੰ ਆਕਸੀਜਨ ਨਾ ਮਿਲੀ ਤੇ ਉਹਨਾਂ ਦਾ ਹਾਲ ਕੀ ਹੋਏਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਉਹਨਾਂ ਦਾ ਇਹ ਵੀ ਦੋਸ਼ ਹੈ ਕਿ ਜਦੋਂ ਭਾਰਤ ਦੇ ਵਿੱਚ ਸਰਕਾਰ ਨੇ ਸ਼ੁਰੂ ਵਿੱਚ ਲਾਕਡਾਊਨ ਕਰ ਦਿੱਤਾ ਸੀ, ਚਾਹੀਦਾ ਸੀ ਉਸ ਵੇਲੇ ਆਕਸੀਜਨ ਦੇ ਸਿਲੰਡਰਾਂ ਨੂੰ ਜਿਹੜੀ ਮਾਤਰਾ ਹੈ ਉਸ ਦੀ ਸਪਲਾਈ ਹੈ ਉਸ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾਂਦਾ, ਪਰ ਮੋਦੀ ਸਾਹਿਬ ਥਾਲੀਆਂ ਖੜਕਾਉਂਦੇ ਰਹੇ, ਤਾਲੀਆਂ ਵਜਾਉਂਦੇ ਰਹੇ, ਕੀਤਾ ਕੁਛ ਨਹੀਂ। ਨਤੀਜਾ ਫਿਰ ਇਹ ਹੈ ਕਿ ਹੁਣ ਨਾ ਤੇ ਬੈੱਡ ਨੇ ਉੱਥੇ, ਨਾ ਹੀ ਉੱਥੇ ਆਕਸੀਜਨ ਦੇ ਸਿਲੰਡਰ ਨੇ, ਨਾ ਹੀ ਵੈਂਟੀਲੇਟਰਸ ਨੇ। ਨੰਬਰ ਹਾਲਤ ਇਹ ਵੱਧ ਗਈ ਹੈ ਕਿ 60 ਲੱਖ ਤੋਂ ਵੱਧ ਲੋਕ ਇਨਫੈਕਟਡ ਹੋ ਚੁੱਕੇ ਹੈ, 1000 ਤੋਂ ਵੱਧ ਲੋਕ ਰੋਜ਼ ਮਰ ਰਹੇ ਹੈ, ਲੱਖ ਤੋਂ ਵੱਧ ਮਰ ਚੁੱਕੇ ਹੈ। ਇਹ ਹੈ ਭਾਰਤ ਦੀ
ਇਸ ਵੇਲੇ ਸਥਿਤੀ, ਤੇ ਭਾਰਤ ਨੰਬਰ 2 ਤੇ ਪਹੁੰਚ ਗਿਆ ਹੈ ਇਸ ਵੇਲੇ ਕਰੋਨਾ ਵਾਇਰਸ ਦੇ ਨੰਬਰਾਂ ਦੀ ਗਿਣਤੀ ਦੀ ਗੱਲ ਕਰੀਏ, ਮੌਤਾਂ ਦੀ ਗਿਣਤੀ ਦੀ ਗੱਲ ਕਰੀਏ, ਤੇ ਹੌਲੀ ਹੌਲੀ ਭਾਰਤ ਸਭ ਨੂੰ ਪਿੱਛੇ ਛੱਡਦਾ ਜਾ ਰਿਹਾ ਹੈ। ਅਮਰੀਕਾ ਦਾ ਰਾਸ਼ਟਰਪਤੀ ਉਧਰ ਡੋਨਲਡ ਟਰੰਪ, ਇਹ 3 ਜਣੇ ਹੈ, ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ, ਡੋਨਲਡ ਟਰੰਪ ਤੇ ਉਧਰ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ। ਇਹ ਤਿੰਨੋਂ ਹੀ ਜਿਹੜੇ ਲੀਡਰ ਨੇ, ਵਿਵਾਦਗ੍ਰਸਤ ਲੀਡਰ ਨੇ, ਤਿੰਨਾਂ ਬਾਰੇ ਕੋਈ ਨਾ ਕੋਈ ਟਿੱਪਣੀਆਂ ਇਹੋ ਜਿਹੀਆਂ ਆਉਂਦੀਆਂ ਰਹਿੰਦੀਆਂ ਕਿ ਇਹ ਤਾਨਾਸ਼ਾਹ ਨੇ, ਆਪਣੀ ਗੱਲ ਕਹੀ ਭਗਵਾਨ ਦੇ ਲਈ ਫਿਰ ਅੜ ਜਾਂਦੇ ਹੈ, ਫਿਰ ਦੂਜੇ ਦੀ ਗੱਲ ਸੁਣਦੇ ਨਹੀਂ। ਮੋਦੀ ਸਾਹਿਬ ਦਾ ਵੀ ਇਹੀ ਹਾਲ ਹੈ, ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਵੀ ਇਹੀ ਹਾਲ ਹੈ। ਪਹਿਲਾਂ ਕਿਹਾ ਜੀ ਮੈਂ ਮਾਸਕ ਪਾਣਾ ਨਹੀਂ, ਜਦੋਂ ਫਿਰ ਆਪ ਇਨਫੈਕਟਡ ਹੋ ਗਿਆ ਤੇ ਫਿਰ ਮਾਸਕ ਪਾਣਾ ਪਿਆ। ਕਈ ਦੇਰ ਤੱਕ ਇਹੀ ਜ਼ਿੱਦ ਕਰਦਾ ਰਿਹਾ ਕਿ ਮੈਂ ਮਾਸਕ ਹੀ ਨਹੀਂ ਪਾਣਾ। ਔਰ ਇਹੀ ਹਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਹੈ। ਡੋਨਲਡ ਟਰੰਪ ਨੇ ਤਾਂ ਖੈਰ ਹੱਦ ਹੀ ਟੱਪ ਦਿੱਤੀ ਹੈ। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ $750 ਸਿਰਫ ਆਪਣਾ ਟੈਕਸ ਪੇ ਕਰਦਾ ਰਿਹਾ ਡੋਨਲਡ ਟਰੰਪ। ਅਮਰੀਕਾ 'ਚ ਬੜਾ ਵੱਡਾ ਸਕੈਂਡਲ ਸਾਹਮਣੇ ਆਇਆ ਹੈ ਕਿ ਡੋਨਲਡ ਟਰੰਪ ਦੇ ਉੱਤੇ $300 ਮਿਲੀਅਨ ਦਾ ਕਰਜ਼ਾ ਹੈ। ਅਮਰੀਕਾ ਦੇ ਲੋਕ ਹੈਰਾਨ ਹੈ ਕਿ ਰਾਸ਼ਟਰਪਤੀ ਨੇ ਇਹ ਦੱਸਿਆ ਕਿਉਂ ਨਹੀਂ ਲੋਕਾਂ ਨੂੰ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਕਿ ਮੇਰੇ ਤੇ $300 ਮਿਲੀਅਨ ਦਾ ਡੈਟ ਹੈ। ਔਰ ਇਹ ਹੁਣ ਪਤਾ ਲਗਾਇਆ ਜਾ ਰਿਹਾ ਕਿ ਕੌਣ ਉਹ ਲੋਕ ਹੈ ਜਿਨ੍ਹਾਂ ਦਾ ਕਰਜ਼ਾ ਰਾਸ਼ਟਰਪਤੀ ਟਰੰਪ ਨੇ ਦੇਣਾ ਹੈ। ਕਈ ਲੋਕਾਂ ਨੂੰ ਇਹ ਖਦਸ਼ਾ ਹੈ ਕਿ ਰਾਸ਼ਟਰਪਤੀ ਟਰੰਪ ਖੁਦ ਸਰਕਾਰ ਨਹੀਂ ਚਲਾ ਰਹੇ, ਜਿਨ੍ਹਾਂ ਲੋਕਾਂ ਦਾ ਉਹਨਾਂ ਨੇ ਕਰਜ਼ਾ ਦੇਣਾ $300 ਦਾ, $300 ਮਿਲੀਅਨ ਦਾ, ਉਹ ਲੋਕ ਅਸਲ ਦੇ ਵਿੱਚ ਪਿੱਛੋਂ ਪਾਲਿਸੀਆਂ ਡਿਕਟੇਟ ਕਰ ਰਹੇ ਹੈ। ਕੱਲ ਨੂੰ ਡਿਬੇਟ ਹੈ, ਅਮਰੀਕਾ ਦੀ ਪਹਿਲੀ ਡਿਬੇਟ 90 ਮਿੰਟ ਦੀ ਡਿਬੇਟ ਹੁੰਦੀ ਹੈ। ਜਿਹੜੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਹੁੰਦੇ ਹੈ ਉਹ ਡਿਬੇਟ ਕਰਦੇ ਹੈ। ਤੇ ਜੋ ਬਾਈਡਨ ਤੇ ਡੋਨਲਡ ਟਰੰਪ ਦੀ ਕੱਲ ਪਹਿਲੀ ਡਿਬੇਟ ਹੋਏਗੀ। ਆਮ ਤੌਰ ਤੇ ਇਸ ਡਿਬੇਟ ਦੇ ਵਿੱਚ ਜਿੱਥੇ ਲੱਖਾਂ ਲੋਕ, ਮਿਲੀਅਨ ਲੋਕ ਉਸ ਨੂੰ ਟੀਵੀ ਤੇ ਦੇਖਦੇ ਹੈ, ਹਜ਼ਾਰਾਂ ਲੋਕ ਉਸ ਹਾਲ 'ਚ ਵੀ ਮੌਜੂਦ ਹੁੰਦੇ ਹੈ ਜਿੱਥੇ ਇਹ ਡਿਬੇਟ ਹੁੰਦੀ ਹੈ। ਪਰ ਕੱਲ ਨੂੰ ਸਿਰਫ 900 ਲੋਕ ਉੱਥੇ ਹਾਜ਼ਰ ਹੋਣਗੇ ਫਿਜ਼ੀਕਲੀ, ਬਾਕੀ ਲੋਕ ਡਿਬੇਟ ਦੇਖਣਗੇ ਟੀਵੀ ਉੱਤੇ। ਬੜੀ ਅਹਿਮ ਡਿਬੇਟ ਹੈ, ਪਹਿਲੀ ਡਿਬੇਟ ਹੈ। तो 2 ਨਵੰਬਰ ਨੂੰ ਇਲੈਕਸ਼ਨ ਹੈ ਅਮਰੀਕਾ ਦੇ ਵਿੱਚ, ਔਰ ਉਸ ਦਿਨ ਫੈਸਲਾ ਅਮਰੀਕਾ ਦੇ ਲੋਕ ਕਰਨਗੇ ਕਿ ਕੀ ਡੋਨਲਡ ਟਰੰਪ ਵਰਗੇ ਬੰਦੇ ਨੂੰ ਰੱਖਣਾ ਹੈ ਕਿ ਤੁਰਦਾ ਕਰਨਾ ਹੈ। ਉਧਰ ਇੰਗਲੈਂਡ ਤੋਂ ਕੱਲ ਰਾਤ ਦੀ ਬ੍ਰੇਕਿੰਗ ਨਿਊਜ਼ ਆਈ ਹੈ ਕਿ ਜਿਹੜੇ ਇਲੈਕਸ਼ਨ ਹੋਏ ਸੀ ਅਮਰੀਕਾ ਦੇ ਵਿੱਚ, ਉਹ ਬੜੀ ਸੋਚੀ ਸਮਝੀ ਇੱਕ ਸਾਜ਼ਿਸ਼ ਦੇ ਤਹਿਤ ਬ੍ਰੇਨ ਵਾਸ਼ ਕੀਤਾ ਗਿਆ ਲੋਕਾਂ ਦਾ ਫੇਸਬੁੱਕ ਰਾਹੀਂ, ਜੋ ਐਡਵਰਟਾਈਜ਼ਮੈਂਟ ਕੀਤੀ ਗਈ, ਜਿਵੇਂ ਜਿਹੜਾ ਲੋਕਾਂ ਨੂੰ ਟਾਰਗੇਟ ਕੀਤਾ ਗਿਆ। ਔਰ ਇਹ ਵੀ ਪਤਾ ਲੱਗਾ ਹੈ ਕਿ 3 ਮਿਲੀਅਨ ਬਲੈਕ ਕਮਿਊਨਿਟੀ ਦੇ ਲੋਕ ਜਿਨ੍ਹਾਂ ਨੂੰ ਵੋਟ ਪਾਉਣ ਦੇ ਲਈ ਮੌਕਾ ਹੀ ਨਹੀਂ ਦਿੱਤਾ ਗਿਆ, ਕਿਵੇਂ ਡਾਇਵਰਟ ਕਰ ਦਿੱਤਾ ਗਿਆ, ਉਹਨਾਂ ਲੋਕਾਂ ਨੂੰ ਵਾਂਝਿਆ ਕਰ ਦਿੱਤਾ ਗਿਆ ਵੋਟ ਪਾਉਣ ਤੋਂ, ਕਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਫੇਸਬੁੱਕ ਰਾਹੀਂ ਇੱਕ ਬੜੀ ਡੂੰਘੀ ਸਾਜ਼ਿਸ਼ ਦੇ ਤਹਿਤ। ਇਹਦਾ ਮਤਲਬ ਇਹੀ ਹੈ ਕਿ ਡੋਨਲਡ ਟਰੰਪ ਦੀ ਜਿਹੜੀ ਇਹ ਚੋਣ ਹੋਈ ਹੈ ਇਹ ਬੜੇ ਵੱਡੇ ਪੱਧਰ ਤੇ ਧਾਂਦਲੀ ਸੀ, ਕਿਉਂਕਿ ਬੜੇ ਲੋਕ ਸੋਚਦੇ ਸੀ ਡੋਨਲਡ ਟਰੰਪ ਨੇ ਜਿੱਤਣਾ ਨਹੀਂ, ਪਰ ਜਦੋਂ ਜਿੱਤ ਗਏ ਸਭ ਨੂੰ ਹੈਰਾਨਗੀ ਹੋਈ। ਉਸ ਦੀਆਂ ਪਰਤਾਂ ਹੁਣ ਖੁੱਲ ਰਹੀਆਂ ਕਿ ਅਸਲ 'ਚ ਉਹ ਫਿਰ ਜਿੱਤੇ ਕਿਵੇਂ ਹੈ। ਕਿ ਪਿੱਛੇ ਰਸ਼ੀਆ ਦੀ ਬੜੀ ਡੂੰਘੀ ਸਾਜ਼ਿਸ਼ ਸੀ, ਕਿ ਰਸ਼ੀਆ ਨੇ ਰਿਗ ਕੀਤਾ ਇਹਨਾਂ ਚੋਣਾਂ ਨੂੰ ਬੜੇ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ। ਇਹ ਬੜੀ ਵੱਡੀ ਡਿਬੇਟ ਹੈ। ਜੁੜੇ ਹੋਏ ਹੋ ਤੁਸੀਂ ਰੇਡੀਓ ਪ੍ਰੋਗਰਾਮ ਪ੍ਰਵਾਸੀ ਦੇ ਨਾਲ। ਔਰ ਬਹੁਤ ਸਾਰੇ ਕੇਸ ਜਿਹੜੇ ਹੈ ਜੀ ਉਹ ਕੈਨੇਡਾ ਦੇ ਦੂਜੇ ਹਿੱਸਿਆਂ ਤੋਂ ਵੀ ਆ ਰਹੇ ਹੈ, ਕੋਈ ਇਕੱਲੇ ਸਿਰਫ ਅੰਟਾਰੀਓ ਤੋਂ ਨਹੀਂ, ਕਿਊਬਿਕ ਤੋਂ ਵੀ ਨਹੀਂ। ਔਰ ਓਵਰਆਲ ਕੈਨੇਡਾ ਦਾ ਜਿਹੜਾ ਇਸ ਵੇਲੇ ਹਾਲ ਹੈ ਕਰੋਨਾ ਵਾਇਰਸ ਨੂੰ ਲੈ ਕੇ, ਜੋ ਸਿਚੁਏਸ਼ਨ ਹੈ ਉਹ ਵੀ ਬੜੀ ਚਿੰਤਾਜਨਕ ਬਣੀ ਹੋਈ ਹੈ। ਪਰ ਦੂਜੇ ਪਾਸੇ ਲਿਬਰਲ ਸਰਕਾਰ ਲਈ, ਜਸਟਿਨ ਟਰੂਡੋ ਦੇ ਲਈ ਇੱਕ ਚੰਗੀ ਖਬਰ ਇਹ ਹੈ ਕਿ 54% ਕੈਨੇਡੀਅਨਸ ਇਹ ਗੱਲ ਮੰਨਦੇ ਹੈ ਕਿ ਸਰਕਾਰ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਪਾਲਿਸੀਜ਼ ਸੀਗੀਆਂ ਇਸ ਕਰੋਨਾ ਵਾਇਰਸ ਦੇ ਸਮੇਂ, ਸਰਕਾਰ ਨੇ ਜਿਹੜੇ ਵੀ ਬੈਨੀਫਿਟ ਲੋਕਾਂ ਨੂੰ ਦਿੱਤੇ ਹੈ ਉਹ ਬਹੁਤ ਹੀ ਵਧੀਆ ਕਾਰਗਰ ਸਾਬਤ ਹੋਏ ਹੈ। ਤੇ 52% ਲੋਕ ਸਰਕਾਰ ਦੀਆਂ ਇਹਨਾਂ ਪਾਲਿਸੀਆਂ ਤੋਂ ਖੁਸ਼ ਵੀ ਨਜ਼ਰ ਆ ਰਹੇ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਵਾਰੀ ਮੁੜ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਜੋ ਕੁਝ ਵੀ ਕਿਸਾਨ ਬਿੱਲ ਲੈ ਕੇ ਉਹ ਆਏ ਹੈ ਇਹ ਕਿਸਾਨਾਂ ਦੇ ਭਲੇ ਵਾਸਤੇ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਬਲੈਕ ਮਨੀ ਹੈ ਉਸ ਨੂੰ ਉਹ ਖਤਮ ਕਰਨਾ ਚਾਹੁੰਦੇ ਆ। ਜਿਨ੍ਹਾਂ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਉਹ ਲੋਕ ਜਾਣਬੁੱਝ ਕੇ ਇਹਦਾ ਵਿਰੋਧ ਕਰ ਰਹੇ ਆ, ਸਿਰਫ ਵਿਰੋਧ ਕਰਨ ਵਾਸਤੇ। ਤਾਂ ਉਹਨਾਂ ਨੇ ਬੜੇ ਸਖਤ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਉਹ ਪਿੱਛੇ ਹਟਣ ਵਾਲੇ ਨਹੀਂ। ਜਿਹੜਾ ਕਿਸਾਨ ਬਿੱਲ ਲੈ ਕੇ ਆਏ ਆ, 3 ਬਿੱਲ ਲੈ ਕੇ ਆਏ ਜਿਹੜੇ, ਇਹ ਹੁਣ ਲਾਗੂ ਹੋ ਚੁੱਕੇ ਆ ਔਰ ਇਹੀ ਲਾਗੂ ਰਹਿਣਗੇ। ਸਰਕਾਰ ਟਸ ਤੋਂ ਮਸ ਨਹੀਂ ਹੋਏਗੀ, ਬਲਕਿ ਉਹਨਾਂ ਦਾ ਦਾਅਵਾ ਹੈ ਕਿ ਕਿਸਾਨਾਂ ਦੇ ਭਲੇ ਦੇ ਵਿੱਚ ਹੈ। ਬਲੈਕ ਮਨੀ ਨੂੰ ਖਤਮ ਕਰਨ ਲਈ ਇਹ ਬਿੱਲ ਨੇ। ਔਰ ਉਹਨਾਂ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ ਕਿ 4 ਦਹਾਕੇ ਜਿਹੜੀ ਪਾਰਟੀ ਨੇ ਰਾਜ ਕੀਤਾ ਭਾਰਤ ਦੇ ਉੱਤੇ, ਉਹ ਪਾਰਟੀ ਅੱਜ ਸਿਰਫ ਔਰ ਸਿਰਫ ਬੁਖਲਾਈ ਹੋਈ ਹੈ। ਉਹਨਾਂ ਕੋਲ ਸੱਤਾ ਨਹੀਂ ਹੈ ਤੇ ਕਿਸਾਨਾਂ ਨੂੰ ਸਿਰਫ ਉਹ ਭੜਕਾ ਰਹੇ ਹੈ। ਇਹਦਾ ਮਤਲਬ ਇਹੀ ਹੈ ਕਿ ਜਿਹੜਾ ਕਿਸਾਨ ਬਿੱਲ ਹੈ, ਜਿਹੜੇ ਫਾਰਮ ਬਿੱਲ ਦੇ ਲੈ ਕੇ ਆਏ ਹੈ, ਇਹਨਾਂ 'ਚ ਕੋਈ ਵੀ ਤਰਮੀਮ ਹੋਣ ਦੀ ਆਸ ਨਜ਼ਰ ਨਹੀਂ ਆ ਰਹੀ, ਕਿਉਂਕਿ ਮੋਦੀ ਸਾਹਿਬ ਇਸ ਤੇ ਹੁਣ ਮੁੜ ਤੋਂ ਵਿਚਾਰ ਕਰਨ ਨੂੰ ਤਿਆਰ ਨਹੀਂ। ਉਧਰ ਕੱਲ ਨੂੰ ਬਾਬਰੀ ਮਸਜਿਦ ਤੋੜੀ ਗਈ ਸੀ ਜਿਹੜੀ, ਉਹਦੀ ਜਜਮੈਂਟ ਆਏਗੀ। ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਇਹ ਜਿਹੜੇ ਸਾਰੇ ਲੀਡਰ ਉਸ ਵੇਲੇ ਸੀ ਪਾਰਟੀ ਦੇ ਜਿਨ੍ਹਾਂ ਨੇ ਇਹ ਬਾਬਰੀ ਮਸਜਿਦ ਤੜਵਾਈ ਸੀ, ਖੁਦ ਉੱਥੇ ਮੌਕੇ ਤੇ ਖੜੇ ਹੋ ਕੇ, ਜਿਨ੍ਹਾਂ ਦੇ ਕੇਸ ਚੱਲ ਰਿਹਾ। ਤੁਸੀਂ ਦੇਖ ਲਓ, ਮੇਰੇ ਖਿਆਲ 92 ਦੀ ਗੱਲ ਹੈ, ਸ਼ਾਇਦ 91-92 ਦੀ ਗੱਲ ਹੈ ਜਦੋਂ ਬਾਬਰੀ ਮਸਜਿਦ ਟੁੱਟੀ ਹੈ, ਤੇ ਲਗਭਗ 29 ਸਾਲ ਹੋ ਗਏ ਹੈ ਤੇ ਹਜੇ ਤੱਕ ਫੈਸਲਾ ਨਹੀਂ ਹੋਇਆ ਇਸ ਕੇਸ ਦਾ। ਹੁਣ ਕੱਲ ਨੂੰ ਲੇਕਿਨ ਜਜਮੈਂਟ ਉਸ ਦੀ ਆ ਰਹੀ ਹੈ। ਉਧਰ ਉਮਾ ਭਾਰਤੀ ਨੂੰ ਵੀ ਹੋ ਗਿਆ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਨਾ ਉਹ, ਤੇ ਮਨੀਸ਼ ਸਿਸੋਦੀਆ ਜਿਹਨਾਂ ਨੂੰ ਡੇਂਗੂ ਵੀ ਹੋ ਗਿਆ ਸੀ, ਕਰੋਨਾ ਵਾਇਰਸ ਵੀ ਹੋ ਗਿਆ ਸੀ, ਦਿੱਲੀ ਦੇ ਉਪ ਮੁੱਖ ਮੰਤਰੀ, ਉਹ ਹੁਣ ਨੈਗੇਟਿਵ ਆਏ ਹੈ ਕਰੋਨਾ ਵਾਇਰਸ ਤੋਂ ਤੇ ਛੁੱਟੀ ਮਿਲ ਗਈ ਉਹਨਾਂ ਨੂੰ ਹਸਪਤਾਲ ਤੋਂ। ਖਬਰਾਂ ਦੀ ਲੰਬੀ ਚੌੜੀ ਲਿਸਟ ਹੈ ਮੇਰੇ ਕੋਲ, ਮੈਂ ਜਿਸ ਤਰ੍ਹਾਂ ਜ਼ਿਕਰ ਕਰ ਹੀ ਰਿਹਾ, ਲੇਕਿਨ ਆਓ ਤੁਹਾਨੂੰ ਹੁਣ ਚੰਡੀਗੜ੍ਹ ਲੈ ਕੇ ਚੱਲਾਂਗੇ। ਪ੍ਰਵਾਸੀ ਦੇ ਆਫਿਸ ਤੋਂ ਪਹਿਲਾਂ ਖਬਰਾਂ ਸੁਣਾ ਦੇਵਾਂਗੇ ਤੇ ਫਿਰ ਉਸ ਤੋਂ ਬਾਅਦ ਲਗਾਤਾਰ ਅਸੀਂ ਕਈ ਮਹਿਮਾਨਾਂ ਨੂੰ ਪੇਸ਼ ਕਰਨਾ। ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ, ਮਨਜਿੰਦਰ ਸਿੰਘ ਸਿਰਸਾ ਸਾਡੇ ਅੱਜ ਮਹਿਮਾਨ ਹੋਣਗੇ। ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਆਈ ਹੈ ਫੋਨ ਰਾਹੀਂ ਪਾਕਿਸਤਾਨ ਤੋਂ। ਕੀ ਮਾਮਲਾ ਹੈ? ਹੋਰ ਵੀ ਬੜੇ ਸਾਰੇ ਇਸ਼ੂ ਤੋਂ ਅਸੀਂ ਡਿਸਕਸ ਕਰਨੇ ਆ। ਕਿਸਾਨ ਬਿੱਲ ਦੀ ਵੀ ਗੱਲ ਕਰਨੀ ਹੈ। ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਕੰਟਰੀਬਿਊਸ਼ਨਸ ਨੇ ਇਸ ਵੇਲੇ ਉੱਥੇ ਦਿੱਲੀ 'ਚ ਰਹਿ ਕੇ ਜੋ ਕੰਮ ਕਰ ਰਹੇ ਹੈ, ਉਹਦੇ ਬਾਰੇ ਮੈਂ ਥੋੜ੍ਹੀ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗਾ। ਲੇਕਿਨ ਆਓ ਕੁਝ ਸੰਦੇਸ਼ ਲੈ ਕੇ ਤੁਹਾਨੂੰ ਅਸੀਂ ਚੰਡੀਗੜ੍ਹ ਤੋਂ ਪ੍ਰਵਾਸੀ ਦੇ ਆਫਿਸ ਤੋਂ ਖਬਰਾਂ ਵੀ ਸੁਣਾਵਾਂਗੇ। ਜੋਸ਼ੀ ਲਾਅ ਆਫਿਸ ਇੱਕ ਭਰੋਸੇਯੋਗ ਲਾਅ ਫਰਮ ਜਿੱਥੇ ਤੁਹਾਡੀ ਕਾਨੂੰਨੀ ਹਰੇਕ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ। ਬਿਜ਼ਨਸ ਲਾਅ, ਰੀਅਲ ਏਸਟੇਟ ਲਾਅ, ਇਮੀਗ੍ਰੇਸ਼ਨ, ਨੋਟਰੀ ਪੇਪਰਵਰਕ, ਐਫੀਡੇਵਿਟ ਤੋਂ ਇਲਾਵਾ ਵਸੀਅਤ ਦੇ ਪੇਪਰਾਂ ਦਾ ਕੰਮ ਵੀ ਜੋਸ਼ੀ ਲਾਅ ਆਫਿਸ ਵਿੱਚ ਕੀਤਾ ਜਾਂਦਾ ਹੈ। ਫੋਨ ਨੰਬਰ 416 213 8600 ਅਤੇ ਐਡਰੈਸ 6921 ਸਟੀਲਜ਼ ਐਵੀਨਿਊ ਵੈਸਟ, ਯੂਨਿਟ ਨੰਬਰ 11, ਇਟੋਬੀਕੋ। ਜੋਸ਼ੀ ਲਾਅ ਆਫਿਸ। ਕੀ ਤੁਸੀਂ ਕਦੇ ਆਪਣੇ ਬੱਚਿਆਂ ਨਾਲ ਆਪਣੀ ਮੌਤ ਬਾਰੇ ਗੱਲ ਕੀਤੀ ਹੈ? ਮੈਂ ਵੀ ਨਹੀਂ ਕੀਤੀ। ਜੇ ਅਸੀਂ ਉਹਨਾਂ ਨੂੰ ਅੱਜ ਦੁਖੀ ਨਹੀਂ ਵੇਖਣਾ ਚਾਹੁੰਦੇ ਤਾਂ ਫਿਰ ਆਪਣੀ ਮੌਤ ਤੋਂ ਬਾਅਦ ਕਿਉਂ? ਇਸੇ ਲਈ ਮੈਂ ਆਪਣੇ ਅੰਤਮ ਸੰਸਕਾਰ ਦੀ ਪਲੈਨਿੰਗ ਹੁਣੇ ਕਰ ਦਿੱਤੀ ਹੈ, ਬਲਕਿ ਪੇਮੈਂਟ ਵੀ ਕਰ ਦਿੱਤੀ ਹੈ। ਲੋਟਸ ਫਿਊਨਰਲ ਹੋਮ ਪੰਜਾਬੀ ਫਿਊਨਰਲ ਡਾਇਰੈਕਟਰ ਵੱਲੋਂ ਚਲਾਇਆ ਜਾਂਦਾ ਪੰਜਾਬੀਆਂ ਦਾ ਆਪਣਾ ਫਿਊਨਰਲ ਹੋਮ, ਜਿੱਥੇ ਵਿਊਇੰਗ ਤੇ ਕ੍ਰਿਮੇਸ਼ਨ ਦੋਨੋਂ ਇੱਕੋ ਥਾਂ ਹੋ ਸਕਦੇ ਨੇ। ਮੈਂ ਆਪਣੇ ਬੱਚਿਆਂ ਨੂੰ ਆਪਣੇ ਜਾਨ ਤੋਂ ਬਾਅਦ ਵੀ ਦੁਖੀ ਨਹੀਂ ਕਰਨਾ ਚਾਹੁੰਦਾ। Superfan with a super deal. Our biggest construction sale is on now. Don't pay for 90 days on all new cars OAC. Your safety is our #1 priority. We have masks and gloves ready for you. We sanitize every hour. We maintain social distancing. Frontline workers receive 2% above invoice pricing on all new cars in stock. Looking for a Hyundai? I'm your guy. Book your appointment today at nabatiashyundai.com. कोई मांगे मीठा, कोई कहे नमकीन, एक बात तो पक्की है कि सब है इसके शौकीन। ये है राजधानी, राजधानी, राजधानी। राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए। मिठाइयाँ ऐसी कि मजा आ जाए। ये है राजधानी, राजधानी, राजधानी। 4 locations in GTA. For info visit rajdhanisweets.ca.
ਰਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-700 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ ਹਾਈਲੀ। ਫਿਰ ਨਾਲ ਦੀ ਨਾਲ ਖਬਰਾਂ ਵੀ ਸੁਣਾਉਂਦੇ ਆ। ਮੈਨੂੰ ਬੜੀ ਖੁਸ਼ੀ ਹੈ ਤੁਹਾਨੂੰ ਇਹ ਗੱਲ ਜਾਣਕਾਰੀ ਦਿੰਦਿਆਂ ਹੋਇਆਂ ਕਿ ਇੱਥੇ ਡਾਕਟਰ ਹਰੀਸ਼ ਵਰਮਾ ਆਯੁਰਵੈਦ ਨੇ ਔਰ ਕੈਨੇਡਾ ਇੰਡੀਆ ਫਾਊਂਡੇਸ਼ਨ, ਸਾਡਾ ਜਿਹੜਾ ਕੌਂਸਲੇਟ ਦਾ ਆਫਿਸ ਹੈ ਇੰਡੀਅਨ ਕੌਂਸਲੇਟ ਦਾ, ਤੇ ਇਹ ਸਾਰੇ ਲੋਕ ਮਿਲ ਕੇ ਇੱਕ ਸੀਰੀਜ਼ ਸ਼ੁਰੂ ਕਰ ਰਹੇ ਹੈ ਆਯੁਰਵੇਦਾ ਦੇ ਉੱਤੇ। ਉੱਥੋਂ ਬੜੇ ਜਿਹੜੇ ਮੰਨੇ ਪਰਮੰਨੇ ਮਹਿਮਾਨ ਵਿਸ਼ੇਸ਼ज्ञ ਆਯੁਰਵੇਦਾ ਦੇ, ਜਿਨ੍ਹਾਂ ਨੇ MD PhD ਔਰ ਲੰਬਾ ਤਜਰਬਾ ਉਹਨਾਂ ਨੇ ਹਾਸਲ ਕੀਤਾ ਇਸ ਫੀਲਡ ਦੇ ਵਿੱਚ। ਭਾਰਤ ਦੀ ਧਰੋਹਰ ਹੈ ਇਹ ਜਿਹੜਾ ਆਯੁਰਵੇਦ ਦਾ ਜਿਹੜੀ ਪੱਧਤੀ ਹੈ, ਉਹਦੇ ਲੈਕਚਰ ਸ਼ੁਰੂ ਹੋਣ ਜਾ ਰਹੇ ਹੈ ਔਰ ਮਹੀਨੇ 'ਚ 2 ਲੈਕਚਰ ਹੋਇਆ ਕਰਨਗੇ ਕਿਸੇ ਨਾ ਕਿਸੇ ਖਾਸ ਟੌਪਿਕ ਦੇ ਉੱਤੇ। ਕੋਈ ਨਾ ਕੋਈ ਖਾਸ ਜਿਹੜੇ ਐਕਸਪਰਟ ਸਪੈਸ਼ਲਿਸਟ ਨੇ ਉਹ ਆਇਆ ਕਰਨਗੇ, ਤੁਹਾਨੂੰ ਉਹਦੀ ਵੀ ਜਾਣਕਾਰੀ ਮਿਲਿਆ ਕਰੇਗੀ। ਤਾਂ ਕੈਨੇਡਾ ਵਰਗਾ ਮੁਲਕ ਜਿੱਥੇ ਹੁਣ ਤੱਕ ਐਲੋਪੈਥੀ ਨੂੰ ਲੋਕ ਜਾਣਦੇ ਸੀ, ਫਿਰ ਹੋਮਿਓਪੈਥੀ ਆਈ, ਫਿਰ ਜਦੋਂ ਚਾਈਨੀਜ਼ ਲੋਕ ਆਏ ਉਹ ਆਪਣੀ ਪੱਧਤੀ ਲੈ ਕੇ ਆਏ, ਭਾਰਤੀ ਲੋਕ ਜਿਹੜੇ ਉਹ ਆਪਣੀ ਪੱਧਤੀ ਲੈ ਕੇ ਆਏ ਆ, ਯੂਨਾਨੀ ਲੋਕ ਆਪਣੀਆਂ ਪੱਧਤੀਆਂ ਲੈ ਕੇ ਆਏ। ਸੋ ਸਮੇਂ ਦੇ ਨਾਲ ਨਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਮੈਡੀਕਲ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪੱਧਤੀਆਂ ਜਿਹੜੀਆਂ ਹੋਂਦ 'ਚ ਆਈਆਂ, ਜਿਨ੍ਹਾਂ ਦੇ ਵਿੱਚ ਤੁਸੀਂ ਦੇਖਦੇ ਹੋ ਹੋਮਿਓਪੈਥੀ ਹੈ, ਉਹ ਵੀ ਆਪਣੇ ਆਪ 'ਤੇ ਇੱਕ ਬੜੀ ਜਿਹੜੀ ਹੈ ਸਫਲ ਪੱਧਤੀ ਹੈ। ਇਹ ਡਿਪੈਂਡ ਕਰਦਾ ਹੈ ਕੌਣ ਡਾਕਟਰ ਹੈ, ਕਿਸ ਤਰ੍ਹਾਂ ਦਾ ਇਲਾਜ ਕਰਦਾ, ਕਿੰਨੀ ਕੁ ਉਹਦੀ ਸਟੱਡੀ ਹੈ, ਕਿੰਨੀ ਕੁ ਉਹਦੀ ਪੜ੍ਹਾਈ ਹੈ, ਲੇਕਿਨ ਸਭ ਦਾ ਆਪੋ ਆਪਣਾ ਇੱਕ ਅਸਰ ਹੈ, ਇਫੈਕਟ ਹੈ। ਤਾਂ ਉਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਰਹਾਂਗੇ। ਲੇਕਿਨ ਵਿਵੇਕ ਚੱਢਾ ਸਾਹਿਬ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਫਟਾਫਟ ਕੁਝ ਸੰਦੇਸ਼ ਨਾਲ ਤੁਹਾਨੂੰ ਦੇ ਦੇਵਾਂ। ਜੇ ਤੁਸੀਂ ਆਪਣੇ ਘਰ ਦੇ ਵਿੱਚ ਵਧੀਆ ਖੂਬਸੂਰਤ ਕਿਚਨ ਲਗਵਾਉਣੀ ਹੈ ਤੇ ਮੈਂ ਤੁਹਾਨੂੰ ਓਮਨੀ ਕਿਚਨ ਕੈਬਨਿਟ ਦਾ ਨੰਬਰ ਦਿੰਦਾ ਹੁੰਨਾ, 416 529 9363 ਹੈ। ਇੱਥੇ ਤੁਸੀਂ ਗੱਲਬਾਤ ਕਰਨੀ ਹੈ ਜਸਵੀਰ ਦੇ ਨਾਲ। ਬਹੁਤ ਹੀ ਸੋਹਣਾ ਬੜਾ ਖੂਬਸੂਰਤ ਕੰਮ ਕਰਦੇ ਆ। ਇਹਨਾਂ ਦਾ ਕੀਤਾ ਹੋਇਆ ਕੰਮ ਪਹਿਲਾਂ ਦੇਖ ਲੈਣਾ, ਫਿਰ ਇਹਨਾਂ ਨੂੰ ਤੁਸੀਂ ਆਰਡਰ ਦੇਣਾ। 18 ਐਡਵਿਕ ਡਰਾਈਵ ਦੇ ਉੱਤੇ ਨੇ, 에ਅਰਪੋਰਟ ਰੋਡ ਔਰ ਵਿਲਨਸ ਪਾਰਕਵੇ ਦੇ ਇਲਾਕੇ 'ਚ। 416 529 9363। ਹਰਪ੍ਰੀਤ ਸੋਮੀ ਕੱਲ ਆਏ ਸੀ ਸਟੂਡੀਓ ਵਿੱਚ, ਤੁਹਾਨੂੰ ਦੱਸ ਕੇ ਗਏ ਹੈ ਕਿ ਸਿਰਫ ਤੁਸੀਂ ਇੰਸ਼ੋਰੈਂਸ ਹੀ ਨਹੀਂ ਲੈਣੀ, ਤੁਸੀਂ ਅਗਰ ਆਪਣੇ ਆਪ ਨੂੰ ਇੰਸ਼ੋਰਡ ਕਰਨਾ ਤੇ ਨਾਲੇ ਸੇਵਿੰਗ ਕਰਨੀ ਹੈ, ਦੋਨੋਂ ਹੀ ਕੰਮ ਹੋ ਜਾਣਗੇ। 65 ਸਾਲ ਦੀ ਉਮਰ ਤੇ ਜਾ ਕੇ ਤੁਹਾਨੂੰ ਜੋ ਵੀ ਤੁਸੀਂ ਇੰਸ਼ੋਰੈਂਸ ਦਿੱਤੀ ਹੋਏਗੀ ਉਹਦੇ ਤੁਹਾਨੂੰ 50% ਪੈਸੇ ਤੁਹਾਨੂੰ ਵਾਪਸ ਵੀ ਆ ਜਾਣੇ ਹੈ। ਤਾਂ ਇੰਸ਼ੋਰੈਂਸ ਦੀ ਇੰਸ਼ੋਰੈਂਸ ਤੇ ਸੇਵਿੰਗ ਦੀ ਸੇਵਿੰਗ। ਬੜੇ ਵਧੀਆ ਵਧੀਆ ਪਲਾਨ ਇਹਨਾਂ ਕੋਲ। 416 358 2545 ਨੰਬਰ ਹੈ। 4163582545 ਔਰ ਬੱਚਿਆਂ ਦੀ RESP ਵਾਸਤੇ ਵੀ ਹਰ ਤਰ੍ਹਾਂ ਦੀ ਇੰਸ਼ੋਰੈਂਸ ਲਈ ਪਲਾਨ ਨੇ। ਹਰਪ੍ਰੀਤ ਸੋਮੀ ਸਿਕਿਉਰ ਲਾਈਫ ਨਾਲ ਕਰਦੇ ਆ ਕੰਮ। ਗ੍ਰੇਟ ਪੰਜਾਬ ਬਿਜ਼ਨਸ ਸੈਂਟਰ 'ਚ ਹੈ ਇਹਨਾਂ ਦਾ ਦਫ਼ਤਰ। 4163582545। ਮਨਹਾਸ ਲਾਇਰ ਦਾ ਵੀ ਦਫ਼ਤਰ ਇਸੇ ਪਲਾਜ਼ੇ 'ਚ ਹੈ। 905 671 9244। ਮੰਨੇ ਪਰਮੰਨੇ ਵਕੀਲ ਨੇ ਮਨਪ੍ਰੀਤ ਮਨਹਾਸ, ਰੁਪਿੰਦਰ ਮਨਹਾਸ, ਪੇਸ਼ ਕਰਦੇ ਆ ਸ਼ਾਨਦਾਰ ਲੀਗਲ ਸੇਵਾਵਾਂ ਤੁਹਾਡੀ ਸੇਵਾ 'ਚ ਹਰ ਤਰ੍ਹਾਂ ਦੀਆਂ। ਇਸ ਟੀਮ ਨੂੰ ਜੁਆਇਨ ਕਰੋ, ਜੁੜੋ ਇਸ ਟੀਮ ਦੇ ਨਾਲ। ਇਹਨਾਂ ਨੂੰ ਲਾਇਰਸ ਵੀ ਕਾਫੀ ਚਾਹੀਦੇ ਆ, ਕਾਫੀ ਸਾਰੇ ਲਾਇਰ ਜੁਆਇਨ ਕਰ ਚੁੱਕੇ ਆ। ਤੁਸੀਂ ਰੁਪਿੰਦਰ ਮਨਹਾਸ ਜਾਂ ਫਿਰ ਮਨਪ੍ਰੀਤ ਮਨਹਾਸ ਨਾਲ ਗੱਲ ਕਰਨੀ ਹੈ। 905 671 9244 ਤੁਹਾਡੇ ਲਈ ਲੀਗਲ ਸੇਵਾਵਾਂ, ਲੀਗਲ ਡਾਕੂਮੈਂਟ ਦੀਆਂ ਸ਼ਾਨਦਾਰ ਸੇਵਾਵਾਂ। ਇਸੇ ਪਲਾਜ਼ੇ ਦੇ ਵਿੱਚ ਫਿਰ ਓਂਕਾਰ ਟਰੈਵਲਸ 905 678 9555। ਤੁਸੀਂ ਇੰਡੀਆ ਜਾਣਾ ਹੈ, ਇੰਡੀਆ ਤੋਂ ਕਿਸੇ ਨੇ ਆਣਾ ਹੈ, ਦੁਬਈ, ਲਾਹੌਰ, ਲੰਡਨ, US 'ਚ ਕਿਤੇ ਜਾਣਾ ਹੈ, ਸਭ ਦੇ ਲਈ ਸਸਤੀਆਂ ਹਵਾਈ ਟਿਕਟਾਂ ਮਿਲਣਗੀਆਂ ਓਂਕਾਰ ਟਰੈਵਲ ਤੋਂ। ਇਸ ਲਈ ਕਿਉਂਕਿ ਸਭ ਤੋਂ ਵੱਡੀਆਂ ਜਿਹੜੀਆਂ ਟਰੈਵਲ ਏਜੰਸੀਜ਼ ਹੈ ਉਹਨਾਂ 'ਚ ਇਹਦਾ ਨਾਮ ਸ਼ਾਮਿਲ ਹੈ ਔਰ ਇਹ ਹੋਲਸੇਲ ਪ੍ਰਾਈਸ ਤੇ ਟਿਕਟਾਂ ਖਰੀਦਦੇ ਆ। 9056789555। ਸਵੇਰੇ ਮੈਨੂੰ ਫੋਨ ਆਇਆ ਸੀ ਅਟਲਾਂਟਿਕ ਇਮੀਗ੍ਰੇਸ਼ਨ ਤੋਂ ਪੂਨੀਆ ਸਾਹਿਬ ਦਾ। ਉਹ ਕਹਿੰਦੇ ਜੀ ਅਸੀਂ ਇੱਕ ਕਾਲਜ ਖਰੀਦ ਲਿਆ, ਇੱਕ ਮੇਰੇ ਖਿਆਲ 'ਚ ਨਿਊ ਬਰਨਸਵਿਕ ਦੇ ਵਿੱਚ ਕਾਲਜ ਹੈ ਔਰ ਇੱਥੇ ਜਿਹੜੇ ਬੱਚੇ ਪੜ੍ਹਨਗੇ ਉਹਨਾਂ ਨੂੰ ਨਾਲ ਦੀ ਨਾਲੇ PR ਵੀ ਲੈ ਕੇ ਦੇਣਗੇ। ਤਾਂ ਬੜਾ ਵੱਡਾ ਇਹਨਾਂ ਨੇ ਇਹ ਉਪਰਾਲਾ ਕੀਤਾ ਹੈ। ਕਾਲਜ ਜਿਹੜਾ ਇਹਨਾਂ ਨੇ ਟੇਕ ਓਵਰ ਕਰ ਲਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਵੀ ਕੋਈ ਅੰਟਾਰੀਓ 'ਚ ਬੱਚੇ ਹੋਣ PR ਜਿਹਨਾਂ ਨੂੰ ਨਹੀਂ ਮਿਲ ਰਹੀ, ਇਹ ਰਾਹ ਦੱਸਣਗੇ, PR ਉਹਨਾਂ ਨੂੰ ਜ਼ਰੂਰ ਲੈ ਕੇ ਦੇਣਗੇ। ਤਾਂ ਜੇ ਤੁਸੀਂ ਕਿਸੇ ਨੂੰ ਵੀ ਐਸੇ ਇੰਟਰਨੈਸ਼ਨਲ ਸਟੂਡੈਂਟ ਨੂੰ ਜਾਣਦੇ ਹੋ ਜਿਸ ਨੂੰ PR ਨਹੀਂ ਮਿਲ ਰਹੀ, ਕਾਲ ਕਰ ਲਓ 905 362 0202। ਮਿਸਟਰ ਵੈਜ ਬੜਾ ਹੀ ਸ਼ਾਨਦਾਰ ਰੈਸਟੋਰੈਂਟ ਹੈ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ 'ਚ। 905 405 8585। ਇੱਕ ਵਾਰੀ ਜਾਓਗੇ ਬਾਰ-ਬਾਰ ਜਾਓਗੇ। ਐਸਾ ਵਧੀਆ ਸਵਾਦਲਾ ਖਾਣਾ ਤੁਹਾਡੇ ਲਈ ਪੇਸ਼ ਕਰਦੇ ਆ ਮਿਸਟਰ ਵੈਜ। ਇਹਨਾਂ ਦਾ ਢੋਕਲਾ, ਇਹਨਾਂ ਦੇ ਸਟਫਡ ਕੁਲਚੇ, ਚੂਰ ਕੁਲਚਾ, ਪਤਾ ਨਹੀਂ ਕਿੰਨੀਆਂ ਕੁ ਆਈਟਮਾਂ ਇਹਨਾਂ ਦੀਆਂ ਸਪੈਸ਼ਲ। ਤੁਸੀਂ ਕੋਈ ਵੀ ਟਰਾਈ ਕਰੋ। 905 405 8585। ਮਾਲਟਨ ਦੇ ਵਿੱਚ ਸ਼ਾਨਦਾਰ ਸੇਵਾਵਾਂ ਲੈ ਕੇ ਮਨੀ ਟ੍ਰਾਂਸਫਰ ਦੀਆਂ ਹਾਜ਼ਰ ਨੇ ਰਾਇਲ ਦੁਬਈ ਫੋਰਨ ਐਕਸਚੇਂਜ ਤੋਂ ਸ਼ਿਵ ਹੋਰੀ। 32 ਸਾਲ ਦੇ ਤਜਰਬੇ ਦੇ ਨਾਲ 35 ਸਾਲ ਹੋ ਗਏ ਰਾਇਲ ਦੁਬਈ ਜੂਲਰਸ ਨੂੰ।
ਤੋ ਨੰਬਰ ਹੈ ਇਹਨਾਂ ਦਾ 416 878 3482। ਕੁਝ ਘੰਟਿਆਂ 'ਚ ਪੈਸੇ ਮੰਗਵਾ ਦਿੰਦੇ ਆ, ਕੁਝ ਘੰਟਿਆਂ 'ਚ ਪੈਸੇ ਤੁਹਾਡੇ ਭੇਜ ਦਿੰਦੇ ਆ। ਰੇਟ ਵੀ ਮਿਲਦਾ ਬੈਸਟ ਪ੍ਰਵਾਸੀ ਦਾ ਹਵਾਲਾ ਦੇਣ ਤੇ। 416 878 3482 ਫੋਨ ਨੰਬਰ ਹੈ। ਤੇ ਮਾਲਟਨ ਦੇ ਵਿੱਚ ਹੀ ਸਾਡਾ ਫਿਰ ਦਫ਼ਤਰ ਹੈ ਹੁਣ, ਡਰਿਊ ਰੋਡ ਦੇ ਉੱਤੇ, ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਬਿਲਕੁਲ ਆਪੋਜ਼ਿਟ, 2975 ਡਰਿਊ ਰੋਡ। ਤੇ ਲੌਫਰ ਸਟੂਡੀਓ ਵਿੱਚ ਹਾਜ਼ਰ ਨੇ ਮਿਸਟਰ ਵਿਵੇਕ ਚੱਡਾ। ਵਿਵੇਕ ਜੀ, ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ। ਥੈਂਕ ਯੂ ਵੈਰੀ ਮਚ ਸਰ ਸੈਣੀ ਸਾਹਿਬ। ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀਗੇ, ਆਪਾਂ ਆਯੁਰਵੇਦ ਬਾਰੇ ਅਵੇਅਰਨੈਸ ਕਰਨਾ ਚਾਹੁੰਦੇ ਹਾਂ। ਸਾਡਾ ਮਤਲਬ ਹੀ ਇਹ ਟਾਕ ਸ਼ੋ ਕਰਨ ਦਾ ਹੁੰਦਾ ਹੈ ਕਿ ਆਪਾਂ ਆਯੁਰਵੇਦ ਬਾਰੇ ਮੋਰ ਅਵੇਅਰਨੈਸ ਕਰ ਸਕੀਏ। ਲੋਕਾਂ ਨੂੰ ਪਤਾ ਹੈਗਾ, ਲੇਕਿਨ ਲੋਕੀ ਹਜੇ ਵੀ ਸਮਝ ਨਹੀਂ ਪਾ ਰਹੇ ਕਿ ਉੱਥੇ ਵੀ ਆਪਾਂ ਠੀਕ ਹੋ ਸਕਦੇ ਹਾਂ, ਉਹ ਕਿਸ ਤਰ੍ਹਾਂ ਹੈਲਪ ਕਰ ਸਕਦਾ ਹੈਗਾ। ਤੇ ਡੈਫੀਨਿਟਲੀ ਇੱਕ ਤਰੀਕਾ ਹੈਗਾ ਤੁਹਾਡੇ ਥਰੂ ਲੋਕਾਂ ਨੂੰ ਡਿਫਰੈਂਟ ਪ੍ਰੋਬਲਮਸ ਬਾਰੇ ਦੱਸਣਾ, ਪ੍ਰੋਬਲਮ ਫੇਸ ਕਰਦੇ ਆ ਉਹਨੂੰ ਕਿਸ ਤਰ੍ਹਾਂ ਆਪਾਂ ਓਵਰਕਮ ਕਰ ਸਕਦੇ ਹੈਗੇ ਆ ਜੀ। ਤੇ ਅੱਜ ਦਾ ਵਿਸ਼ਾ ਕੀ ਹੈ ਸਾਡਾ? ਅੱਜ ਮੈਂ ਥੋੜਾ ਜਿਹਾ ਜਿਹੜੀ ਇੱਕ ਮੇਲ ਪ੍ਰੋਬਲਮ ਹੈਗੀ ਹੈ, ਮੇਨ ਬਹੁਤ ਜ਼ਿਆਦਾ ਕਾਮਨ ਪ੍ਰੋਬਲਮ ਹੈਗੀ ਹੈ ਪੰਜਾਬ ਦੇ ਉੱਪਰ, ਲੋਕਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ, ਕਿ ਪ੍ਰੋਸਟੇਟ ਗਲੈਂਡ ਦੀ ਐਨਲਾਰਜਮੈਂਟ, ਜਿਹਨੂੰ ਕਈ ਲੋਕ BPH ਵੀ ਕਹਿੰਦੇ, ਬਿਨਾਈਨ ਪ੍ਰੋਸਟੈਟਿਕ ਹਾਈਪਰਪਲੇਜ਼ੀਆ ਵੀ ਕਹਿੰਦੇ ਹੈਗੇ ਨੇ, ਨਾਨ ਕੈਂਸਰਸ ਨੂੰ ਆਪਾਂ BPH ਕਹਿੰਦੇ ਹੈਗੇ ਆ। ਤੇ ਜਦੋਂ ਵੀ ਇਹਦਾ ਵੋਲਿਊਮ 30 cc ਤੋਂ ਉੱਪਰ ਹੋ ਜਾਂਦਾ ਤੇ ਆਪਾਂ ਕਹਿੰਦੇ ਸਵੈਲਿੰਗ ਹੋ ਗਈ, ਇਨਫਲੇਮੇਸ਼ਨ ਹੋ ਗਈ। ਇਸ ਕਾਰਨ ਪ੍ਰੈਸ਼ਰ ਪੈਂਦਾ ਹੈਗਾ ਤੇ ਉਹ ਯੂਰੇਥਰਾ ਨੂੰ ਦਬਾ ਦਿੰਦਾ ਹੈਗਾ। ਅੱਛਾ ਜੀ। ਹੁਣ ਉਹਦੇ ਸਿੰਪਟਮ ਕੀ ਹੈਗੇ ਨੇ? ਅਕਸਰ ਲੋਕਾਂ ਨੂੰ ਸਿੰਪਟਮ ਆਉਂਦੇ, ਲੇਕਿਨ ਲੋਕੀ ਸਮਝ ਨਹੀਂ ਪਾਉਂਦੇ, ਡਾਕਟਰ ਕੋਲ ਜਾ ਨਹੀਂ ਪਾਉਂਦੇ, ਜਾਂ ਪਤਾ ਨਹੀਂ ਕਰ ਪਾਉਂਦੇ ਕਿ ਆਪਾਂ ਕਿਸ ਤਰ੍ਹਾਂ ਠੀਕ ਹੋ ਸਕਦੇ ਹਾਂ। ਸਭ ਤੋਂ ਵੱਡਾ ਨਿਸ਼ਾਨੀਆਂ 2-3 ਦੇਣਾ ਚਾਹਾਂਗਾ। ਰਾਤ ਨੂੰ ਬਾਰ-ਬਾਰ ਯੂਰਿਨ ਕਰਨ ਲਈ ਉੱਠਣਾ, ਫ੍ਰੀਕੁਐਂਸੀ ਬਹੁਤ ਜ਼ਿਆਦਾ ਇੰਕਰੀਜ਼ ਹੋ ਜਾਣਾ ਹੈਗਾ। ਫਿਰ ਉਸ ਤੋਂ ਬਾਅਦ ਯੂਰਿਨ ਦੀ ਅਰਜੈਂਸੀ ਹੋਣਾ, ਇੱਕਦਮ ਹੀ ਲੱਗਦਾ ਕਿ ਹੁਣ ਤੁਹਾਨੂੰ ਜਾਣਾ ਹੀ ਪਏਗਾ, ਨਹੀਂ ਤਾਂ ਯੂਰਿਨ ਨਿਕਲ ਸਕਦਾ ਹੈਗਾ। ਉਸ ਤੋਂ ਬਾਅਦ ਯੂਰਿਨ ਦੀ ਸਟਰੀਮ ਜਿਹੜੀ ਹੁੰਦੀ, ਧਾਰ ਹੁੰਦੀ, ਉਹਦਾ ਘੱਟ ਪੈ ਜਾਣਾ, ਸਲੋ ਹੋ ਜਾਣਾ, ਡ੍ਰਿਬਲਿੰਗ ਹੋਣਾ, ਬੂੰਦ ਗਿਰਨਾ, ਇਹ ਚੀਜ਼ਾਂ ਵੀ ਇਹਦੀਆਂ ਨਿਸ਼ਾਨੀਆਂ ਹੈਗੀਆਂ ਜੀ। ਯੂਰਿਨ ਦਾ ਫਲੋ ਬਹੁਤ ਘੱਟ ਜਾਂਦਾ ਹੈਗਾ ਤੇ ਬਾਰ-ਬਾਰ ਇਸ ਕਾਰਨ ਕੀ ਹੁੰਦਾ, ਜਦ ਕਲੀਅਰ ਨਹੀਂ ਹੁੰਦਾ, ਬੰਦਾ ਲੱਗਦਾ ਨਹੀਂ ਪ੍ਰੋਪਰਲੀ ਕਲੀਅਰ ਹੋ ਪਾਇਆ, ਤੇ ਉਹ ਬਾਰ-ਬਾਰ ਫਿਰ ਯੂਰਿਨ ਕਰਨ ਨੂੰ ਜਾਂਦਾ ਹੈਗਾ, ਯੂਰਿਨ ਥੋੜਾ ਜਾਂਦਾ ਤੇ ਕਲੀਅਰ ਨਹੀਂ ਹੁੰਦਾ, ਫਿਰ ਦੁਬਾਰਾ ਫਿਰ ਚਲਾ ਜਾਂਦਾ ਹੈਗਾ। ਇਹ ਚੀਜ਼ਾਂ ਕੀ ਕਰਦੀਆਂ ਹੈਗੀਆਂ, ਤੁਹਾਡੀ ਡੇਲੀ ਲਾਈਫ ਤੇ ਬਹੁਤ ਇਫੈਕਟ ਕਰਦੀਆਂ। ਨਾ ਕੇਵਲ ਉਹ ਬੰਦਾ ਪਰੇਸ਼ਾਨ ਹੋ ਰਿਹਾ ਰਾਤ ਨੂੰ ਜਾਗ ਕੇ, ਉਹਦੇ ਨਾਲ ਹੋਰ ਫੈਮਿਲੀ ਮੈਂਬਰਸ ਵੀ ਪਰੇਸ਼ਾਨ ਹੋ ਰਹੇ ਨੇ, ਉਹਨਾਂ ਨੂੰ ਬਿਨਾਂ ਗੱਲ ਤੋਂ ਪ੍ਰੋਬਲਮ ਸਫਰ ਕਰਨੀ ਪੈ ਰਹੀ ਹੈ, ਕਿਉਂਕਿ ਉੱਠਣਾ ਪੈ ਰਿਹਾ, ਖੜਾਕਾ ਹੁੰਦਾ ਹੈ, ਸਟ੍ਰੈਸ, ਉਹ ਵੀ ਸੋ ਨਹੀਂ ਪਾਉਂਦੇ, ਸਵੇਰੇ ਐਨਰਜੈਟਿਕ ਨਹੀਂ ਹੁੰਦੇ, ਤੇ ਸਾਰੇ ਫੈਮਿਲੀ ਦੀ ਲਾਈਫ ਸਫਰ ਕਰਦੀ ਹੈਗੀ ਹੈ। ਹੁਣ ਜਦੋਂ ਵੀ ਇਹ ਬਲੈਡਰ ਐਮਪਟੀ ਨਹੀਂ ਹੋਏਗਾ, ਇਹਦੇ ਕੀ ਨੁਕਸਾਨ ਹੋ ਸਕਦੇ ਸਾਨੂੰ ਸਮਝਣੇ ਚਾਹੀਦੇ ਹੈਗੇ। ਕੋਈ ਵੀ ਚੀਜ਼ ਅਗਰ ਪਾਣੀ ਭਰਿਆ ਰਹੇਗਾ ਤੇ ਉੱਥੇ ਕਹਿੰਦੇ ਨੇ ਉੱਥੇ ਇਨਫੈਕਸ਼ਨ ਹੋਣ ਦਾ ਖਤਰਾ ਜ਼ਿਆਦਾ। ਬਿਲਕੁਲ। ਉਸ ਤਰ੍ਹਾਂ ਹੀ ਇਨਕੰਟੀਨੈਂਸ ਹੋ ਜਾਂਦੀ ਹੈਗੀ ਹੈ, ਬਲੈਡਰ ਸਟੋਨ ਹੋਣ ਦਾ ਖਤਰਾ ਰਹਿੰਦਾ ਹੈਗਾ। ਜਿਹੜਾ ਇਹਦਾ ਮੇਨ ਫੰਕਸ਼ਨ ਹੁੰਦਾ ਹੈ ਸਾਡੇ ਪ੍ਰੋਸਟੇਟ ਗਲੈਂਡ ਦਾ, ਜਿਹੜਾ ਸੀਮਨ ਨੂੰ ਇੱਕ ਕੰਸਿਸਟੈਂਸੀ ਦੇਣ ਦਾ ਤੇ ਉਹਦੇ ਸਪਰਮਸ ਨੂੰ ਨਰਿਸ਼ਮੈਂਟ ਦੇਣ ਦਾ, ਉਹਦੇ 'ਤੇ ਵੀ ਫਰਕ ਪੈ ਜਾਂਦਾ ਹੈਗਾ, ਉਸ ਹੈਲਥ 'ਤੇ ਵੀ ਫਰਕ ਪੈਂਦਾ ਹੈਗਾ। ਤੇ ਆਯੁਰਵੇਦ ਬੇਸ 'ਚ ਕੀ ਹੈਗਾ, ਆਯੁਰਵੇਦ 'ਚ ਆਪਾਂ ਕਹਿੰਦੇ ਆ ਕਿ ਇਹ ਸ਼ੁਕਰ ਧਾਤੂ ਨੂੰ ਸਪੋਰਟ ਕਰਦਾ ਹੈਗਾ। ਆਯੁਰਵੇਦ 7 ਧਾਤੂਆਂ 'ਚੋਂ ਸ਼ੁਕਰ ਧਾਤੂ ਨੂੰ ਇਹ ਸਪੋਰਟ ਕਰਦਾ ਹੈਗਾ। ਤੇ ਅਪਾਨਵਾਤ ਸਾਡੀ ਜਿਹੜੀ ਵਾਯੂ ਦੀ ਇੱਕ ਟਾਈਪ ਹੈ, ਇਹਨੂੰ ਰੈਗੂਲੇਟ ਕਰਦੀ ਹੈਗੀ ਹੈ। ਤੇ ਜਦੋਂ ਵੀ ਆਪਾਂ ਅਪਾਨਵਾਤ ਦੇ ਰੋਕਾਂਗੇ, ਜਿਸ ਤਰ੍ਹਾਂ ਆਪਾਂ ਵੇਗ ਧਾਰਨ ਕਹਿੰਦੇ ਹਾਂ ਕਿ ਨਹੀਂ ਰੋਕਣਾ ਚਾਹੀਦਾ, ਯੂਰਿਨ ਨੂੰ ਰੋਕਾਂਗੇ ਜਾਂ ਫਲੋ ਨੂੰ ਰੋਕਾਂਗੇ, ਤੇ ਉੱਥੇ ਇਹ ਕਹਿੰਦੇ ਇੰਬੈਲੈਂਸ ਹੋ ਜਾਏਗੀ ਤੇ ਇਹਦੇ 'ਚ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈਗਾ। ਇਹਦੇ 'ਚ ਆਪਾਂ ਫੂਡ ਮੋਡੀਫਾਈ ਕਰਦੇ ਹੈਗੇ ਹਾਂ। ਤੇ ਮੈਂ ਤੇ ਦੱਸਣਾ ਚਾਹਾਂਗਾ, ਕੁੜੀਆਂ ਬਹੁਤ ਸਾਰੀਆਂ ਹਰਬਸ ਦੀਆਂ ਕਾਮਯਾਬ ਹੈਗੀਆਂ ਸੀਗੀਆਂ, ਲੇਕਿਨ ਸਾਡੇ ਕੋਲ ਦਵਾਈ ਹੁਣ ਇੱਥੇ ਇਹ ਕਹਿ ਕੇ ਚੂਰਨ ਇੰਨੇ ਸਾਰੇ ਇਕੱਠੇ ਹੋ ਦੇ ਨਹੀਂ ਸਕਦੇ ਹੈਗੇ ਆ। ਤੇ ਮੈਂ ਇੱਕ ਕੋਸ਼ਿਸ਼ ਕੀਤੀ ਜਿਹਦੇ 'ਚ ਜਿਹੜੀਆਂ ਮੇਨ ਹਰਬਸ ਸੀਗੀਆਂ, ਜਿਹਦੇ ਇੱਕ ਚਨਾਰ ਹੈਗੀ ਹੈ, ਗੁੱਗਲ ਹੈਗੀ ਹੈ ਤੇ ਗੋਕਰੂ ਹੈਗੀ ਹੈ ਆਯੁਰਵੇਦ ਦੀ, ਤੇ ਇੱਕ ਨਾਰਥ ਅਮਰੀਕਨ ਹਰਬ ਹੈ ਉਹ ਸਾ ਪਾਲਮੇਟੋ। ਇਹਨਾਂ ਚਾਰਾਂ ਹਰਬ ਨੂੰ ਬਣਾ ਕੇ ਮੈਂ ਇੱਕ ਕੰਬੀਨੇਸ਼ਨ ਇੱਥੇ ਆਪਣਾ ਬਣਾਇਆ ਹੈਗਾ ਜੀ, ਜਿਹੜਾ ਬੜਾ ਹੀ ਕਾਮਯਾਬ ਰਿਜ਼ਲਟ ਦਿੱਤੇ ਹੈਗੇ ਨੇ। ਤੇ ਕਹਿੰਦੇ ਨੇ ਦਵਾਈ ਅਗਰ ਪ੍ਰੋਪਰਲੀ ਈਜ਼ ਨਾਲ ਲਿੱਤੀ ਨਹੀਂ ਜਾਵੇਗੀ ਤਾਂ ਉਹਦਾ ਇਫੈਕਟ ਕੀ ਆਏਗਾ। ਤੇ ਇਸ ਲਈ ਇਹ ਕੰਬੀਨੇਸ਼ਨ ਨੂੰ ਇੱਕ ਯੂਨੀਕ ਜਿਹਾ ਕੰਬੀਨੇਸ਼ਨ ਬਣਾਇਆ, ਜਿਹਦਾ ਨਾਮ ਵੀ ਮੈਂ ਪ੍ਰੋਸਟੇਟ ਕੇਅਰ ਰੱਖਿਆ ਹੈਗਾ, ਤੇ ਜਿਹਨੂੰ ਮੈਂ ਇਸ ਚੀਜ਼ ਯੂਜ਼ ਕਰਦਾ, ਨਾਲ ਵਾਤ ਪਿੱਤ ਕਫ ਤਿੰਨਾਂ ਚੀਜ਼ਾਂ ਨੂੰ ਬੈਲੈਂਸ ਕਰਦਾ ਹੈਗਾ। ਹੁਣ ਦੋ ਚੀਜ਼ਾਂ ਜ਼ਰੂਰੀ ਹੋਣਗੀਆਂ, ਇੱਕ ਤਾਂ ਪ੍ਰੋਸਟੇਟ ਨੂੰ ਠੀਕ ਕਰਨਾ ਹੈ, ਤੇ ਜਿਸ ਦੋਸ਼ ਦੇ ਕਾਰਨ ਵਾਤ ਪਿੱਤ ਜਾਂ ਕਫ ਕਰਕੇ ਜਿਹੜੇ ਕਾਰਨ ਪ੍ਰੋਬਲਮ ਹੋ ਰਹੀ ਹੈ, ਤਾਂ ਉਹਨੂੰ ਵੀ ਆਪਾਂ ਠੀਕ ਕਰ ਸਕੀਏ। ਤੁਸੀਂ ਦਿਖਾ ਦਿਓ, ਤੁਹਾਨੂੰ ਇਸ ਲਈ ਸਾਡੇ ਦਰਸ਼ਕ ਜਿਹੜੇ ਆ ਉਹ ਦੇਖ ਵੀ ਰਹੇ ਆ। ਹਾਂਜੀ, ਇਹਨਾਂ ਦੀ ਜਿਹੜੀ ਸ਼ੀਸ਼ੀ ਹੈ ਜੀ, ਉਹ ਦੇਖੋ ਨਾਲ ਲੈ ਕੇ ਆਏ ਆ, ਤੇ ਇਹ ਤੁਹਾਨੂੰ ਅਵੇਲੇਬਲ ਹੈ, ਇਹ ਸਟੋਰਾਂ ਤੇ ਅਵੇਲੇਬਲ ਕਿ ਤੁਹਾਡੇ ਕੋਲ ਅਵੇਲੇਬਲ? ਨਹੀਂ, ਹਜੇ ਫਿਲਹਾਲ ਮੇਰੇ ਕੋਲ ਹੈਗੀ, ਲੇਕਿਨ ਜਲਦੀ ਆਪਾਂ, ਕਿਉਂਕਿ ਮੈਂ ਹੁਣ ਪ੍ਰੋਸੈਸ 'ਚ ਹੈਗਾ, ਜਲਦੀ ਹੀ ਅਵੇਲੇਬਲ ਵੀ ਹੋਏਗੀ। ਤੇ ਮਕਸਦ ਇਹ ਹੀ ਹੈਗਾ ਅਵੇਅਰਨੈਸ ਕਰਨ ਦਾ ਕਿ ਆਯੁਰਵੇਦ 'ਚ ਬਹੁਤ ਸਾਰੇ ਤਰੀਕੇ ਨੇ, ਸਾਨੂੰ ਸਿਰਫ ਸਮਝ ਨਹੀਂ ਹੈਗੀ ਜਾਂ ਆਪਾਂ ਉਹਨੂੰ ਪਤਾ ਨਹੀਂ ਕਰ ਪਾਉਂਦੇ, ਉਹਨੂੰ ਲੈ ਨਹੀਂ ਪਾਉਂਦੇ ਹੈਗੇ ਆ। ਤੇ ਇੱਕ ਸਿੰਪਲ ਮੀਡੀਅਮ ਮੈਂ ਦੇ ਰਿਹਾ ਹੈਗਾ, ਕੋਸ਼ਿਸ਼ ਕਰ ਰਿਹਾ ਕਿ ਇੱਕ ਆਥੈਂਟਿਕ ਆਯੁਰਵੈਦਿਕ ਸਲਾਹ ਲਓ ਮੇਰੇ ਕੋਲੋਂ। ਕੁਆਲੀਫਾਈਡ ਆਯੁਰਵੈਦਿਕ ਐਕਸਪਰਟ ਹੈਗਾ
30 ਸਾਲ ਦਾ ਐਕਸਪੀਰੀਅੰਸ ਹੋ ਗਿਆ ਤੇ ਤੁਸੀਂ ਕੁਆਲੀਫਾਈਡ ਇੱਕ ਸਲਾਹ ਵੀ ਲਓ, ਤੇ ਨਾਲ ਅਗਰ ਤੁਹਾਨੂੰ ਕੋਈ ਲੱਗਦਾ ਈਜ਼ ਹੈਗੀ ਹੈ, ਤੁਹਾਨੂੰ ਲੱਗਦਾ ਕਿ ਆਪਾਂ ਥੋੜ੍ਹਾ ਸ਼ਾਈ ਕਰ ਰਹੇ ਹਾਂ, ਕਿਸੇ ਨੂੰ ਭੇਜਣਾ ਹੈਗਾ, ਤੇ ਆਪਾਂ ਈਜ਼ ਨਾਲ ਇੱਕ ਦਵਾਈ ਲੈ ਕੇ ਵੀ ਜਲਦੀ ਹੀ ਠੀਕ ਹੋ ਸਕਦੇ ਹੈਗੇ ਹਾਂ। ਠੀਕ ਹੈ ਜੀ, ਬੜੇ ਸਾਰੇ ਇਹਨਾਂ ਨੇ ਲੱਛਣ ਵੀ ਦੱਸ ਦਿੱਤੇ, ਉਹਦਾ ਇਲਾਜ ਵੀ ਦੱਸ ਦਿੱਤਾ। ਲੱਛਣ ਤੁਹਾਨੂੰ ਹੁਣ ਪਤਾ ਹੋਣੇ ਚਾਹੀਦੇ, ਜੇ ਇਹਨਾਂ 'ਚੋਂ ਕੋਈ ਵੀ ਐਸੇ ਲੱਛਣ ਹੈ ਜਿਹੜੇ ਸਿੰਪਟਮਸ ਹੈ ਜਿਹੜੇ ਤੁਹਾਨੂੰ ਰਿਲੇਟ ਕਰਦੇ ਹੈ, ਤੁਸੀਂ ਮੇਲ ਹੋ, ਔਰ ਅਗਰ ਤੁਹਾਨੂੰ ਇਹਨਾਂ 'ਚੋਂ ਕੋਈ ਵੀ ਐਸੇ ਲੱਛਣ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ। ਔਰ ਡੈਫੀਨੇਟਲੀ ਜਿੰਨਾ ਇਹ ਦਾਵਾ ਕਰ ਰਹੇ ਹੈ ਕਿ ਇਹਨਾਂ ਨੇ ਜਦੋਂ ਦੀ ਇਹ ਦਵਾਈ ਬਣਾਈ ਹੈ ਕਾਫੀ ਇਫੈਕਟਿਵ ਹੈ, ਜਿਹੜੇ ਲੋਕ ਯੂਜ਼ ਕਰ ਰਹੇ ਆ ਉਹਨਾਂ ਨੂੰ ਇਹਦਾ ਕਾਫੀ ਰਿਲੀਫ ਵੀ ਮਿਲ ਰਿਹਾ। ਤੇ ਆਪਣਾ ਨੰਬਰ ਦੇ ਦਿਓ ਵਿਵੇਕ ਜੀ। ਮਾਈ ਨੰਬਰ ਇਜ਼ 647 ਜੀ 518 4477 ਜੀ 647 518 4477 ਹਾਈਵੇ 50 ਐਂਡ ਅਬਨੀਜ਼ਰ ਲੋਕੇਸ਼ਨ ਹੈਗੀ ਹੈ ਮੇਰੀ। ਆਲ ਵੀਕਡੇਜ਼ ਮੈਂ 11 to 5 ਉੱਥੇ ਅਵੇਲੇਬਲ ਹੁੰਦਾ ਹੈਗਾ, ਤੇ ਵੀਕਐਂਡ 'ਤੇ ਅਪਾਇੰਟਮੈਂਟ ਲੈ ਕੇ ਹੀ ਜ਼ਰੂਰ ਮਿਲਣਾ ਚਾਹੀਦਾ। 1-to-1 ਅਪਾਇੰਟਮੈਂਟ ਹੈ, ਧਿਆਨ ਰੱਖ ਕੇ ਮਾਸਕ ਪਾ ਕੇ ਤੇ ਸੈਨੀਟਾਈਜ਼ਰ ਧਿਆਨ ਰੱਖ ਕੇ ਮਿਲਣਾ ਚਾਹੀਦਾ। ਕੀ ਬਾਤ ਹੈ ਜੀ। ਲਓ ਜੀ ਨੰਬਰ ਨੋਟ ਕਰ ਲਓ 6475184477। ਜਿਹੜਾ ਗੋਰ ਐਵਨਿਜ਼ਰ ਦਾ ਇਲਾਕਾ ਹੈ ਉੱਥੇ ਬੈਂਕ ਆਫ ਮੌਂਟਰੀਅਲ ਹੈ, ਹਾਈਵੇ 50 ਤੇ ਤੁਸੀਂ ਦੇਖਦੇ ਹੋ। ਫੂਡ ਬੇਸਿਕ ਬਹੁਤ ਵੱਡਾ ਪਲਾਜ਼ਾ ਹੈ, ਅੱਗੇ ਚੱਲ ਕੇ ਉੱਥੇ ਪੈਟਰੋ ਦਾ ਗੈਸ ਸਟੇਸ਼ਨ ਵੀ ਹੈ। ਉਸੇ ਕੰਪਲੈਕਸ ਦੇ ਵਿੱਚ ਜਿੱਥੇ ਬੈਂਕ ਆਫ ਮੌਂਟਰੀਅਲ ਹੈ ਉਹਦੇ ਬਿਲਕੁਲ ਸਾਹਮਣੇ ਇਹਨਾਂ ਦਾ ਕਲੀਨਿਕ ਹੈ। ਨੰਬਰ ਫਿਰ 6475184477। ਕੱਲਾ ਇਹੀ ਨਹੀਂ, ਇਸ ਤੋਂ ਇਲਾਵਾ ਕੋਈ ਹੋਰ ਬਿਮਾਰੀ ਹੈ ਤੁਸੀਂ ਉਹਦੀ ਵੀ ਇਹਨਾਂ ਨਾਲ ਡਿਸਕਸ਼ਨ ਕਰਨਾ ਚਾਹੁੰਦੇ ਹੋ, ਚਰਚਾ ਕਰਨਾ ਚਾਹੁੰਦੇ ਹੋ, ਤੇ ਇਹ ਤੁਹਾਨੂੰ ਵੈਲਕਮ ਕਰਨਗੇ। ਪਹਿਲਾਂ ਫੋਨ ਤੇ ਗੱਲ ਜ਼ਰੂਰ ਕਰ ਲਓ 6475184477। ਵਿਵੇਕ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ, ਥੈਂਕ ਯੂ ਸੋ ਮਚ। ਔਰ ਅਗਲੇ ਮੰਗਲਵਾਰ ਫਿਰ ਕਰਦੇ ਹਾਂ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਸੋ ਮਚ। ਖਬਰਾਂ ਸੁਣਾਉਣ ਲਈ ਤੁਹਾਨੂੰ ਲੈ ਕੇ ਚੱਲਦੇ ਹਾਂ ਚੰਡੀਗੜ੍ਹ। ਜੱਸੀ ਦੇ ਪਾਪਾ ਤੁਸੀਂ ਅੱਜ ਸਟੋਰ ਤੇ ਨਹੀਂ ਜਾਣਾ? ਕੀ ਕਰਾਂ ਸਟੋਰ ਤੇ ਜਾ ਕੇ, ਕਸਟਮਰ ਤੇ ਕੋਈ ਆਂਦਾ ਨਹੀਂ, ਉਲਟਾ ਲੋਨ ਵਾਲੇ ਇੰਸਟਾਲਮੈਂਟ ਲੈਣ ਆ ਜਾਂਦੇ ਨੇ। ਇੰਨੀ ਮਹਿੰਗੀ ਯੂਨਿਟ ਖਰੀਦ ਕੇ ਵੀ ਕੋਈ ਫਾਇਦਾ ਨਹੀਂ ਹੋਇਆ। ਤੁਹਾਨੂੰ ਤਾਂ ਮੈਂ ਪਹਿਲੇ ਹੀ ਕਿਹਾ ਸੀ, ਰੀਮੈਕਸ 골ਡ ਦੇ ਗੁਲਾਬ ਨਬੀ ਜੀ ਨਾਲ ਗੱਲ ਕਰੋ। ਉਹਨਾਂ ਦੇ ਸ਼ਾਨਦਾਰ ਪਲਾਜ਼ਾ 'ਚ ਸਸਤੇ ਤੇ ਵਧੀਆ ਯੂਨਿਟਸ ਅਵੇਲੇਬਲ ਨੇ, ਉਹ ਵੀ ਸੰਘਣੀ ਆਬਾਦੀ 'ਚ। ਜੀ ਹਾਂ, ਜੇਕਰ ਤੁਸੀਂ ਵੀ ਆਪਣਾ ਬਿਜ਼ਨਸ ਵਧਾਉਣਾ ਚਾਹੁੰਦੇ ਹੋ ਤਾਂ 870 ਕੁਈਨਜ਼ ਰੋਡ ਵੁੱਡਸਟੌਕ ਤੇ ਅਵੇਲੇਬਲ ਯੂਨਿਟਸ ਲਈ ਅੱਜ ਹੀ ਰੀਮੈਕਸ 골ਡ ਦੇ ਗੁਲਾਮ ਨਬੀ ਜੀ ਨਾਲ ਗੱਲ ਕਰੋ 647 853 3924 ਤੇ। Tasty. Did you change the recipe? No. The only thing I've changed is the place where I shop. ਔਰ ਜੇ ਤੁਹਾਨੂੰ ਚਾਹੀਦੀ ਹੈ ਇੰਸ਼ੋਰੈਂਸ ਔਰ ਤੁਸੀਂ 500 700 $1000 ਤੱਕ ਦਾ ਆਪਣਾ ਫਾਇਦਾ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਪ੍ਰਨੀਤ ਗਰੇਵਾਲ ਨਾਲ ਗੱਲਬਾਤ ਕਰਨੀ ਹੈ। ਜਿਹਨਾਂ ਦਾ ਦਾਵਾ ਹੈ ਕਿ ਤੁਹਾਨੂੰ ਕਮ ਸੇ ਕਮ 500 ਤੋਂ 1000 ਦਾ ਬੈਨੀਫਿਟ ਤੁਹਾਡੀ ਆਟੋ ਤੇ ਹੋਮ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਦੇਣਗੇ। ਕਿਸ ਤਰ੍ਹਾਂ ਕਰਵਾਉਣਗੇ ਇਹਨਾਂ ਨੂੰ ਫੋਨ ਕਰੋ, ਫਿਰ ਜਾਣਕਾਰੀ ਲਵੋ। ਇਹਦੇ ਨਾਲ ਇਹ ਪੇਸ਼ ਕਰਦੇ ਸੁਪਰ ਵੀਜ਼ਾ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਲਾਈਫ, ਹਰ ਤਰ੍ਹਾਂ ਦੀ ਇੰਸ਼ੋਰੈਂਸ। 6479200642 ਫੋਨ ਨੰਬਰ ਹੈ। ਔਰ ਸ਼ੇਰਗਿੱਲ ਲਾ ਫਰਮ ਦੀ ਵੀ ਮੈਂ ਗੱਲ ਕਰ ਲਵਾਂ, ਇਹ ਟੌਰਬਮ ਔਰ ਸਟੀਲ ਦੇ ਇੰਟਰਸੈਕਸ਼ਨ ਤੇ ਨੇ। ਬਹੁਤ ਹੀ ਮੰਨੇ ਪ੍ਰਮੰਨੇ ਤਜਰਬੇਕਾਰ ਵਕੀਲ, ਨਾਮ ਹੈ ਇਹਨਾਂ ਦਾ ਪਰਮਜੀਤ ਗਿੱਲ। 905 790 3636 ਪਰਮਜੀਤ ਹੋਰੀ ਸਹੀ ਸਲਾਹ ਦੇਣਗੇ ਔਰ ਜੋ ਕਹਿਣਗੇ ਉਹੀ ਕਰਨਗੇ। ਜੇ ਤੁਹਾਡੀ ਡਿਲੇ ਹੋਣ ਵਾਲੀ ਹੈ ਇੰਸ਼ੋਰੈਂਸ, ਮਾਫ ਕਰਨਾ ਕਲੋਜ਼ਿੰਗ ਕਿਸੇ ਕਾਰਨ ਕਰਕੇ, ਤੇ ਇਹ ਤੁਹਾਨੂੰ ਹੈਲਪ ਕਰ ਦੇਣਗੇ, ਪੈਨਲਟੀ ਤੋਂ ਬਚਾ ਦੇਣਗੇ। ਰੀਜ਼ਨੇਬਲ ਪ੍ਰਾਈਸ ਤੇ ਤੁਹਾਡੀ ਕਲੋਜ਼ਿੰਗ ਕਰ ਦੇਣਗੇ। ਕਮਰਸ਼ੀਅਲ, ਰੈਜ਼ੀਡੈਂਸ਼ੀਅਲ, ਕੋਈ ਬਿਜ਼ਨਸ। ਨੰਬਰ ਹੈ 905 790 3636। ਕੈਨੇਡੀਅਨ ਟੈਕ ਡੋਰ ਐਂਡ ਵਿੰਡੋ ਦਾ ਵੀ ਬੜਾ ਸ਼ਾਨਦਾਰ ਸ਼ੋਰੂਮ ਇੱਥੇ ਹੀ ਹੈ, ਦਲਜੀਤ ਹੋਰਾਂ ਦਾ, ਮੈਲਨੀ ਦੇ ਉੱਤੇ ਹੈ। ਆਓ ਦੇਖੋ, ਮਿਲੋ, ਕੀਤਾ ਹੋਇਆ ਕੰਮ ਦੇਖੋ। ਖਿੜਕੀਆਂ ਦਰਵਾਜ਼ੇ ਲਗਾਉਣ ਦੇ ਨੰਬਰ 1 ਐਕਸਪਰਟ ਨੇ। ਸ਼ੁਰੂਆਤ ਉੱਥੋਂ ਹੋਈ ਸੀ, ਫਿਰ ਇੱਕ ਬੇਸਮੈਂਟਾਂ ਵੀ ਬਣਾਉਣ ਲੱਗ ਪਏ, ਬੜੀ ਦੇਰ ਉਹ ਵੀ ਕੰਮ ਕੀਤਾ, ਬੜਾ ਕਾਮਯਾਬੀ ਦੇ ਨਾਲ। ਹੁਣ ਘਰ ਬਣਾਉਂਦੇ ਆ, ਪੂਰਾ ਬਿਲਡ ਕਰਦੇ ਆ ਘਰ, ਵੱਡੀ ਟੀਮ ਹੈ। 905 673 8000 95673 8000 ਨੰਬਰ ਹੈ। ਮੇਰੇ ਨਾਲ ਦੋ ਸਾਡੇ ਮਹਿਮਾਨ ਲਾਈਨ ਤੇ ਨੇ। ਉਧਰ ਮੇਰੀ ਲਾਈਨ ਵੀ ਮਿਲ ਚੁੱਕੀ ਹੈ ਚੰਡੀਗੜ੍ਹ ਖਬਰਾਂ ਲਈ, ਲੇਕਿਨ ਪਹਿਲਾਂ ਸਿਰਫ 1-2 ਮਿੰਟ ਲਈ ਪੁਰੀ ਸਾਹਿਬ ਨਾਲ ਗੱਲ ਕਰੀਏ। ਜੀ ਪੁਰੀ ਸਾਹਿਬ, ਸਵਾਗਤ ਕਰਦੇ ਹਾਂ ਤੁਹਾਡਾ।
ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਨੀਤੀਪੁਰੀ ਦਾ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਜੀ। ਹੁਣੇ ਚੱਡਾ ਸਾਹਿਬ ਗੱਲ ਕਰ ਰਹੇ ਸੀ BPH ਬਾਰੇ, ਬੈਨਾਈਨ ਪ੍ਰੋਸਟੇਟ ਹਾਈਪਰਟ੍ਰੋਫੀ ਜਾਂ ਹਾਈਪਰਪਲੇਸ਼ੀਆ ਵੀ ਇਹਨੂੰ ਕਿਹਾ ਜਾਂਦਾ ਹੈ ਜੀ। ਤੇ ਮੈਨੂੰ ਆਪਣਾ ਉਹ ਟਾਈਮ ਯਾਦ ਆ ਗਿਆ ਜੀ ਜਦੋਂ ਫਾਰਮਾਸਿਊਟੀਕਲਸ ਦੇ ਨਾਲ ਕੰਮ ਕਰਦੇ ਹੋਏ ਇੰਡੀਆ ਦੇ ਵਿੱਚ ਅਸੀਂ ਇੱਕ ਰਿਸਰਚ ਪ੍ਰੋਡਕਟ ਲਾਂਚ ਕੀਤਾ ਸੀ ਔਰ ਟ੍ਰੇਨਿੰਗ ਸਾਡੀਆਂ ਚੱਲ ਰਹੀਆਂ ਸੀਗੀਆਂ। ਤਾਂ ਉਹਨਾਂ ਟ੍ਰੇਨਿੰਗ ਦੇ ਵਿੱਚ ਜਿਹੜੇ ਇਹਨਾਂ ਦੇ ਸਿੰਪਟਮਸ ਸੀ ਸਾਰਿਆਂ ਦੀ ਗੱਲ ਕੀਤੀ ਜੀ, ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਸਾਡੀ ਅਵੇਅਰਨੈਸ ਵਾਸਤੇ ਡਿਸਕਸ ਕੀਤੇ ਨੇ। ਪਰ ਇੱਕ ਦੋ ਗੱਲਾਂ ਥੋੜ੍ਹੀਆਂ ਜਿਹੀਆਂ ਮੈਂ ਵੀ ਵਿੱਚ ਕੰਟਰੀਬਿਊਟ ਕਰਨਾ ਚਾਹੁੰਦੀ ਹਾਂ ਕਿਉਂਕਿ ਬੇਸਿਕਲੀ ਜਿਹੜੀ ਹੈ ਜੀ ਸੋਸ਼ਲ ਸਰਵਿਸ ਹੀ ਹੈ ਇੱਕ ਤਰ੍ਹਾਂ ਦੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਟੌਪਿਕ ਲੈ ਕੇ ਆਉਂਦੇ ਹੋ। ਜਦੋਂ ਬੈਨਾਈਨ ਪ੍ਰੋਸਟੇਟ ਹਾਈਪਰਟ੍ਰੋਫੀ ਦੀ ਪ੍ਰੋਬਲਮ ਆਉਂਦੀ ਹੈ ਜੀ, ਜਿਹੜਾ ਯੂਰਨ ਖੁੱਲ ਕੇ ਨਹੀਂ ਆਉਂਦਾ ਜਾਂ ਡ੍ਰਿਬਲਿੰਗ ਵਗੈਰਾ ਹੁੰਦੀ ਹੈ, ਉਹਦੇ ਨਾਲ ਬੇਸਿਕਲੀ ਕਾਰਨ ਸਾਡੇ ਦੇ ਰੂਟੀਨ ਜਿਹੜੀ ਸਾਡੀ ਸੋਸ਼ਲ ਲਾਈਫ ਹੈ ਉਹਦੇ ਤੇ ਕੀ ਇੰਪੈਕਟ ਪੈਂਦਾ ਜੀ। ਮੇਰੇ ਦੇ ਦਿਮਾਗ ਦੇ ਵਿੱਚ ਹਮੇਸ਼ਾ ਇਹੀ ਚੱਲਦਾ ਰਹਿੰਦਾ ਵੀ ਮੈਨੂੰ ਯਾਰ ਕਿਤੇ ਵੀ ਯੂਰੀਨੇਸ਼ਨ ਦੀ ਪ੍ਰੋਬਲਮ ਆ ਸਕਦੀ ਜਾਂ ਵਾਸ਼ਰੂਮ ਜਾਣਾ ਪੈ ਸਕਦਾ। ਤੇ ਇਹੋ ਜਿਹੇ ਜਿਹੜੇ ਕੇਸ ਨੇ ਜੀ ਉਹ ਖੁੱਲ ਕੇ ਟਰੈਵਲਿੰਗ ਕਰਨ ਦੇ ਜਾਂ ਲੌਂਗ ਡਰਾਈਵ ਜਿਹੜੀਆਂ ਨੇ, ਲੌਂਗ ਜਰਨੀਜ਼ ਨੇ, ਉਹਨਾਂ ਦੇ ਵਿੱਚ ਹੈਜ਼ੀਟੇਟ ਕਰਨ ਲੱਗ ਜਾਂਦੇ ਨੇ। ਸੋ ਮੇਰੇ ਰਿਕੁਐਸਟ ਨਾਲ ਇਹੋ ਜਿਹੇ ਕੇਸਿਸ ਨੂੰ ਹੈਗੀ ਜ਼ਰੂਰ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਕਿਉਂਕਿ ਜਦੋਂ ਪਿਸ਼ਾਬ ਰੁਕਦਾ ਜੀ ਉਹਦਾ ਕਾਰਨ ਉਹਦੇ ਨਾਲ ਇੱਕ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਜਿਹਨੂੰ ਅਸੀਂ ਰਿਫਲੈਕਸ ਕਹਿੰਦੇ ਹੈਗੇ ਆ। ਜੇ ਪਿਸ਼ਾਬ ਬੈਕ ਫਲੋ ਮਾਰ ਜਾਏ ਜੀ ਕਿਡਨੀ ਦੇ ਉੱਤੇ ਬਹੁਤ ਵੱਡਾ ਇੰਪੈਕਟ ਪਾ ਸਕਦਾ, ਸ਼ਾਇਦ ਕਿਡਨੀ ਫੇਲਰ ਦੇ ਵੀ ਚਾਂਸਸ ਬਣ ਸਕਦੇ ਨੇ। ਚੱਡਾ ਸਾਹਿਬ ਨੇ ਜਿਹੜੀ ਗੱਲ ਕਹੀ, ਜਿਹੜੀਆਂ ਦਵਾਈਆਂ ਦੱਸੀਆਂ ਜੀ, ਬਹੁਤ ਬਹੁਤ ਵਧੀਆ ਗੱਲ ਕਹੀ ਹੈ। ਔਰ ਇੱਕ ਮੇਰੀ ਰਿਕੁਐਸਟ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਵੀ ਹੈਗੀ ਹੈ ਜੀ, ਰੂਟੀਨ ਦੇ ਵਿੱਚ ਜਿਹੜੇ 50+ ਕੇਸਿਸ ਹੈਗੇ ਨੇ ਉਹ ਇੱਕ PSA ਟੈਸਟ ਹੁੰਦਾ ਜਿਹਨੂੰ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਕਹਿੰਦੇ ਨੇ ਜੀ, ਉਹ ਟੈਸਟ ਜ਼ਰੂਰ ਕਰਾਉਂਦੇ ਰਿਹਾ ਕਰੋ ਸਾਲ 2 ਸਾਲ ਬਾਅਦ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਤੁਹਾਡਾ ਜਿਹੜਾ ਪ੍ਰੋਸਟੇਟ ਉਹਦੀ ਹੈਲਥ ਕਿਹੋ ਜਿਹੀ ਹੈਗੀ ਹੈ। ਸੋ ਇਹਦੇ ਨਾਲ ਹੀ ਜੀ ਮੇਰੀ ਚੱਡਾ ਸਾਹਿਬ ਤੋਂ ਤੁਹਾਨੂੰ ਬਹੁਤ ਬਹੁਤ ਤੁਹਾਡਾ ਥੈਂਕਸ ਜੀ, ਤੁਸੀਂ ਇਹੋ ਜਿਹੇ ਮੈਡੀਕਲ ਰਿਲੇਟਡ ਟੌਪਿਕ ਲੈ ਕੇ ਆਉਂਦੇ ਰਹਿੰਦੇ ਜਨਰਲ ਅਵੇਅਰਨੈਸ ਵਾਸਤੇ, ਆਪਣੇ ਸੁਣਨ ਵਾਲੇ ਵਾਸਤੇ। ਥੈਂਕ ਯੂ। ਮੇਰੀ ਇੱਕ ਰਿਕੁਐਸਟ ਹੈ ਤੁਹਾਨੂੰ। ਹਾਂਜੀ ਹਾਂਜੀ। ਤੁਸੀਂ ਕੋਈ ਰੇਡੀਓ ਪ੍ਰੋਗਰਾਮ ਹੀ ਸ਼ੁਰੂ ਕਰ ਲਓ। ਮੈਂ ਤਾਂ ਤੁਹਾਨੂੰ ਕਿਹਾ ਜੀ ਜਦੋਂ ਮੈਨੂੰ ਮੌਕਾ ਦਿਓਗੇ ਜੀ ਮੈਂ ਤਾਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਹਾਂ ਜੀ। ਮੈਨੂੰ ਮੈਂ ਕਈ ਵਾਰੀ ਹੈਰਾਨ ਹੁੰਦਾ ਤੁਹਾਡੀ ਜਨਰਲ ਨੌਲੇਜ ਤੋਂ। ਸਾਡਾ ਤਾਂ ਪ੍ਰੋਫੈਸ਼ਨ ਹੈ, ਅਸੀਂ ਤਾਂ ਇਹ ਪ੍ਰੋਫੈਸ਼ਨ ਕਰਕੇ ਪੜ੍ਹਨਾ ਪੈਂਦਾ ਹੈ ਤੇ ਜ਼ਰੂਰ ਥੋੜਾ ਸ਼ੌਕ ਵੀ ਹੈ, ਨੋ ਡਾਊਟ। ਪਰ ਮੈਂ ਕਈ ਵਾਰੀ ਹੈਰਾਨ ਹੁੰਦਾ ਤੁਸੀਂ ਇਨਫੋਰਮੇਸ਼ਨ ਦਾ ਇੰਨਾ ਖਜ਼ਾਨਾ ਹੋ, ਕਿਹੜੇ ਟੌਪਿਕ ਤੇ ਵੀ ਗੱਲ ਕਰੀਏ ਤੁਹਾਡੇ ਵਿਚਾਰ ਔਰ ਹਮੇਸ਼ਾ ਹੀ ਟੂ ਦਾ ਪੁਆਇੰਟ ਵੀ ਹੁੰਦੇ ਆ। ਇਹ ਨਹੀਂ ਕਿ ਤੁਸੀਂ ਇੱਧਰ ਉੱਧਰ ਜਮਲੀਆਂ ਮਾਰੀ ਜਾਂਦੇ ਹੋ, ਤੁਸੀਂ ਜਿਹੜੀ ਗੱਲ ਪੁਆਇੰਟ ਵੀ ਕਰਦੇ ਹੋ ਉਹ ਵੀ ਤੁਹਾਡੀ ਸਟੱਡੀ ਹੁੰਦੀ ਹੈ, ਰਿਸਰਚ ਬੇਸ ਤੁਸੀਂ ਗੱਲ ਕਰਦੇ ਹੋ। ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਗੱਲ ਕਰਦੇ ਹੋ, ਕਦੀ ਕਾਲ ਕਰਦੇ ਹੋ। ਮੈਂ ਤਾਂ ਹੀ ਤੁਹਾਡੀ ਕਾਲ ਹਮੇਸ਼ਾ ਹੀ ਔਨ 에ਅਰ ਕਰ ਦਿੰਦਾ, ਮੈਨੂੰ ਪਤਾ ਤੁਸੀਂ ਕੋਈ ਨਾ ਕੋਈ ਕੰਮ ਦੀ ਗੱਲ ਕਰਨੀ ਹੈ। ਸਰ ਤੁਹਾਡੀ ਗ੍ਰੇਟਨੈਸ ਹੈ। ਮੈਂ ਵੈਸੇ ਇਸ ਚੀਜ਼ ਦਾ ਜੀ ਆਪਣਾ ਕ੍ਰੈਡਿਟ ਆਪਣੇ ਉਹਨਾਂ ਟੀਚਰਸ ਨੂੰ ਜਿਹੜੇ ਮੇਰੇ ਫਾਰਮਾਸਿਊਟੀਕਲਸ ਦੇ ਵਿੱਚ ਰਹੇ ਨੇ ਜੀ, ਖਾਸ ਕਰਕੇ ਮੇਰੀ ਜਿਹੜੀ ਬੰਗਾਲੀ ਮੈਨੇਜਮੈਂਟ ਸੀ ਉਹ ਮੇਰਾ ਹੀ ਕਾਰਨ ਸੀ ਜੀ, ਰੀਜਨਲ ਹੈਡ ਵਾਲਾ। ਉਹ ਇੱਕੋ ਗੱਲ ਕਹਿੰਦਾ ਹੁੰਦਾ ਸੀ, ਇਸ ਦੁਨੀਆ ਦੇ ਵਿੱਚ ਸਾਰੀਆਂ ਚੀਜ਼ਾਂ ਸਟੀਲੇਬਲਸ ਨੇ, ਚੋਰੀ ਹੋ ਸਕਦੀਆਂ ਨੇ, ਪਰ ਇੱਕ ਜਿਹੜੀ ਤੁਹਾਡੀ ਨੌਲੇਜ ਹੈ ਉਹ ਸਟੀਲੇਬਲਸ ਦੀ। ਸੋ ਟਰਾਈ ਟੂ ਗ੍ਰੈਬ ਐਜ਼ ਮੈਕਸਿਮਮ ਐਜ਼ ਯੂ ਕੈਨ। ਜਿੰਨੀ ਤੁਹਾਡੇ ਕੋਲ ਨੌਲੇਜ ਹੋਏਗੀ ਤੁਸੀਂ ਆਨਲਾਈਨ ਸੋਸ਼ਲਿਜ਼ਮ ਦੇ ਵਿੱਚ ਤੁਹਾਡੀ ਐਕਸੈਪਟੈਂਸ ਹੋਏਗੀ। ਔਰ ਸ਼ਾਇਦ ਇਹੀ ਕਾਰਨ ਹੈ ਜੀ ਤੁਹਾਡੀ ਮੇਰੀ ਇੱਕ ਬੌਂਡਿੰਗ ਉਸ ਤਰ੍ਹਾਂ ਦੀ ਚੱਲਦੀ ਤੁਹਾਡੇ ਲਿਸਨਰਸ ਵਾਲਿਆਂ ਦੇ ਨਾਲ। ਥੈਂਕ ਯੂ ਸਰ। ਸਾਨੂੰ ਸਾਡੇ ਲਈ ਤੁਸੀਂ ਐਸੈਟ ਹੋ ਪ੍ਰਵਾਸੀ ਰੇਡੀਓ ਲਈ, ਔਰ ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਡੇ ਨਾਲ ਬੜੇ ਦਿਲੋਂ ਜੁੜੇ ਹੋਏ ਹੋ ਔਰ ਸਾਡੇ ਲਈ ਐਸੈਟ ਹੋ ਕਿਉਂਕਿ ਤੁਸੀਂ ਇੰਨੀ ਵਧੀਆ ਇਨਪੁਟ ਸਾਨੂੰ ਦਿੰਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ। ਥੈਂਕ ਯੂ ਸਰ। ਥੈਂਕ ਯੂ। ਟੇਕ ਕੇਅਰ। ਥੈਂਕ ਯੂ ਸੋ ਮਚ। ਲੋ ਜੀ ਭੁੱਲਰ ਸਾਹਿਬ ਵੀ ਲਾਈਨ ਤੇ ਨਾ ਬੜੀ ਦੇਰ ਤੋਂ ਲਾਈਨ ਹੋਲਡ ਕਰ ਰਹੇ। ਭੁੱਲਰ ਸਾਹਿਬ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੈਂਡ ਸਾਹਿਬ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਵੀ ਦਿਓ ਜੀ ਫਿਰ ਜਾਣਕਾਰੀ। ਬਿਲਕੁਲ ਜੀ, ਪੁਰੀ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ। ਬਾਕੀ ਜਿਹੜੀ ਨੌਲੇਜ ਹੁੰਦੀ ਹੈ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਜੀ। ਇਸ ਕਰਕੇ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਨੌਲੇਜ, ਮੌਰਗੇਜ ਦਾ ਕੰਮ ਹੈ ਮੇਰਾ, ਫੁੱਲ ਟਾਈਮ ਮੌਰਗੇਜ ਐਡਵਾਈਜ਼ਰ ਹਾਂ ਜੀ। ਠੀਕ ਹੈ ਜੀ। ਵੱਧ ਤੋਂ ਵੱਧ ਇਹਦੇ ਬਾਰੇ ਮੈਨੂੰ ਨੌਲੇਜ ਹੋਵੇ ਤਾਂ ਕਿ ਮੈਂ ਅੱਗੇ ਪਾਸ ਆਨ ਕਰ ਸਕਾਂ। ਬਿਲਕੁਲ ਜੀ ਬਿਲਕੁਲ। ਤਾਂ ਜਿਵੇਂ ਆਪਣੇ ਆਮ ਤੌਰ ਤੇ ਸੈਣੀ ਸਾਹਿਬ ਦੇਖਿਆ ਜਾਂਦਾ ਕਿ ਮੌਰਗੇਜ ਇੱਕ ਡੈਟ ਹੈ, ਐਕਚੁਅਲ ਦੇ ਵਿੱਚ ਮੌਰਗੇਜ ਡੈਟ ਨਹੀਂ ਜੀ, ਮੌਰਗੇਜ ਇੱਕ ਇਨਵੈਸਟਮੈਂਟ ਹੈ। ਸੋ ਕਿਉਂਕਿ ਜਿਹਨੇ ਅੱਜ ਇਨਵੈਸਟਮੈਂਟ, ਜੇ ਉਹਨੂੰ ਤੁਸੀਂ ਸੌਖੇ ਸ਼ਬਦਾਂ ਵਿੱਚ ਸਮਝਾਵਾਂ ਮੈਂ, ਜਿਹਨੇ ਅੱਜ ਤੋਂ 2 ਸਾਲ ਪਹਿਲਾਂ ਘਰ ਲਿਆ ਸੀ 6 ਲੱਖ ਦਾ, ਅੱਜ ਉਹ 8 ਲੱਖ ਦਾ ਹੋਇਆ ਪਿਆ ਜੀ। ਸੋ ਉਹਦੇ 'ਚ ਜਿਹੜੀ ਇਨਵੈਸਟਮੈਂਟ ਹੈ ਤੁਹਾਡੀ, ਉਹਦੇ ਵਾਸਤੇ ਤੁਹਾਨੂੰ ਇੱਕ ਬੈਸਟ ਐਡਵਾਈਜ਼ਰ ਚਾਹੀਦਾ ਹੈ ਜਿਹੜਾ ਤੁਹਾਡੇ ਕਲੋਜ਼ਿੰਗ ਹੈ ਸਮੂਥਲੀ ਕਰਾ ਦੇਵੇ, ਤਾਂ ਕਿ ਤੁਸੀਂ ਜਦੋਂ ਫਸਟ ਪ੍ਰਾਪਰਟੀ ਲੈਂਦੇ ਹੋ, ਜੇ ਤੁਹਾਨੂੰ ਉਹਦੇ 'ਚ ਪ੍ਰੋਬਲਮ ਆ ਗਈ, ਤੁਹਾਡੀ ਕਲੋਜ਼ਿੰਗ ਟਾਈਮ ਤੇ ਨਹੀਂ ਹੋਈ, ਤੁਹਾਨੂੰ ਡਿਸਟਰਬ ਹੋਣਾ ਪਿਆ, ਹਰਾਸ ਹੋਣਾ ਪਿਆ, ਤੁਸੀਂ ਸੈਕੰਡ ਪ੍ਰਾਪਰਟੀ ਲੈਣ ਲੱਗੇ ਬਹੁਤ ਵਾਰੀ ਸੋਚਦੇ ਹੋ ਕਿ ਯਾਰ ਲਈਏ ਜਾਂ ਨਾ ਲਈਏ। ਜੇ ਤੁਸੀਂ ਪਹਿਲੀ ਮੌਰਗੇਜ ਜਿਹੜੀ ਲਈ ਹੈ, ਤੁਸੀਂ ਪਹਿਲੀ ਪ੍ਰਾਪਰਟੀ ਲਈ ਹੈ, ਉਹਦੀ ਕਲੋਜ਼ਿੰਗ ਸਮੂਥਲੀ ਹੋ ਗਈ ਤਾਂ ਤੁਹਾਡਾ ਹੌਸਲਾ ਵੱਧ ਜਾਂਦਾ ਹੈ। ਤੁਸੀਂ ਰਾਈਟ ਵੇ ਟਰਾਈ ਕਰਦੇ ਹੋ ਕਿ ਸੈਕੰਡ ਪ੍ਰਾਪਰਟੀ ਆਪਾਂ ਲੈ ਲਈਏ ਜਾਂ ਇਨਵੈਸਟ ਕਰ ਦਈਏ ਕਿਤੇ ਵੀ, ਜਿਹੜਾ ਕਿ ਬਹੁਤ ਵਧੀਆ ਚੀਜ਼ ਹੈ, ਕਰਨਾ ਚਾਹੀਦਾ, ਹਰ ਇੱਕ ਨੂੰ ਇਨਵੈਸਟ ਕਰਨਾ ਚਾਹੀਦਾ। ਸੋ ਇਸ ਕਰਕੇ ਮੇਰਾ ਇਹਦੇ 'ਚ ਕਾਫੀ ਨੌਲੇਜ ਹੈ ਜੀ। ਮੈਂ ਪਿਛਲੇ 6 ਸਾਲ ਤੋਂ ਇਹ ਕੰਮ ਕਰਦਾ, ਫੁੱਲ ਟਾਈਮ ਮੈਂ ਇਹੀ ਕੰਮ ਕਰਦਾ। ਸੋ ਇਸ ਤੁਹਾਡੀ ਮੈਂ ਕਲੋਜ਼ਿੰਗ ਕਦੇ ਵੀ ਰੁਕਣ ਨਹੀਂ ਦਿੰਦਾ, ਸਮੂਥਲੀ, ਬਿਲਕੁਲ ਸਮੂਥਲੀ ਕਰਾ ਕੇ ਦੇਣਾ ਮੈਂ। ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਫ਼ਤਾ ਪਹਿਲਾਂ ਤੁਹਾਡੇ ਲਾਇਰ ਕੋਲੇ ਪੇਪਰ ਪਹੁੰਚੇ ਹੋਣ ਤੁਹਾਡੀ ਮੌਰਗੇਜ ਦੇ, ਇਹ ਨਾ ਹੋ ਕਿ ਲਾਸਟ ਮਿੰਟ ਤੁਸੀਂ ਵੇਟ ਕਰਦੇ ਹੋ ਕਿ ਮੌਰਗੇਜ ਪੇਪਰ ਬੈਂਕ ਤੋਂ ਆਉਣਗੇ ਜਾਂ ਨਹੀਂ ਆਉਣਗੇ। ਸੋ ਰੀਸੈਂਟਲੀ ਹੁਣ ਅੱਜ 29 ਤਰੀਕ ਹੋ ਗਈ ਜੀ, ਕੱਲ੍ਹ ਨੂੰ 30 ਹੈ, ਕਾਫੀ ਮੌਰਗੇਜ ਹੋ ਰਹੀਆਂ ਇਸ ਟਾਈਮ, ਕਲੋਜ਼ਿੰਗ 30 ਦੀਆਂ ਹੁੰਦੀਆਂ ਹੈਗੀਆਂ।
ਅਗਰ ਤੁਹਾਨੂੰ ਲਾਸਟ ਮਿੰਟ ਤੇ ਆ ਕੇ ਲੋੜ ਪੈ ਗਈ, ਹੁਣ ਤੁਹਾਡੀ ਮੌਰਗੇਜ ਨਹੀਂ ਕਿਤੋਂ ਵੀ ਹੋ ਰਹੀ, ਤਾਂ ਮੈਂ ਤੁਹਾਨੂੰ ਫਸਟ ਪ੍ਰਾਈਵੇਟ ਮੌਰਗੇਜ ਦਵਾ ਸਕਦਾ। ਬਹੁਤ ਰੀਜ਼ਨੇਬਲ ਰੇਟ ਹੁੰਦੇ ਆ ਜੀ, ਫੀਸ ਥੋੜੀ ਜਿਹੀ ਹੁੰਦੀ ਹੈ ਉਹਦੀ, ਪਰ ਤੁਹਾਡੀ ਕਲੋਜ਼ਿੰਗ ਸਮੂਥਲੀ ਹੋ ਜਾਂਦੀ ਹੈ। ਔਰ ਉਸ ਤੋਂ ਬਾਅਦ ਤੁਹਾਨੂੰ ਅਸੀਂ ਇਹ ਨਹੀਂ ਕਿ ਮੌਰਗੇਜ ਦਵਾ ਦਿੱਤੀ ਛੱਡਤਾ, ਨਹੀਂ, ਅਸੀਂ ਉਹਨੂੰ ਗਾਈਡ ਕਰਦੇ ਹਾਂ ਕਿ ਅੱਗੇ ਕੀ ਸਟੈਪ ਲੈਣਾ ਹੈ। ਨੈਕਸਟ 6 ਮੰਥ ਦੇ ਵਿੱਚ ਅਸੀਂ ਤੁਹਾਨੂੰ ਦੁਬਾਰਾ ਬੈਂਕ ਨਾਲ ਟਾਈ ਅਪ ਕਰ ਦਿਆਂਗੇ, ਤਾਂ ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜਾਂ ਫਿਰ ਘਰਾਂ ਦੀਆਂ ਪ੍ਰਾਈਸਾਂ ਕਾਫੀ ਵਧੀਆ, ਤੁਸੀਂ ਬੇਸਮੈਂਟ ਬਣਾਉਣੀ ਚਾਹੁੰਦੇ ਹੋ, ਜਾਂ ਅੱਗੇ ਤੁਹਾਡੀ ਕੋਈ ਰੀਫਾਈਨੈਂਸਿੰਗ ਆ ਰਹੀ ਹੈ, ਤੁਹਾਡੇ ਕੋਲ ਕ੍ਰੈਡਿਟ ਕਾਰਡ ਫੁੱਲ ਹੈ ਸਾਰੇ, ਉਹ ਪੇ ਆਫ ਕਰਨੇ ਜ਼ਰੂਰੀ ਹੈ। ਉਹਦੇ ਵਾਸਤੇ ਤੁਹਾਨੂੰ ਮੈਂ ਸੈਕੰਡ ਮੌਰਗੇਜ ਦਵਾ ਸਕਦਾ, ਉਹ ਵੀ ਬਹੁਤ ਰੀਜ਼ਨੇਬਲ ਰੇਟ ਤੇ ਮਿਲ ਜਾਂਦੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਵਾਸਤੇ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ 4167322611 416 732 2611। ਬਹੁਤ ਬਹੁਤ ਸ਼ੁਕਰੀਆ ਜੀ। 416 732 2611 ਭੁੱਲਰ ਸਾਹਿਬ ਦਾ ਨੰਬਰ ਅਸੀਂ ਤੁਹਾਨੂੰ ਰੋਜ਼ ਦਿੰਦੇ ਹਾਂ, ਔਰ ਮੇਰੇ ਖਿਆਲ ਹੁਣ ਕਾਫੀ ਸਾਡੇ ਲਿਸਨਰ ਕੋਲ ਨੰਬਰ ਜਾ ਚੁੱਕਾ ਹੈ, ਤੇ ਨਹੀਂ ਵੀ ਅਜੇ ਨੰਬਰ ਤੁਹਾਡੇ ਕੋਲ ਨੋਟ ਹੋਇਆ ਤਾਂ ਫਿਰ ਨੋਟ ਕਰ ਲਓ 4167322611। ਭੁੱਲਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਵੈਰੀ ਮਚ ਸਾਹਿਬ, ਟਾਈਮ ਦੇਣ ਲਈ ਬਹੁਤ ਸ਼ੁਕਰੀਆ ਜੀ। ਔਰ ਸਾਡੀ ਲਾਈਨ ਮਿਲੀ ਹੋਈ ਹੈ ਇਸ ਵੇਲੇ ਚੰਡੀਗੜ੍ਹ, ਔਰ ਚੰਡੀਗੜ੍ਹ ਤੁਹਾਡੇ ਲਈ ਖਬਰਾਂ ਪੇਸ਼ ਕਰਨ ਲੱਗੇ ਹਾਂ। ਅਸੀਂ ਹੁਣੇ ਗੱਲ ਕੀਤੀ ਸੀ ਜਿਹੜੇ ਆਯੁਰਵੇਦਾ ਦੇ ਉੱਤੇ ਲੈਕਚਰਸ ਦੀ, ਜੋ ਹਰੀਸ਼ ਵਰਮਾ ਆਯੁਰਵੇਦ ਤੇ ਉਹਨਾਂ ਦੀ ਸਾਰੀ ਟੀਮ, ਕੈਨੇਡਾ ਇੰਡੀਆ ਫਾਊਂਡੇਸ਼ਨ ਔਰ ਸਾਡੇ ਜਿਹੜੇ ਕੌਂਸਲ ਜਨਰਲ ਆਫ ਇੰਡੀਆ ਸਭ ਮਿਲ ਕੇ ਤੁਹਾਡੇ ਲਈ ਇਹ ਬੜੀ ਵਧੀਆ ਇਨਫੋਰਮੇਸ਼ਨ ਲਿਆਇਆ ਕਰਨਗੇ। ਤਾਂ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ $21,000 ਦਿੱਤਾ ਗਿਆ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ, ਉੱਥੇ ਜਿਹੜਾ ਲੰਗਰ ਹੈ ਉਹਦੇ ਵਾਸਤੇ ਯੋਗਦਾਨ ਪਾਇਆ ਗਿਆ ਹੈ। ਤੁਹਾਨੂੰ ਪਤਾ ਹੈ ਸਰਕਾਰ ਨੇ ਇੱਕ ਸਪੈਸ਼ਲ ਪਰਮਿਸ਼ਨ ਦਿੱਤੀ ਹੈ, ਪਰਮਿਸ਼ਨ ਕਹਿ ਲਓ ਜਾਂ ਕਹਿ ਲਓ ਕਿ ਐਗਜ਼ੰਪਸ਼ਨ ਦਿੱਤੀ ਹੈ ਕਿ ਜਿਹੜੇ ਵੀ ਲੋਕ ਹੁਣ ਉੱਥੇ ਹਰਿਮੰਦਰ ਸਾਹਿਬ ਦੀ ਲੰਗਰ ਦੀ ਸੇਵਾ ਦੇ ਵਾਸਤੇ ਯੋਗਦਾਨ ਪਾਣਗੇ, ਉਹ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੇ ਤਹਿਤ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਹੋਰ ਕੋਈ ਟੈਕਸ ਜਾਂ ਕੋਈ ਉੱਥੇ ਲੋਕਲ ਕੋਈ ਹੋਰ ਫੀਸ ਜਿਹੜੀ ਆ ਉਹ ਨਹੀਂ ਦੇਣੀ ਪਏਗੀ। ਸਰਕਾਰ ਦੀ ਸਪੈਸ਼ਲ ਜਿਹੜੀ ਇੱਕ ਤਰ੍ਹਾਂ ਦੀ ਇਹ ਛੋਟ ਹੈ, ਉਸ ਦਾ ਫਾਇਦਾ ਉਠਾਉਂਦਿਆਂ ਹੋਇਆਂ ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਜਿਹੜੇ ਚੇਅਰ ਨੇ ਸਤੀਸ਼ ਠੱਕਰ, ਸਾਡੀ ਕਮਿਊਨਿਟੀ 'ਚ ਬੜਾ ਨਾਮ ਹੈ ਜੀ ਇਹਨਾਂ ਦਾ, ਬੜੇ ਅੱਛੇ ਸੋਸ਼ਲ ਕੰਮ ਕਰਦੇ ਰਹਿੰਦੇ ਆ। ਉਹਨਾਂ ਦਾ ਕਹਿਣਾ ਕਿ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਹੈ ਕਿ ਅਸੀਂ $21,000 ਉੱਥੇ ਜਿਹੜਾ ਭੇਜਿਆ ਇਸ ਨੇਕ ਕੰਮ ਦੇ ਵਾਸਤੇ, ਸਮਾਜ ਸੇਵਾ ਦੇ ਵਾਸਤੇ। ਹੁਣ ਤੱਕ ਇਹ ਡਾਕਟਰ ABJ ਅਬਦੁਲ ਕਲਾਮ, ਰਤਨ ਟਾਟਾ, ਸੈਮ ਪੈਟਰੋਡਾ ਤੇ ਮਨਟੇਕ ਸਿੰਘ ਆਹਲੂਵਾਲੀਆ ਵਰਗਿਆਂ ਨੂੰ ਸਨਮਾਨਿਤ ਕਰ ਚੁੱਕੇ ਇੱਥੇ ਆਪਣੀ ਸੰਸਥਾ ਦੇ ਰਾਹੀਂ, ਤੇ $50,000 ਇਹ ਦਿੰਦੇ ਆ ਹਰ ਸਾਲ ਐਸੀ ਕਿਸੇ ਸ਼ਖਸੀਅਤ ਨੂੰ ਬੁਲਾ ਕੇ ਜਦੋਂ ਕੋਈ ਫੰਕਸ਼ਨ ਕਰਦੇ ਆ। ਐਤਕੀ ਮੇਰੇ ਖਿਆਲ ਸ਼ਾਇਦ ਇਹਨਾਂ ਦਾ ਫੰਕਸ਼ਨ ਨਹੀਂ ਹੋਇਆ COVID-19 ਕਰਕੇ। ਸਾਡੇ ਕੱਲ੍ਹ ਮਹਿਮਾਨ ਵੀ ਹੋਣਗੇ ਇੱਥੇ ਸਟੂਡੀਓ ਵਿੱਚ, ਅਸੀਂ ਇਹਨਾਂ ਨਾਲ ਕੱਲ੍ਹ ਗੱਲ ਵੀ ਕਰਾਂਗੇ। ਰਿਪਲੀਜ਼ ਐਕੁਆਰੀਅਮ ਜਿਹੜੀ ਹੈ, ਤੁਸੀਂ ਜਾਣਦੇ ਹੋ, ਜਿੱਥੇ ਮੱਛੀਆਂ ਬੜੀਆਂ ਵੱਡੀਆਂ ਤਲਾਬ ਬਣਾ ਕੇ ਉੱਥੇ ਪਾਣੀ ਦੇ ਵਿੱਚ ਰੱਖੀਆਂ ਹੋਈਆਂ ਇਹਨਾਂ ਨੇ, ਬੜਾ ਇੱਕ ਅਜੀਬੋ-ਗਰੀਬ ਨਮੂਨਾ ਤੁਸੀਂ ਦੇਖਦੇ ਹੋ। ਇਹ ਸਾਰਾ ਇੱਥੇ ਟੈਂਕ ਨੇ ਪਾਣੀ ਦੇ, ਉਹਨਾਂ ਦੇ ਵਿੱਚ ਵੇਲ ਤੋਂ ਲੈ ਕੇ ਸ਼ਾਰਕ ਤੋਂ ਲੈ ਕੇ ਦੁਨੀਆ ਦੀ ਮੇਰੇ ਖਿਆਲ ਹਰ ਇੱਕ ਮੱਛਲੀ ਜਿਹੜੀ ਇੱਥੇ ਉਹ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਰਿਪਲੀ ਐਕੁਆਰੀਅਮ ਦੇ 2 ਜਿਹੜੇ ਵਰਕਰਸ ਨੇ ਉਹ COVID-19 ਪੋਜ਼ਿਟਿਵ ਪਾਏ ਗਏ ਹੈ। ਖਬਰਾਂ ਮੇਰੇ ਕੋਲ ਬਹੁਤ ਨੇ, ਮਨਜਿੰਦਰ ਸਿੰਘ ਸਰਸਾ ਨਾਲ ਗੱਲ ਕਰਦੇ ਆ ਦਿੱਲੀ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਚੰਡੀਗੜ੍ਹ ਤੋਂ ਪਹਿਲਾਂ ਖਬਰਾਂ ਸੁਣਾ ਦਈਏ। ਔਰ ਇਹ ਖਬਰਾਂ ਅਸੀਂ ਪੇਸ਼ ਕਰਾਂਗੇ ਤੁਹਾਡੀ ਸੇਵਾ ਦੇ ਵਿੱਚ ਨਿਊ ਸਮਾਈਲ ਡੈਂਚਰ ਕਲੀਨਿਕ ਦੇ ਸਹਿਯੋਗ ਦੇ ਨਾਲ। 416 746 4500 ਕ੍ਰਿਸ਼ਨ ਕੁਕਰੇਜਾ ਹੋਰੀ ਸ਼ਾਨਦਾਰ ਸੇਵਾਵਾਂ ਡੈਂਚਰ ਦੀਆਂ ਲੰਬੇ ਸਮੇਂ ਤੋਂ ਪੇਸ਼ ਕਰਦੇ ਆ ਰਹੇ ਹੈ। ਡੈਂਚਰ ਸਪੈਸ਼ਲਿਸਟ ਨੇ 25 ਸਾਲ ਦਾ ਤਜਰਬਾ ਹੈ, 25 ਸਾਲ ਦਾ ਡੈਂਚਰ ਬਣਾਉਣ ਦਾ, ਲਗਾਉਣ ਦਾ। 416 746 4500 ਡੈਂਟਿਸਟ ਦੀ ਵੱਡੀ ਟੀਮ ਨਾਲ ਕੰਮ ਕਰਦੀ ਹੈ। ਇੰਸ਼ੋਰੈਂਸ ਕੰਪਨੀ ਨਾਲ ਆਪ ਡੀਲ ਕਰ ਲੈਂਦੇ ਆ। 1111 ਐਲਬੀਅਨ ਰੋਡ ਹੈ ਪਤਾ, 4167464500। ਇਸੇ ਇੰਟਰਸੈਕਸ਼ਨ ਤੇ ਐਲਵਿਨ ਰਿੰਗਟਨ ਤੇ ਇੰਡੀਆ ਬਾਜ਼ਾਰ ਦੀ ਲੋਕੇਸ਼ਨ ਦੀ ਸ਼ੁਰੂਆਤ ਹੋਈ 36 ਵਰੇ ਪਹਿਲਾਂ। ਚੈਨ ਸਿੰਘ ਹੋਰੀ ਉਦੋਂ ਦਾ ਦੇਖੋ ਕੰਮ ਕਰ ਰਿਹਾ ਹੈ, ਔਰ ਅੱਜ ਵੀ ਉਨੀ ਹੀ ਇਹਨਾਂ ਦੇ ਅੰਦਰ ਫੁਰਤੀ ਹੈ, ਜੋਸ਼ ਹੈ, ਐਨਰਜੀ ਹੈ। ਤੇ ਫਿਰ ਬੜਾ ਵੱਡਾ ਸਟੋਰ ਖੋਲਿਆ ਕੈਨੇਡੀ ਔਰ ਸੈਂਡਲਵੁੱਡ ਦੇ ਇਲਾਕੇ 'ਚ, ਅਜੇ ਵੀ ਬੜਾ ਕਾਮਯਾਬੀ ਨਾਲ ਚੱਲ ਰਿਹਾ। ਇੱਥੇ ਵੀ ਮੀਟ ਸ਼ਾਪ ਖੋਲੀ, ਬੜੀ ਵੱਡੀ ਕਿਚਨ ਬਣਾਈ, ਖਾਣੇ ਵੈਜ ਨਾਨ ਵੈਜ ਸਭ ਕੁਝ ਤੁਹਾਡੇ ਲਈ ਇੱਥੇ ਪੇਸ਼ ਕੀਤਾ ਜਾਂਦਾ ਹੈ। ਗਰੋਸਰੀ ਦੀ ਹਰ ਆਈਟਮ ਮਿਲਦੀ ਹੈ ਇੱਕੋ ਛੱਤ ਥੱਲੇ। तो जी एलविन लिंगटन की लोकेशन है, नंबर है 416 749 0505 और जी ब्रैम्पटन वाली लोकेशन है नंबर है 905 840 1116। नरेश बागड़ी नाल गल कर लेना जो तुहानू चाहिदी है ऑटो इंश्योरेंस कमर्शियल या परसनल, तो दावा है ना कि 25 तो लैके 30% डिस्काउंट जरूर मिलेगा। टिकटा मिल गई ज़्यादा, एक्सीडेंट हो गया ਜਾਂ ਪੋਸਟਲ ਕੋਡ ਕਾਰਨ ਕਿਸੇ ਕਾਰਨ ਵੀ ਵਧੀ ਹੋਵੇ ਇੰਸ਼ੋਰੈਂਸ, ਨਰੇਸ਼ ਬਾਗੜੀ ਘਟਾ ਸਕਦੇ ਆ। ਕਿਵੇਂ ਘਟਾਣਗੇ?
ਫੋਨ ਕਰਕੇ ਪਤਾ ਕਰੋ। ਦਾਵਾ ਹੈ 25 ਤੋਂ 30% ਕਮ ਸੇ ਕਮ ਤੁਹਾਡੀ ਇੰਸ਼ੋਰੈਂਸ ਘਟ ਸਕਦੀ ਹੈ। 4168548230 ਬ੍ਰੈਮਲੀ ਡੇਅਰੀ ਤੇ ਹੈ ਇਹਨਾਂ ਦਾ ਦਫ਼ਤਰ। ਟਾਰਬਰਮ ਡੇਅਰੀ ਤੇ ਫਿਰ ਮੈਂ ਤੁਹਾਨੂੰ ਯਾਦ ਕਰਵਾਉਣਾ ਹੋਣਾ, ਸ਼ਾਨਦਾਰ ਬਹੁਤ ਹੀ ਵਧੀਆ ਰੈਸਟੋਰੈਂਟ ਜਿਹੜਾ 4 ਵਜੇ ਖੁੱਲ੍ਹ ਕੇ 4:30 ਵਜੇ ਸ਼ਾਮ ਨੂੰ ਤੇ ਰਾਤ ਦੇ 2 ਵਜੇ ਤੱਕ। ਕਈ ਵਾਰੀ ਤੇ ਟੌਮੀ ਵਾਲੀਆ ਸਾਹਿਬ ਨੂੰ 3-3 4-4 ਵੱਜ ਜਾਂਦੇ ਆ, ਇੰਨੇ ਲੋਕ ਪਹੁੰਚੇ ਹੁੰਦੇ ਆ, ਲੇਟ ਨਾਈਟ ਤੱਕ ਵੀ ਲੋਕ ਆਉਂਦੇ ਰਹਿੰਦੇ ਆ। ਤੋ ਐਸਾ ਸਵਾਦਲਾ ਖਾਣਾ ਤੁਸੀਂ ਇੱਕ ਵਾਰੀ ਟਰਾਈ ਕੀਤਾ ਤੇ ਬਾਰ-ਬਾਰ ਜਾਓਗੇ। ਅੱਜ ਦਾ ਨਹੀਂ, ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ, ਇਹ 2 ਤੋਂ ਵੀ 3 ਦਹਾਕੇ ਹੋ ਚੱਲੇ ਮੇਰੇ ਖਿਆਲ ਜੀ, ਜਦੋਂ ਇਹਨਾਂ ਨੇ ਪਹਿਲਾਂ ਟੇਸਟੀ ਬਾਈਟ, ਫਿਰ ਸਪਾਈਸੀ ਬਾਈਟ, ਹੁਣ ਤੰਦੂਰੀ ਨਾਈਟ। ਤੋ ਬਹੁਤ ਹੀ ਕਮਿਊਨਿਟੀ ਵਿੱਚ ਜਾਣਿਆ ਪਛਾਣਿਆ ਨਾਮ ਹੈ ਵਾਲੀਆ ਸਾਹਿਬ ਦਾ। ਤੋ ਜ਼ਰੂਰ ਆਓ। 905 812 81 612 8100 905 612 8100 ਨੰਬਰ ਹੈ ਤੰਦੂਰੀ ਨਾਈਟ ਦਾ। ਤੁਸੀਂ ਜੇ ਬਰਾੜ ਸਾਹਿਬ ਨਾਲ ਗੱਲ ਕਰਨੀ ਹੈ, ਇਹਨਾਂ ਦੇ ਕੋਲ ਬੜੇ ਸਾਰੇ ਨਵੇਂ ਤੋਂ ਨਵੇਂ ਪ੍ਰੋਜੈਕਟ ਆਉਂਦੇ ਰਹਿੰਦੇ ਆ। ਮੈਨੂੰ ਦੱਸ ਰਹੇ ਸੀ ਕਿ ਮੈਂ ਆਵਾਂਗਾ ਬੁੱਧਵਾਰ ਨੂੰ, ਇੱਕ ਨਵਾਂ ਪ੍ਰੋਜੈਕਟ ਲੈ ਕੇ ਆਉਣ ਲੱਗੇ ਆ। ਉਹਦੀ ਜਿਹੜੀ ਅਨਾਉਂਸਮੈਂਟ ਹੈ ਪ੍ਰਵਾਸੀ ਰੇਡੀਓ ਤੋਂ ਹੋਏਗੀ ਕੱਲ। ਉਮੀਦ ਕਰਦੇ ਹਾਂ ਕੱਲ ਪਹੁੰਚਣਗੇ। ਇਹਨਾਂ ਦੇ ਕੋਲ ਇੱਕ ਰੇਜ਼ਡ ਬੰਗਲੋ ਹੈ ਇੱਥੇ ਮਾਲਟਨ ਦੇ ਵਿੱਚ, 3 ਬੈਡਰੂਮ ਦਾ, ਸੈਮੀ ਡਿਟੈਚਡ ਹੈ, ਬੇਸਮੈਂਟ ਬਣੀ ਹੋਈ ਹੈ ਸੈਪਰੇਟ ਐਂਟਰੈਂਸ ਦੇ ਨਾਲ। ਘਰ ਆਏ ਇਹਨਾਂ ਕੋਲ ਗੋਰ ਔਰ ਕੁਈਨ ਦੇ ਇਲਾਕੇ 'ਚ। ਪਲਾਜ਼ਾ ਹੈ ਐਂਗਸ ਵਾਲਾ, ਜਿਹੜਾ ਅਗਲੇ ਸਾਲ ਗਰਮੀਆਂ 'ਚ ਬਣ ਕੇ ਤਿਆਰ ਹੋ ਜਾਣਾ। ਕੋਈ ਵੀ ਜਾਣਕਾਰੀ ਚਾਹੀਦੀ ਹੈ 416 301 2650 ਫੋਨ ਨੰਬਰ ਹੈ। ਕਮਲਜੀਤ ਸਿੰਘ ਚੌਹਾਨ ਹੋਰਾਂ ਦਾ ਨੰਬਰ ਹੈ 416 456 8559 ਔਰ ਇਹ ਵੀ ਇਸੇ ਇਲਾਕੇ 'ਚ ਹੀ ਨੇ। ਇਹ ਡਿਕਸੀ ਔਰ ਡੈਰੀ ਦੇ ਇੰਟਰਸੈਕਸ਼ਨ ਤੇ ਤੁਹਾਡੇ ਲਈ ਹਾਜ਼ਰ ਹੈ। ਤਾਂ ਤੁਸੀਂ ਦੇਖੋ, ਮਿਲੋ ਜਾ ਕੇ ਉੱਥੇ ਇਹਨਾਂ ਨੂੰ। ਤੁਹਾਡਾ ਟੈਕਸ ਦਾ ਕੋਈ ਕੰਮ ਹੋਵੇ ਬੜਾ ਸ਼ਾਨਦਾਰ ਕਰਨਗੇ, ਤੁਹਾਡਾ ਕੋਈ ਅਕਾਊਂਟਿੰਗ ਦਾ ਕੰਮ ਹੋਵੇ ਉਹ ਵੀ ਵਧੀਆ ਕਰਨਗੇ। ਲੰਬਾ ਤਜਰਬਾ ਹੈ ਕਮਲਜੀਤ ਸਿੰਘ ਚੌਹਾਨ ਨੂੰ। ਸਰਕਾਰ ਦੇ ਇੰਨੇ ਸਾਰੇ ਬੈਨੀਫਿਟ ਆਏ ਆ ਪਿਛਲੇ ਦਿਨਾਂ ਵਿੱਚ। ਜੇ ਤੁਹਾਨੂੰ ਕਿਸੇ ਵੀ ਬੈਨੀਫਿਟ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਉਹ ਵੀ ਮਿਲੇਗੀ। 416 456 8559 416 456 8559 ਇਹਨਾਂ ਦਾ ਫੋਨ ਨੰਬਰ ਹੈ। ਤੁਹਾਨੂੰ ਮੈਂ ਨੰਬਰ ਦੇਣ ਲੱਗਾ ਜੀ ਸਟਾਰ ਆਟੋ ਗਲਾਸ ਦਾ। ਤੁਹਾਡੀ ਅਗਰ ਕਾਰ ਦੀ ਵਿੰਡਸ਼ੀਲਡ ਕ੍ਰੈਕ ਹੋ ਜਾਏ, ਟੁੱਟ ਜਾਏ, ਵਿੱਚ ਤਰੇੜਾਂ ਆ ਜਾਣ, ਤੇ ਤੁਹਾਨੂੰ ਨੰਬਰ ਦੇਣ ਲੱਗਿਆ ਸਟਾਰ ਆਟੋ ਗਲਾਸ ਦਾ। ਛੋਟਾ ਮੋਟਾ ਕੋਈ ਅਗਰ ਹੋਲ ਹੋ ਗਿਆ ਉਹ ਤੇ ਠੀਕ ਕਰ ਦੇਣਗੇ, ਭਰ ਦੇਣਗੇ। ਲੇਕਿਨ ਜੇ ਬਦਲਣੀ ਪੈ ਗਈ ਹੈ ਤੇ ਅੱਧੀ ਤੋਂ ਵੀ ਵੱਧ ਘੱਟ ਕੀਮਤ ਦੇ ਉੱਤੇ ਇਹ ਉਸ ਨੂੰ ਰਿਪਲੇਸ ਵੀ ਕਰ ਦੇਣਗੇ। ਤੁਹਾਡੇ ਕਾਰ ਟੁੱਟੀ ਹੋਈ ਖੜੀ ਹੈ, ਤੁਹਾਡੀ ਗੱਡੀ ਵਿੰਡਸ਼ੀਲਡ ਟੁੱਟੀ ਹੋਈ ਹੈ, ਕਾਰ ਆ ਜਾਣਗੇ, ਤੁਹਾਡੇ ਡਰਾਈਵ ਵਿੱਚ ਆ ਕੇ ਠੀਕ ਕਰਕੇ ਜਾਣਗੇ। ਤੁਹਾਡੇ ਕਿਸੇ ਯਾਰਡ 'ਚ ਬੁਲਾਓਗੇ ਉੱਥੇ ਆ ਜਾਣਗੇ। ਡਰਾਈਵ ਮੋਬਾਈਲ ਸਰਵਿਸ ਵੀ ਪੇਸ਼ ਕਰਦੇ ਆ, ਅੱਧੇ ਘੰਟੇ ਦੀ ਦੂਰੀ ਤੇ ਫਟਾਫਟ ਪਹੁੰਚ ਜਾਣਗੇ। ਨੰਬਰ ਹੈ 416 315 3054 ਸਟਾਰ ਆਟੋ ਗਲਾਸ 416 315 3054। ਤੁਸੀਂ ਡੇਵਿਡ ਨਾਲ ਗੱਲ ਕਰਨੀ ਹੈ, ਇੱਥੇ ਪ੍ਰਵਾਸੀ ਦਾ ਹਵਾਲਾ ਜ਼ਰੂਰ ਦੇਣਾ ਹੈ। ਤੁਹਾਡਾ ਕੋਈ ਛੋਟਾ ਮੋਟਾ ਕੰਮ ਹੋਵੇ, ਘਰ ਦੇ ਵਿੱਚ ਟੁੱਟ ਭੱਜ ਹੋ ਗਈ, ਤੁਹਾਡੀਆਂ ਟਾਈਲਾਂ ਟੁੱਟ ਗਈਆਂ, ਕਾਊਂਟਰ ਟੌਪ ਬ੍ਰੇਕ ਹੋ ਗਿਆ, ਵਾਸ਼ਰੂਮ 'ਚ ਕੋਈ ਟੁੱਟ ਭੱਜ ਹੋ ਗਈ ਹੈ, ਕਿਚਨ ਦੇ ਵਿੱਚ ਕੋਈ ਰਿਪੇਅਰ ਦਾ ਕੰਮ ਹੋਵੇ, ਪਲੰਬਿੰਗ ਦਾ ਹੋਵੇ, ਕੋਈ ਵੀ ਐਸਾ ਕੰਮ, ਸ਼ਾਨਦਾਰ ਕੰਮ ਕਰਨਗੇ ਤੁਹਾਡਾ ਬ੍ਰਾਈਟ ਲਾਈਫ ਹੋਮ ਰੈਨੋਵੇਸ਼ਨ ਦੇ ਕੁਲਵੀਰ ਸਿੱਧੂ। ਬੜੀ ਵੱਡੀ ਟੀਮ ਹੈ ਇਹਨਾਂ ਦੇ ਨਾਲ। 416 970 71 416 970 7171 ਨੰਬਰ ਹੈ। ਪ੍ਰਵਾਸੀ ਟੈਲੀਵਿਜ਼ਨ 'ਚ ਜਿਹੜੇ ਲੋਕਾਂ ਨੇ ਸ਼ੁਰੂ 'ਚ ਐਡ ਦਿੱਤੀ ਸੀ, ਸਾਨੂੰ ਮਾਣ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਨੇ ਕੁਲਵੀਰ ਸਿੱਧੂ। ਬਹੁਤ ਲੋਕਾਂ ਨੇ ਹੁਣ ਸਾਨੂੰ ਜੁਆਇਨ ਪ੍ਰਵਾਸੀ ਟੀਵੀ 'ਚ ਵੀ ਕਰ ਲਿਆ। ਤੁਹਾਡਾ ਵੀ ਅਸੀਂ ਵੈਲਕਮ ਕਰਦੇ ਹਾਂ। 1 ਅਕਤੂਬਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪ੍ਰਵਾਸੀ ਦੀ ਬਿਜ਼ਨਸ ਪੇਜਸ ਡਾਇਰੈਕਟਰੀ ਦੀ ਵੀ ਬੁਕਿੰਗ। 12 ਸਾਲ ਤੋਂ ਅਸੀਂ ਛਾਪਦੇ ਆ ਰਹੇ ਹਾਂ ਸ਼ਾਨਦਾਰ ਡਾਇਰੈਕਟਰੀ GTA ਬਿਜ਼ਨਸ ਪੇਜਸ, ਜਿਹਦਾ ਐਪ ਵੀ ਬਣ ਕੇ ਤਿਆਰ ਹੈ। 50 ਤੋਂ ਲੈ ਕੇ 60,000 ਲੋਕ ਜਿਹਨੂੰ ਵਰਤਦੇ ਆ। ਤੁਹਾਡੀ ਐਡ ਜਿਹੜੀ ਹੈ ਡਬਲ ਥਾਂ ਤੇ ਜਾਂਦੀ ਹੈ, ਪ੍ਰਿੰਟ ਡਾਇਰੈਕਟਰੀ 'ਚ ਵੀ ਤੇ ਐਪ 'ਚ ਵੀ। ਪੈਸੇ ਅਸੀਂ ਇੱਕੋ ਦੇ ਲੈਂਦੇ ਹਾਂ, ਲੇਕਿਨ ਤੁਹਾਨੂੰ 2 ਅਸੀਂ ਪਲੇਟਫਾਰਮ ਦਿੰਦੇ ਹਾਂ ਬਿਜ਼ਨਸ ਪ੍ਰਮੋਟ ਕਰਨ ਲਈ। ਬਹੁਤ ਲੋਕਾਂ ਨੂੰ ਬਹੁਤ ਬੈਨੀਫਿਟ ਹੁੰਦਾ ਹੈ। ਮਾਲਵਾ ਰੈਨੋਵੇਸ਼ਨ ਦੇ ਬਲਜਿੰਦਰ ਹੋ ਰਹੀ ਹੈ, ਉਹ ਬੜੇ ਖੁਸ਼ ਹੈ ਜੀ। ਉਹ ਕਹਿੰਦੇ ਮੈਨੂੰ ਇੰਨਾ ਰਿਸਪੌਂਸ ਆਉਂਦਾ, ਬੜੇ ਲੋਕਾਂ ਦੇ ਮੈਨੂੰ ਕਾਲ ਆਉਂਦੀਆਂ ਕਿ ਤੁਹਾਡੀ ਡਾਇਰੈਕਟਰੀ 'ਚੋਂ ਬੜਾ ਰਿਸਪੌਂਸ ਮਿਲਦਾ ਹੈ। ਸੋ ਥੈਂਕ ਯੂ ਸੋ ਮਚ। 1 ਅਕਤੂਬਰ ਤੋਂ ਅਸੀਂ ਬੁਕਿੰਗ ਸ਼ੁਰੂ ਕਰ ਰਹੇ ਹਾਂ। 905 673 0600। ਕੱਲ ਕਿਸੇ ਦਾ ਫੋਨ ਆਇਆ ਸੀ, ਸਾਡੀ ਮੀਟਿੰਗ ਚੱਲ ਰਹੀ ਸੀ, ਡਰਾਈਵਿੰਗ ਸਕੂਲ ਹੈ, ਨਾਲੇ ਤਾਂ ਉਹਨਾਂ ਨੇ ਬਹੁਤ ਤਾਰੀਫ ਕੀਤੀ ਟੀਵੀ ਦੀ ਵੀ, ਰੇਡੀਓ ਦੀ ਵੀ, ਤੇ ਨਾਲੇ ਉਹ ਕਹਿੰਦੇ ਜੀ ਮੇਰੀ ਐਡ ਵੀ ਕਰ ਲਗਾਓ। ਥੈਂਕ ਯੂ ਸੋ ਮਚ। ਤਾਂ ਤੁਸੀਂ ਖੁਦ ਕਾਲ ਕਰ ਕਰਕੇ ਆਪਣੀ ਐਡਾਂ ਸਾਨੂੰ ਦੇ ਰਹੇ ਹੋ, ਲਗਵਾ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। 9056730600। ਪੈਸੇ ਇੰਡੀਆ ਤੋਂ ਮੰਗਾਣੇ ਆ ਜਾਂ ਭੇਜਣੇ ਆ, ਤੁਹਾਨੂੰ ਅਸੀਂ ਬੜੇ ਸਾਰੇ ਨੰਬਰ ਦਿੰਨੇ ਆ। ਅੱਗੇ ਚੱਲ ਕੇ ਮੈਂ ਤੁਹਾਨੂੰ ਨੰਬਰ ਦਵਾਂਗਾ
ਜਾਣਕਾਰੀ ਦੇਵਾਂਗਾ ਅੱਜ ਦੇ ਰੇਟ ਦੀ 905 799 3333। ਪਰਮਿੰਦਰ ਸਿੱਧੂ ਸਾਹਿਬ ਗੁਰੂ ਐਕਸਚੇਂਜ ਤੋਂ ਤੁਹਾਨੂੰ ਬੈਸਟ ਰੇਟ ਦਿੰਦੇ ਆ ਤੁਹਾਡੇ ਡਾਲਰ ਦਾ। ਤੇ ਜੇ ਇੰਡੀਆ ਦੇ ਵਿੱਚ ਬੈਂਕਾਂ 'ਚ ਪੈਸੇ ਪਏ ਆ ਉਹ ਇੱਥੇ ਮੰਗਾਣੇ ਆ ਤੇ ਫਿਰ NRA ਸਰਵਿਸਿਜ਼ ਦੇ ਮਿਸਟਰ ਨਿਪਨ ਬਾਂਸਲ ਨਾਲ ਗੱਲ ਕਰ ਲਿਓ। ਇਹ ਬੈਂਕ ਟੂ ਬੈਂਕ ਟ੍ਰਾਂਜੈਕਸ਼ਨ ਕਰਦੇ ਆ। ਮੈਂ ਫਿਰ ਦੱਸ ਦਵਾਂ ਕਿ ਬੈਂਕ 'ਚ ਪੈਸਾ ਹੋਣਾ ਚਾਹੀਦਾ ਉੱਥੇ, ਚਾਹੇ FD ਚਾਹੇ ਚੈਕਿੰਗ ਅਕਾਊਂਟ, ਤੇ ਇੱਥੇ ਕੈਨੇਡੀਅਨ ਬੈਂਕ 'ਚ ਪੈਸੇ ਤੁਹਾਡੇ ਬਹੁਤ ਹੀ ਈਜ਼ੀਲੀ ਟ੍ਰਾਂਸਫਰ ਹੋ ਜਾਣਗੇ ਤੁਹਾਡੇ ਅਕਾਊਂਟ 'ਚ। 98 764 45 400 ਨੰਬਰ ਹੈ। ਸੁਣਦੇ ਆ ਖਬਰਾਂ ਚੰਡੀਗੜ੍ਹ ਤੋਂ ਹਾਜ਼ਰ ਨੇ ਲੈ ਕੇ ਕਮਲਰੀਤ ਖਬਰਾਂ ਦਾ ਇਹ ਬੁਲੇਟਿਨ। ਤੁਸੀਂ ਵੇਖਦੇ ਸੁਣ ਰਹੇ ਹੋ ਪ੍ਰਵਾਸੀ ਰੇਡੀਓ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੰਜਾਬ ਦੀਆਂ 31 ਕਿਸਾਨ ਯੂਨੀਅਨਾਂ ਦੀ ਤਾਲਮੇਲ ਕਮੇਟੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਬੈਠਕ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ। ਕੈਪਟਨ ਅਮਰਿੰਦਰ ਨੇ ਸਪੈਸ਼ਲ ਸੈਸ਼ਨ ਬੁਲਾਉਣ ਦਾ ਵੀ ਕਿਸਾਨ ਆਗੂਆਂ ਨੂੰ ਦਿੱਤਾ ਭਰੋਸਾ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਦਿੱਲੀ 'ਚ ਦਿੱਤੀ ਗ੍ਰਿਫਤਾਰੀ। ਮਾਮਲਾ ਇੰਡੀਆ ਗੇਟ ਦੇ ਸਾਹਮਣੇ ਖੇਤੀ ਆਰਡੀਨੈਂਸਾਂ ਦੇ ਖਿਲਾਫ ਟਰੈਕਟਰ ਫੂਕਣ ਦਾ। ਸਿੱਖਿਆ ਮੰਤਰੀ ਬੋਲੇ ਜਦੋਂ ਤੱਕ ਕੋਰੋਨਾ ਖਤਮ ਨਹੀਂ ਹੁੰਦਾ ਉਦੋਂ ਤੱਕ ਨਹੀਂ ਖੁੱਲਣਗੇ ਸਕੂਲ। ਪੰਜਾਬ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,12,000 ਤੋਂ ਪਾਰ। ਸੋਨੂ ਸੂਦ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਵੱਲੋਂ ਅਵਾਰਡ। ਲਾਕਡਾਊਨ ਦੇ ਦੌਰਾਨ ਸੋਨੂ ਸੂਦ ਨੇ ਕੀਤੇ ਹਨ ਲੋਕ ਭਲਾਈ ਦੇ ਕਾਰਜ। ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ 3 ਨਵੰਬਰ ਨੂੰ, ਨਤੀਜੇ 10 ਨਵੰਬਰ ਨੂੰ ਆਉਣਗੇ। ਹੁਣ ਖਬਰਾਂ ਵਿਸਤਾਰ ਨਾਲ। ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ 3 ਕਿਸਾਨ ਵਿਰੋਧੀ ਖੇਤੀ ਬਿੱਲਾਂ ਦੇ ਖਿਲਾਫ ਚੱਲ ਰਹੇ ਵਿਰੋਧ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਅੱਜ ਚੰਡੀਗੜ੍ਹ 'ਚ ਮੀਟਿੰਗ ਕੀਤੀ। ਇਸ ਮੀਟਿੰਗ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਸਪੈਸ਼ਲ ਸੈਸ਼ਨ ਬੁਲਾਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਹਰ ਹੀਲੇ ਅਪਣਾਏਗੀ। ਉਹਨਾਂ ਕਿਹਾ ਕਿ ਇਸ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਫਰੰਟ ਤੋਂ ਇਹਨਾਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਲੜਾਈ ਲੜੀ ਜਾਵੇਗੀ। ਇਸ ਦੌਰਾਨ ਕਿਸਾਨ ਯੂਨੀਅਨਾਂ ਨੇ ਵੀ ਧਮਕੀ ਦਿੱਤੀ ਹੈ। ਉਹਨਾਂ ਦੇ ਵੱਲੋਂ ਗਵਰਨਰ ਹਾਊਸ ਦਾ ਵੀ ਘਿਰਾਓ ਕੀਤਾ ਜਾ ਸਕਦਾ ਹੈ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਉਹ ਹਰ ਹੀਲਾ ਵਰਤਣਗੇ। ਦਿੱਲੀ ਵਿੱਚ ਇੰਡੀਆ ਗੇਟ ਨੇੜੇ ਟਰੈਕਟਰ ਫੂਕੇ ਜਾਣ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਹੈ। ਬਰਿੰਦਰ ਸਿੰਘ ਢਿੱਲੋਂ ਦੇ ਨਾਲ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸ਼ੈਲਕੇ, ਰਾਸ਼ਟਰੀ ਜਨਰਲ ਸਕੱਤਰ ਹਰੀਸ਼ ਪਵਾਰ, ਰਾਸ਼ਟਰੀ ਜਨਰਲ ਸਕੱਤਰ ਅਬਰਾਹਮ ਰਾਏ ਨੇ ਵੀ ਤਿਲਕ ਨਗਰ ਥਾਣਾ ਦੇ ਵਿੱਚ ਗ੍ਰਿਫਤਾਰੀ ਦਿੱਤੀ। ਧਿਆਨ ਰਹੇ ਕਿ ਲੰਘੇ ਕੱਲ ਦਿੱਲੀ ਵਿੱਚ ਇੰਡੀਆ ਗੇਟ ਨੇੜੇ ਪੰਜਾਬ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਖੇਤੀ ਐਕਟਾਂ ਦੇ ਖਿਲਾਫ ਸਵੇਰੇ 7:15 ਵਜੇ ਦੇ ਕਰੀਬ ਟਰੈਕਟਰ ਸਾੜ ਕੇ ਵਿਰੋਧ ਕੀਤਾ ਸੀ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ 5 ਯੂਥ ਕਾਂਗਰਸੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਸੀ। ਟਰੈਕਟਰ ਸਾੜ ਜਾਣ ਦੀ ਘਟਨਾ ਦੇ ਨਾਲ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਭਾਜਣਾ ਪੈ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਕਾਨੂੰਨ ਸੰਬੰਧੀ ਹੋ ਰਹੇ ਵਿਆਪਕ ਵਿਰੋਧ ਦੇ ਚੱਲਦਿਆਂ ਪ੍ਰਤੀਕਿਰਿਆ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਖੇਤੀਬਾੜੀ ਬਿੱਲਾਂ ਬਾਰੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਕਿਸਾਨ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਉਹਨਾਂ ਕਿਹਾ ਹੈ ਕਿ MSP ਹਮੇਸ਼ਾ ਜਾਰੀ ਰਹੇਗੀ ਅਤੇ ਇਸ ਨੂੰ ਹਟਾਇਆ ਨਹੀਂ ਜਾਵੇਗਾ। ਮੋਦੀ ਨੇ ਕਿਹਾ ਹੈ ਕਿ ਜਿਹੜੇ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਉਹ ਨਹੀਂ ਚਾਹੁੰਦੇ ਕਿ ਕਿਸਾਨਾਂ ਨੂੰ ਖੁੱਲੇ ਬਾਜ਼ਾਰ ਦੇ ਵਿੱਚ ਆਪਣੀ ਉਪਜ ਵੇਚਣ ਦੀ ਆਜ਼ਾਦੀ ਮਿਲੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪ੍ਰਦਰਸ਼ਨ ਕਰਨ ਵਾਲੇ ਲੋਕ ਟਰੈਕਟਰਾਂ ਨੂੰ ਜਲਾ ਕੇ ਕਿਸਾਨਾਂ ਦਾ ਅਪਮਾਨ ਕਰ ਰਹੇ ਨੇ ਕਿਉਂਕਿ ਕਿਸਾਨ ਤਾਂ ਖੇਤੀ ਨਾਲ ਸੰਬੰਧਿਤ ਮਸ਼ੀਨਰੀ ਦੀ ਪੂਜਾ ਕਰਦੇ ਨੇ। ਧਿਆਨ ਰਹੇ ਕਿ ਲੰਘੇ ਕੱਲ ਯੂਥ ਕਾਂਗਰਸ ਨੇ ਦਿੱਲੀ ਵਿੱਚ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਅੱਗ ਲਗਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਖੇਤੀਬਾੜੀ ਕਾਨੂੰਨ ਦਾ ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਹੈ। ਇਸ ਦੇ ਉਲਟ ਭਾਜਪਾ ਇਸ ਦਾ ਸਮਰਥਨ ਕਰਨ ਲਈ ਚੰਡੀਗੜ੍ਹ ਦੇ ਵਿੱਚ ਅੱਗੇ ਆਈ ਹੈ। ਚੰਡੀਗੜ੍ਹ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਟਰੈਕਟਰ ਰੈਲੀ ਕੱਢੀ ਗਈ ਜਿਸ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ 34 ਦੀ ਗਰਾਊਂਡ ਦੇ ਵਿੱਚ ਹੀ ਰੋਕ ਦਿੱਤਾ। ਭਾਜਪਾ ਦਾ ਪ੍ਰੋਗਰਾਮ ਸੀ ਕਿ ਟਰੈਕਟਰ ਰੈਲੀ ਨੂੰ ਪੂਰੇ ਚੰਡੀਗੜ੍ਹ ਦੇ ਵਿੱਚ ਘੁਮਾਇਆ ਜਾਵੇ ਪਰ ਕੋਵਿਡ-19 ਨਿਯਮਾਂ ਦੀਆਂ ਧੱਜੀਆਂ ਉੜਦੀਆਂ ਵੇਖ ਚੰਡੀਗੜ੍ਹ ਪੁਲਿਸ ਨੇ ਰੈਲੀ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਭਾਜਪਾ ਕਾਰਕੁਨਾਂ ਨੂੰ ਰੈਲੀ ਦੁਸਹਿਰਾ ਗਰਾਊਂਡ ਦੇ ਵਿੱਚ ਹੀ ਸਮਾਪਤ ਕਰਨੀ ਪਈ। ਧਿਆਨ ਰਹੇ ਕਿ ਬੀਜੇਪੀ ਨੂੰ ਛੱਡ ਕੇ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਨੇ। ਪੰਜਾਬ ਦੇ ਵਿੱਚ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਵੀ ਵਿੱਢਿਆ ਹੋਇਆ ਹੈ ਜੋ 2 ਅਕਤੂਬਰ ਤੱਕ ਜਾਰੀ ਰਹੇਗਾ। ਇਸ ਦੇ ਚੱਲਦਿਆਂ ਖੇਤੀ ਕਾਨੂੰਨ ਦਾ ਵਿਰੋਧ ਚਾਰੇ ਪਾਸੇ ਹੁੰਦਾ ਵੇਖ ਭਾਜਪਾ ਨੇ ਕਾਨੂੰਨ ਦੇ ਹੱਕ ਦੇ ਵਿੱਚ ਰੈਲੀ ਕੱਢਣ ਦੀ ਕੋਸ਼ਿਸ਼ ਕੀਤੀ ਹੈ।
ਆਪ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਗਲਤ ਬਿਆਨਬਾਜ਼ੀ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਿਸਾਨਾਂ ਦੇ ਅੰਦੋਲਨ ਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਅਤੇ ISI ਇਸ ਦਾ ਫਾਇਦਾ ਚੁੱਕ ਸਕਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਬਿਆਨ ਦੇ ਰਹੇ ਨੇ ਕਿ ਪੰਜਾਬ ਨੂੰ ਕਿਸਾਨਾਂ ਦੇ ਅੰਦੋਲਨ ਤੋਂ ਬਹੁਤ ਵੱਡਾ ਖਤਰਾ ਹੈ। ਅਰੋੜਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਕੋਲ ਇਸ ਸੰਬੰਧੀ ਕੋਈ ਪੁਖਤਾ ਸਬੂਤ ਜਾਂ ਜਾਣਕਾਰੀ ਹੈ ਤਾਂ ਉਹ ਇਹ ਜਾਣਕਾਰੀ ਕੇਂਦਰ ਸਰਕਾਰ ਦੇ ਨਾਲ ਸਾਂਝੀ ਕਰਕੇ ਬਣਦੀ ਕਾਰਵਾਈ ਕਰਨ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ। ਅਮਨ ਅਰੋੜਾ ਨੇ ਕਿਹਾ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਕੀਤੇ ਜਾ ਰਹੇ ਸ਼ਾਂਤਮਈ ਢੰਗ ਦੇ ਨਾਲ ਧਰਨਾ ਪ੍ਰਦਰਸ਼ਨ ਦਾ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਸੰਗਠਨਾਂ ਦਾ ਮਿਲ ਰਿਹਾ ਸਮਰਥਨ ਇੱਕ ਸ਼ਲਾਘਾਯੋਗ ਕਦਮ ਹੈ। ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਿਆਂ ਕਿਹਾ ਕਿ ਰਾਜਾ ਸਾਹਿਬ ਆਪਣੀ ਪੰਜਾਬ ਪ੍ਰਤੀ ਨਾਕਾਮੀ ਨੂੰ ਛੁਪਾਉਣ ਲਈ ਅਜਿਹੀ ਗਲਤ ਬਿਆਨਬਾਜ਼ੀ ਤੋਂ ਗੁਰੇਜ਼ ਕਰੋ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਖਤਮ ਨਹੀਂ ਹੁੰਦਾ ਉਦੋਂ ਤੱਕ ਸੂਬੇ ਦੇ ਵਿੱਚ ਸਕੂਲ ਖੋਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਨੇ ਅਤੇ ਬੱਚਿਆਂ ਸੰਬੰਧੀ ਕੋਈ ਲਾਪਰਵਾਹੀ ਨਹੀਂ ਵਰਤੀ ਜਾ ਸਕਦੀ। ਵਿਜੇਂਦਰ ਸਿੰਗਲਾ ਨੇ ਮੋਗਾ ਦੇ ਕਸਬਾ ਬਦਨੀ ਕਲਾਂ ਦੇ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ। ਸਿੰਗਲਾ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਪੂਰੇ ਪੀਕ ਤੇ ਹੈ ਅਤੇ ਇਸ ਸੰਬੰਧੀ ਅਜੇ ਤੱਕ ਕੋਈ ਵੀ ਵੈਕਸੀਨ ਜਾਂ ਦਵਾਈ ਨਹੀਂ ਆਈ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਦੱਸੀਆਂ ਗਈਆਂ ਸਾਵਧਾਨੀਆਂ ਵਰਤ ਕੇ ਹੀ ਆਪਣਾ ਬਚਾਅ ਕਰ ਰਹੇ ਹਾਂ। ਇਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,12,000 ਤੋਂ ਪਾਰ ਹੋ ਗਈ ਹੈ ਅਤੇ 91,000 ਤੋਂ ਜ਼ਿਆਦਾ ਕੋਰੋਨਾ ਪੀੜਤ ਸਿਹਤਯਾਬ ਹੋ ਚੁੱਕੇ ਨੇ। ਪੰਜਾਬ ਦੇ ਵਿੱਚ ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 18,000 ਦੇ ਕਰੀਬ ਹੈ ਅਤੇ 3300 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ। ਪਾਕਿਸਤਾਨ ਦੇ ਵੱਲੋਂ ਸਰਹੱਦ ਰਾਹੀਂ ਭਾਰਤੀ ਖੇਤਰ ਦੇ ਵਿੱਚ ਹੈਰੋਇਨ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। BSF ਦੇ ਵੱਲੋਂ ਪਾਕ ਦੇ ਅਜਿਹੇ ਮਨਸੂਬਿਆਂ ਨੂੰ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਫਿਰੋਜ਼ਪੁਰ ਸੈਕਟਰ ਦੇ ਵਿੱਚ BSF ਨੇ ਅੱਜ 6 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੀਮਤ 32 ਕਰੋੜ ਰੁਪਏ ਦੱਸੀ ਜਾ ਰਹੀ ਹੈ। BSF ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਦੇ ਵੱਲੋਂ ਭੇਜੀ ਗਈ ਸੀ ਅਤੇ BSF ਨੇ ਇਸ ਹੈਰੋਇਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ। ਉਹਨਾਂ ਦੱਸਿਆ ਕਿ ਹੁਣ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਹੜੇ ਪਾਕਿਸਤਾਨੀ ਤਸਕਰਾਂ ਨੇ ਇਹ ਹੈਰੋਇਨ ਭੇਜੀ ਸੀ। ਫਿਲਮ ਅਦਾਕਾਰ ਸੋਨੂ ਸੂਦ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਲਗਾਏ ਗਏ ਲਾਕਡਾਊਨ ਦੇ ਦੌਰਾਨ ਸੋਨੂ ਸੂਦ ਦੇ ਵੱਲੋਂ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਸਮੇਤ ਹੋਰ ਲੋੜਵੰਦ ਵਿਅਕਤੀਆਂ ਦੀ ਉਚੇਚੇ ਤੌਰ ਤੇ ਮਦਦ ਕੀਤੀ ਗਈ ਸੀ। ਇਸ ਲੋਕ ਭਲਾਈ ਦੇ ਕਾਰਜ ਕਰਕੇ ਸੋਨੂ ਸੂਦ ਨੂੰ ਵਿਸ਼ੇਸ਼ ਮਾਨਵਤਾਵਾਦੀ ਐਕਸ਼ਨ ਪੁਰਸਕਾਰ ਭੇਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਅਵਾਰਡ ਐਂਜਲੀਨਾ ਜੋਲੀ, ਡੇਵਿਡ ਬੈਕਹਮ, ਲਿਓਨਾਰਡੋ ਡੀ ਕੈਪਰੀਓ, ਐਮਾ ਵਾਟਸਨ ਅਤੇ ਲਿਆਮ ਨੀਸਨ ਵਰਗੀਆਂ ਹਸਤੀਆਂ ਨੂੰ ਮਿਲ ਚੁੱਕਾ ਹੈ। ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਆਉਂਦੀ 3 ਨਵੰਬਰ ਨੂੰ ਹੋਵੇਗੀ ਅਤੇ ਇਹਨਾਂ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਆਉਣਗੇ। ਮੱਧ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਭਾਜਪਾ ਆਪਣੀ ਸੱਤਾ ਬਚਾਉਣ ਅਤੇ ਕਾਂਗਰਸ ਆਗੂ ਕਮਲਨਾਥ 6 ਮਹੀਨੇ ਪਹਿਲਾਂ ਗਵਾਈ ਸੱਤਾ ਵਾਪਸ ਲਿਆਉਣ ਲਈ ਲੜਾਈ ਲੜ ਰਹੇ ਨੇ। ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਆਏ ਜੋਤੀਰਾਓ ਸਿੰਧੀਆ ਦੀ ਸਾਖ ਵੀ ਦਾਤ ਲੱਗੀ ਹੋਈ ਹੈ ਕਿਉਂਕਿ ਜਿਨ੍ਹਾਂ 28 ਸੀਟਾਂ ਤੇ ਜ਼ਿਮਨੀ ਚੋਣ ਹੋ ਰਹੀ ਹੈ ਉਹਨਾਂ ਵਿੱਚ 16 ਸੀਟਾਂ ਸਿੰਧੀਆ ਦੇ ਪ੍ਰਭਾਵ ਵਾਲੇ ਖੇਤਰ ਦੀਆਂ ਨੇ। ਇਹ ਵੀ ਸ਼ਾਇਦ ਪਹਿਲੀ ਵਾਰ ਹੈ ਕਿ ਕਿਸੇ ਸੂਬੇ ਦੇ ਵਿੱਚ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਸੀਟਾਂ ਤੇ ਜ਼ਿਮਨੀ ਚੋਣ ਹੋ ਰਹੀ ਹੋਵੇ। ਇਸ ਦਾ ਕਾਰਨ ਇਹ ਸੀ ਕਿ ਮੱਧ ਪ੍ਰਦੇਸ਼ ਦੇ ਵਿੱਚ ਮਾਰਚ ਮਹੀਨੇ ਸਿਆਸੀ ਫੇਰਬਦਲ ਹੋਇਆ ਅਤੇ ਕਾਂਗਰਸ ਦੇ 22 ਵਿਧਾਇਕਾਂ ਨੇ ਅਸਤੀਫਾ ਦੇ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਕਮਲਨਾਥ ਦੀ ਕਾਂਗਰਸੀ ਸਰਕਾਰ ਡਿੱਗ ਪਈ ਸੀ। ਧਿਆਨ ਰਹੇ ਕਿ 6 ਸੀਟਾਂ ਕਿਸੇ ਹੋਰ ਕਾਰਨਾਂ ਕਰਕੇ ਖਾਲੀ ਹੋਈਆਂ ਸਨ। ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼, ਗੁਜਰਾਤ, ਉੜੀਸਾ, ਨਾਗਾਲੈਂਡ, ਮਨੀਪੁਰ ਸਮੇਤ ਹੋਰ ਪ੍ਰਦੇਸ਼ਾਂ ਦੀਆਂ 56 ਵਿਧਾਨ ਸਭਾ ਸੀਟਾਂ ਅਤੇ ਇੱਕ ਲੋਕ ਸਭਾ ਸੀਟ ਤੇ ਜ਼ਿਮਨੀ ਚੋਣ 3 ਨਵੰਬਰ ਨੂੰ ਕਰਾਉਣ ਦਾ ਐਲਾਨ ਕੀਤਾ ਹੈ। ਕੋਰੋਨਾ ਕਾਲ ਦੇ ਦੌਰਾਨ WHO ਹੁਣ ਘੱਟ ਕਮਾਈ ਵਾਲੇ ਦੇਸ਼ਾਂ ਤੱਕ 12 ਕਰੋੜ ਕੋਰੋਨਾ ਟੈਸਟ ਕਿੱਟਾਂ ਪਹੁੰਚਾਵੇਗਾ। WHO ਦੇ ਮਹਾਨਿਰਦੇਸ਼ਕ ਟੈਡਰੋਸ ਨੇ ਦੱਸਿਆ ਹੈ ਕਿ ਇਸ ਕਾਰਜ ਲਈ 2 ਕੰਪਨੀਆਂ ਦੇ ਨਾਲ ਕਰਾਰ ਕੀਤਾ ਗਿਆ ਅਤੇ ਇਹਨਾਂ ਟੈਸਟਿੰਗ ਕਿੱਟਾਂ ਦੇ ਨਾਲ 15 ਤੋਂ 30 ਮਿੰਟਾਂ ਵਿੱਚ ਹੀ ਨਤੀਜੇ ਮਿਲ ਸਕਣਗੇ। ਇਸ ਦੇ ਚੱਲਦਿਆਂ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 61,50,000 ਤੋਂ ਪਾਰ ਹੋ ਚੁੱਕੀ ਹੈ ਅਤੇ ਲੰਘੇ 24 ਘੰਟਿਆਂ ਦੇ ਦੌਰਾਨ ਦੇਸ਼ ਵਿੱਚ 70,000 ਦੇ ਕਰੀਬ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 85,000 ਤੋਂ ਜ਼ਿਆਦਾ ਤੰਦਰੁਸਤ ਵੀ ਹੋਏ ਨੇ। ਭਾਰਤ ਦੇ ਵਿੱਚ ਹੁਣ ਤੱਕ 51 ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤ ਸਿਹਤਯਾਬ ਹੋ ਚੁੱਕੇ ਨੇ ਅਤੇ 97,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਇਸੇ ਦੌਰਾਨ ਦੁਨੀਆ ਭਰ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3 ਕਰੋੜ 36 ਲੱਖ ਦੇ ਕਰੀਬ ਹੋ ਚੁੱਕੀ ਹੈ ਅਤੇ 2 ਕਰੋੜ 50 ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤ ਠੀਕ ਹੋ ਚੁੱਕੇ ਨੇ। ਧਿਆਨ ਰਹੇ ਕਿ ਸੰਸਾਰ ਭਰ ਦੇ ਵਿੱਚ ਹੁਣ ਤੱਕ ਕੋਰੋਨਾ ਕਰਕੇ 10 ਲੱਖ ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ। ਕੱਲ ਫੇਰ ਹਾਜ਼ਰ ਹੋਵਾਂਗੇ। ਤੁਸੀਂ ਵੇਖਦੇ ਤੇ ਸੁਣਦੇ ਰਹੋ ਪ੍ਰਵਾਸੀ ਰੇਡੀਓ। ਮੈਨੂੰ ਦਿਓ ਇਜਾਜ਼ਤ। ਧੰਨਵਾਦ।
80 to 85% ਕਰਜ਼ੇ ਮਾਫ ਕਰਾ ਦੇਣਗੇ। ਜਗਮੋਹਨ ਸਿੰਘ ਨੰਦਾ ਐਂਡ ਐਸੋਸੀਏਟ ਲਾਇਰਸ ਵੱਲੋਂ ਪ੍ਰਵਾਸੀ ਮੀਡੀਆ ਗਰੁੱਪ ਨੂੰ, ਰਜਿੰਦਰ ਸੈਣੀ ਨੂੰ ਤੇ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਦਿੰਦੇ ਆ ਜੀ ਕਿ ਪ੍ਰਵਾਸੀ ਰੇਡੀਓ ਨੂੰ 16 ਸਾਲ ਕੰਪਲੀਟ ਹੋ ਰਹੇ ਨੇ। ਪ੍ਰਵਾਸੀ ਮੀਡੀਆ ਗਰੁੱਪ ਨੂੰ 18 ਸਾਲ ਕੰਪਲੀਟ ਹੋ ਰਹੇ ਨੇ ਤੇ ਉਹ ਇੱਕ ਨਵਾਂ ਟੀਵੀ ਚੈਨਲ ਸ਼ੁਰੂ ਕਰਨਾ ਜਾ ਰਹੇ ਨੇ ਪ੍ਰਵਾਸੀ ਟੀਵੀ। ਉਹਨਾਂ ਲਈ ਉਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਉਹ ਵੀ ਇਸ ਤਰ੍ਹਾਂ ਤਰੱਕੀਆਂ ਕਰੇ ਜਿਵੇਂ ਬਾਕੀ ਉਹਨਾਂ ਦਾ ਵੈਂਚਰਸ ਤਰੱਕੀਆਂ ਕਰਦੇ ਰਹੇ ਨੇ। ਬਹੁਤ ਨਿਰਪੱਖਤਾ ਨਾਲ, ਬਹੁਤ ਮਿਹਨਤ ਨਾਲ ਰਜਿੰਦਰ ਸੈਣੀ ਜੀ ਸਾਡੇ ਤੱਕ ਖਬਰਾਂ ਲਿਆਉਂਦੇ ਨੇ। ਬੜੇ ਡੈਡੀਕੇਟਡ ਜਰਨਲਿਸਟ ਨੇ ਔਰ ਇਹਨਾਂ ਦੀ ਜਿਹੜੀ 16-18 ਸਾਲ ਦੀ ਮਿਹਨਤ ਹੈ ਅਸੀਂ ਦੇਖਦੇ ਆਏ ਹਾਂ ਕਿਸ ਤਰ੍ਹਾਂ ਸਰੋਤੇ ਉਹਨਾਂ ਨਾਲ ਪਿਆਰ ਕਰਦੇ ਨੇ। ਦੇ ਲੁੱਕ ਫਾਰਵਰਡ ਟੂ ਉਹਨਾਂ ਦੇ ਪ੍ਰੋਗਰਾਮ ਨੂੰ ਸੁਣਨ ਲਈ ਹਮੇਸ਼ਾ ਬੇਚੈਨ। ਮੁਹੰਮਦ ਸਦੀਕ ਸਾਹਿਬ ਸਾਡੇ ਮਹਿਮਾਨ ਨੇ ਸਟੂਡੀਓ ਵਿੱਚ ਨੇ ਸਾਡੇ ਕੋਲ। ਇਸ ਵੇਲੇ ਬੜੀ ਵੱਡੀ ਇਸ ਵੇਲੇ ਚਿੰਤਾ ਦੀ ਗੱਲ ਇਹ ਹੈ ਕਿ ਜੋ ਹਾਲਾਤ ਬਣੇ ਹੋਏ ਹੈ ਸਾਡੇ ਇਸ ਮੁਲਕ ਦੇ ਵਿੱਚ, ਸਾਰੀ ਦੁਨੀਆ 'ਚ ਖੈਰ ਹਾਲਾਤ ਤੇ ਬੜੇ ਇਸ ਵੇਲੇ ਨਾਜ਼ੁਕ ਚੱਲ ਰਹੇ ਹੈ, ਲੇਕਿਨ ਸਾਡੇ ਇੱਥੇ ਚਿੰਤਾ ਇਹ ਹੈ ਕਿ ਚੰਗੇ ਭਲੇ ਅਸੀਂ ਕਰੋਨਾ ਵਾਇਰਸ ਤੋਂ ਬਚ ਗਏ ਸੀ, ਸੁਰਖਰੂ ਹੋ ਰਹੇ ਸੀ। ਮੁੜ ਤੋਂ ਸੈਕੰਡ ਵੇਵ ਜਿਹੜੀ ਉਹ ਆ ਚੁੱਕੀ ਹੈ। ਤੁਸੀਂ ਦੇਖ ਰਹੇ ਹੋ ਅੱਜ ਫਿਰ 554 ਕੇਸ ਆ ਗਏ ਹੈ। ਕਈ ਮੈਡੀਕਲ ਐਕਸਪਰਟ ਤੇ ਇਹ ਗੱਲ ਕਹਿ ਰਹੇ ਹੈ ਕਿ 1000 ਤੋਂ ਲੈ ਕੇ 1500 ਕੇਸ ਰੋਜ਼ ਆਇਆ ਕਰਨਗੇ। ਅਕਤੂਬਰ ਮਹੀਨੇ ਅਸੀਂ ਪੀਕ ਨੂੰ ਜਾਵਾਂਗੇ ਸੈਕੰਡ ਵੇਵ ਦੇ ਵਿੱਚ। ਤਾਂ ਇਹ ਬੜਾ ਇੱਕ ਇਸ ਲਈ ਚਿੰਤਾ ਦਾ ਮਾਹੌਲ ਹੈ। ਐਸੇ ਸਮੇਂ ਦੇ ਵਿੱਚ ਲੋਕਾਂ ਦੀ ਜੌਬ ਜਾਏਗੀ, ਐਸੇ ਸਮੇਂ ਦੇ ਵਿੱਚ ਲੋਕੀ ਕਾਰੋਬਾਰਾਂ ਤੋਂ ਮੁਕਤ ਹੋ ਜਾਣਗੇ, ਤੋਂ ਫਾਰਗ ਹੋ ਜਾਣਗੇ ਕਾਰੋਬਾਰਾਂ ਤੋਂ, ਤੇ ਫਿਰ ਕਿਵੇਂ ਚੱਲੇਗਾ ਘਰ ਦਾ ਖਰਚਾ? ਸਿਰ ਤੇ ਚੜੇ ਹੋਏ ਕਰਜ਼ਿਆਂ ਦਾ ਕੀ ਬਣੇਗਾ? ਇਹ ਬੜੀ ਵੱਡੀ ਚਿੰਤਾ ਹੈ, ਸਭ ਨੂੰ ਸਤਾ ਰਹੀ ਹੈ। ਤਾਂ ਐਸੇ ਸਮੇਂ ਦੇ ਵਿੱਚ ਤੁਹਾਡੇ ਲਈ ਸਹੀ ਸਲਾਹ ਦੇਣਗੇ ਮੁਹੰਮਦ ਸਦੀਕ ਸਾਹਿਬ, ਸਾਡੇ ਮਹਿਮਾਨ ਹੈ। ਸਦੀਕ ਸਾਹਿਬ ਸਵਾਗਤ ਕਰਦੇ ਹਾਂ ਤੁਹਾਡਾ। ਥੋੜਾ ਅੱਗੇ ਆ ਜਾਓ। ਕੀ ਹਾਲ ਹੈ ਜੀ? ਬਹੁਤ ਅੱਛਾ ਜੀ, ਦਿਓ ਜਾਣਕਾਰੀ ਥੋੜੀ ਜੀ। ਫਿਰ जी बिल्कुल सैनी साहब तुसें सही कहा कि सेकंड वेव जी शुरू हो चुकी है जी। थोड़ा होर पहले जिस टाइम जी जी कोई नहीं जी जिस टाइम शुरू हुई सी तो उस टाइम काफ़ी सारी हेल्प गवर्नमेंट ने भी की थी और दूसरा बैंकों ने भी हेल्प की थी कि पेमेंट डेफर्ड करती हैं, प्रॉपर्टी टैक्सेस डेफर्ड हो गए ने, जो कि हुण शुरू हो चुके हैं। दोबारा पेमेंट शुरू हो रही हैं और ज़ाहिर एमरजेंसी फंड ख़त्म कर दिया गवर्नमेंट ने। EI तो उन्होंने कन्वर्ट कर दिता गया, किसी को मिलेगी EI, किसी को नहीं मिलेगी। तो इस वास्ते कोशिश करो कि अगर तुहाडा पैसा किधरे ज़ाया हो रहा इंटरेस्ट की सूरत विच तो वो तुसी रिलीफ लैण की कोशिश करो अपने क्रेडिटर्स कोलों। उस वास्ते असीं तुहाडी हेल्प कर सकते हैं। किस किस्म का अगर तुहाडा सिक्योर्ड अनसिक्योर्ड कर्जा है, जैसे क्रेडिट कार्ड ने, लाइन ऑफ क्रेडिट है, पर्सनल लोन्स, पे डे लोन्स है ने, इनकम टैक्स है, पर्सनल बिजनेस GST है, बिजनेस लोन है, ये सारे कर्जे असीं तुहाडे मुआफ़ करा सकते हैं। कोशिश करते हैं 90% तक मुआफ़ करा दिए कर्जा तुहाडा। बाकी छोटी छोटी किस्तां तुसीं बगैर इंटरेस्ट दे पे करो, क्योंकि इस कर्जे वास्ते तुसीं रिलीफ लै सकते हो। लेकिन अगर तुसीं मार्गेज कहोगे कोई रिलीफ मिलेगा, बिल्कुल नहीं मिलेगा, पूरी पे करनी पैगी। गड्डी दा लोन है तुहाडा, गड्डी तुहानूं रखनी पैंदी है, वो तुहाडे वर्क वास्ते कम वास्ते या वट एवर, तो वो पेमेंट तुहानूं करनी पैंदी है। इस वास्ते अगर जो मैंडेटरी पेमेंट्स ने वो तो तुसीं करनियां ही करनियां ने। इस भी एटलीस्ट तुहानूं रिलीफ अपना लै लोगे, तुहाडा पैसा भी ज़ाया नहीं होएगा, एसेट भी तुहाडे एज इट इज़ रहणगे। चाहे तुहाडे नां ते पेड ऑफ घर है, मार्गेज ते घर है, RSP है, RESP है, ये सारे एसेट नूं असीं लीगल तरीके नाल सेव करदे हां, तुहानूं डेट फ्री करने 'च हेल्प करदे हां। और अगर इस भी क्रेडिट तुहाडा खराब होंदा तो असीं दोबारा क्रेडिट रीबिल्ड करने वास्ते अपने क्लाइंट नूं एनरोल करदे हां क्रेडिट रीबिल्ड प्रोग्राम विच, और बहुत जल्द तुहानूं क्रेडिट भी रीबिल्ड करा के दित्ता जांदा। तुहानूं 7-8 साल तक बिल्कुल वेट नहीं करना पेगा क्रेडिट बिल्ड करने वास्ते। अगर तुहाडे कोई भी क्वेश्चन इस बारे मैनूं कॉल कर सकते हो 416-671 0577 416 671 0577 ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਕਿਸੇ ਵੀ ਮੇਰੀ ਲੋਕੇਸ਼ਨ ਤੇ ਆ ਕੇ ਤੁਸੀਂ ਮੇਰੇ ਨਾਲ ਮਿਲ ਸਕਦੇ ਹੋ। ਫ੍ਰੀ ਕੰਸਲਟੇਸ਼ਨ ਹੈ, ਪ੍ਰਾਈਵੇਸੀ ਦਾ ਪੂਰਾ ਖਿਆਲ ਰੱਖਿਆ ਜਾਂਦਾ। और मैं खुद तुहाडे नाल बैठांगा, तुहाडी यूनिक सिचुएशन नूं रिव्यू करके तुहानूं दस सकदा कि किहड़े ऑप्शनस अवेलेबल ने तुहाडे वास्ते, किहड़ा ऑप्शन तुहानूं सूट करेगा, वो क्यों सूट करेगा। और एक चीज़ जी मैं सैनी साहब गारंटी करदा कि अगर मैं किसी भी क्लाइंट का केस रिव्यू करदा और मैं केस वो लैंदा, मैनूं लगदा कि मैं केस अप्रूव करवा सकदा तो मैं केस लवांगा। और इस चीज़ की मैं गारंटी करदा कि मेरे ऑफिस चों तुहानूं किसी किस्म का कोई सरप्राइज़ नहीं मिलेगा। जो वादा करेंगे तुहाडे नाल उस दे मुताबिक जिस टाइम केस तुहाडा अप्रूव हो जाएगा, अप्रूवल लैटर तुहानूं मिल जाएगा, उस तो बाद तुहाडीआं पेमेंटां शुरू होणगीआं। उस तो पहले कुछ पे नहीं करना। इस वास्ते अगर तुहाडे कोई चाहे छोटा कर्जा $5000 का, 5 या $5 लाख का, अगर मिनिमम पेमेंट्स कर रहे हो, या एक क्रेडिट कार्ड का बिल दूसरे क्रेडिट कार्ड तो पे कर रहे हो, या कलैक्शन दी कॉल आ रही ने, तो एक दफ़ा कॉल करके तुसी इन्फॉर्मेशन ले लो। घर बैठे कभी भी डिसाइड ना करो कि मेरे वास्ते कोई ऑप्शन नहीं है, मेरे नाम ते घर है, मैनू रिलीफ मिल नहीं सकता, या मैनू रिलीफ मिले तो मैनू कभी मार्गेज नहीं मिलेगी। इस तरह बिल्कुल नहीं है। एसेट बिजनेस सब कुछ एज इट इज़ रहणगे और तुसी डेट फ्री भी हो जाओगे, और क्रेडिट भी थोड़ा बहुत जल्द तुहानूं वापस मिल जाएगा। साडी लोकेशन स्कारबरो दे विच है, मार्खम एलिजमेर दे कोल।
ਥਾਨਿਲ ਵਿੱਚ ਹੈ ਯੰਗ ਔਰ ਸਟੀਲਸ ਦੇ ਕੋਲ, ਇਟੋਬੀਗੋ ਦੇ ਸਾਡਾ ਹੈੱਡ ਆਫਿਸ ਹੈ ਕਿਪਲਿੰਗ ਰੈਕਸਟਲ ਦੇ ਕੋਲ, ਮਿਸਿਸਾਗਾ ਦੇ ਵਿੱਚ ਹੈ ਟਾਮਕਿਨ ਡੰਡਾਸ ਦੇ ਕੋਲ, ਔਰ ਬਰੈਂਪਟਨ ਵਿੱਚ ਹੈ ਡਿਕਸੀ ਬੁਵੇਟ ਦੇ ਕੋਲ। ਇੱਕ ਹੀ ਸਾਡਾ ਨੰਬਰ ਹੈ 4166710577 ਜਾਂ ਅਗਰ ਤੁਸੀਂ ਵੈਨਕੂਵਰ ਜਾਂ ਅਲਬਰਟਾ ਰਹਿੰਦੇ ਹੋ ਉੱਥੇ ਸਾਡੀ ਲੋਕੇਸ਼ਨ ਹੈ, ਉਹਦਾ ਨੰਬਰ ਹੈ 1855671057 ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਫੋਨ ਤੇ ਇਨਫੋਰਮੇਸ਼ਨ ਲੈ ਸਕਦੇ ਹੋ ਜਾਂ ਕਿਸੇ ਵੀ ਲੋਕੇਸ਼ਨ ਤੇ ਆ ਕੇ ਮਿਲ ਸਕਦੇ ਹੋ। ਇਹ ਨਹੀਂ ਕਿ ਇੱਕ ਦਫਾ ਮਿਲੋਗੇ ਤੇ ਫ੍ਰੀ ਹੋਏਗੀ, ਦੁਬਾਰਾ ਕੋਈ ਕੁਐਸਚਨ ਹੋਏਗਾ ਤੇ ਪੇ ਕਰਨਾ ਪਏਗਾ, ਨਹੀਂ। ਜਿੰਨੀ ਦਫਾ ਆਓਗੇ ਤੁਸੀਂ 50 ਦਫਾ ਸਾਡੇ ਆਫਿਸ ਚਾਹੁੰਦੇ ਹੋ, ਫ੍ਰੀ ਕੰਸਲਟੇਸ਼ਨ ਹੈ, ਕੁਝ ਅਸੀਂ ਚਾਰਜ ਨਹੀਂ ਕਰਦੇ। ਹਾਂ ਤੁਹਾਨੂੰ ਲੱਗਦਾ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ, ਆਪਣਾ ਕੇਸ ਦਿਓ, ਅਸੀਂ ਤੁਹਾਡਾ ਕੇਸ ਅਪਰੂਵ ਕਰਵਾਵਾਂਗੇ। ਜਿਸ ਟਾਈਮ ਕੇਸ ਤੁਹਾਡਾ ਅਪਰੂਵ ਹੋ ਜਾਏਗਾ, ਜੋ ਅਸੀਂ ਵਾਅਦਾ ਕਰਾਂਗੇ ਉਸ ਦੇ ਮੁਤਾबिक ਉਸ ਤੋਂ ਬਾਅਦ ਤੁਹਾਡੀਆਂ ਪੇਮੈਂਟਾਂ ਸ਼ੁਰੂ ਹੋਣਗੀਆਂ। ਉਸ ਤੋਂ ਪਹਿਲੇ ਕੁਝ ਪੇ ਨਹੀਂ ਕਰਨਾ। ਕੋਸ਼ਿਸ਼ ਕਰੋ ਕਿ ਆਨ ਟਾਈਮ ਪੇਮੈਂਟ ਕਰਦੇ ਮੇਰੇ ਕੋਲ ਆਓਗੇ तो ਤੁਹਾਡੇ ਵਾਸਤੇ ਜ਼ਿਆਦਾ ਆਪਸ਼ਨ ਅਵੇਲੇਬਲ ਹੋਣਗੇ, ਤੁਹਾਡਾ ਕ੍ਰੈਡਿਟ ਜ਼ਿਆਦਾ ਖਰਾਬ ਨਹੀਂ ਹੋਏਗਾ। ਅਗਰ ਇਸ ਆਪਸ਼ਨ ਹੀ ਖਰਾਬ ਹੁੰਦਾ ਵੀ ਹੈ तो दोबारा बहुत जल्द ਤੁਹਾਡਾ ਕ੍ਰੈਡਿਟ ਬਿਲਡ ਹੋ ਜਾਏਗਾ, ਨਾ ਕਿ ਤੁਹਾਡਾ ਕੇਸ ਕਲੈਕਸ਼ਨ ਵਿੱਚ ਜਾਏ ਔਰ ਕਲੈਕਸ਼ਨ ਰਿਪੋर्ट ਹੋਏ ਤੁਹਾਡੀ ਕ੍ਰੈਡਿਟ ਰਿਪੋर्ट ਤੇ ਫਿਰ ਥੋੜਾ ਟਾਈਮ ਜ਼ਿਆਦਾ ਲੱਗੇਗਾ ਤੁਹਾਨੂੰ ਕ੍ਰੈਡਿਟ ਬਿਲਡ ਕਰਨ ਲਈ, ਲੇਕਿਨ ਬਿਲਡ ਅਸੀਂ ਤੁਹਾਡਾ ਕ੍ਰੈਡਿਟ ਜ਼ਰੂਰ ਕਰਾ ਦੇਵਾਂਗੇ। 416 671 0577 4166710577 ਫੋਨ ਨੰਬਰ ਹੈ। ਐਵੇਂ ਦਵਾਈਆਂ ਨਾ ਖਾਓ, ਬਿਮਾਰੀਆਂ ਨਾ ਲਗਾਓ। ਜਿਹੜਾ ਕੰਮ ਹੈ ਜਿਸ ਤਰ੍ਹਾਂ ਪ੍ਰੋਫੈਸ਼ਨਲ ਤਰੀਕੇ ਨਾਲ ਡੀਲ ਕਰਨਾ, ਉਸ ਪ੍ਰੋਫੈਸ਼ਨਲ ਤਰੀਕੇ ਨਾਲ ਹੀ ਉਸ ਕੰਮ ਨੂੰ ਡੀਲ ਕਰੋ ਤੇ ਜ਼ਿਆਦਾ ਬਿਹਤਰ ਹੈ। ਇਹਨਾਂ ਨੂੰ ਬਕਾਇਦਾ ਟ੍ਰੇਨਿੰਗ ਹੈ, ਲਾਇਸੈਂਸ ਹੈ, ਤਾਂ ਇਹ ਇਹਨਾਂ ਦਾ ਪ੍ਰੋਫੈਸ਼ਨ ਹੈ, ਇਹ ਉਹਦੇ ਨਾਲ ਡੀਲ ਬਿਹਤਰ ਤਰੀਕੇ ਨਾਲ ਕਰ ਸਕਦੇ ਆ। ਜਿਹੜੀ ਗੱਲ ਦੀ ਸਾਨੂੰ ਸਮਝ ਨਾ ਹੋਵੇ, ਕਿਸੇ ਪ੍ਰੋਫੈਸ਼ਨਲ ਤੋਂ ਸਲਾਹ ਲੈਣ 'ਚ ਕੋਈ ਬੁਰਾਈ ਨਹੀਂ। 416 671 0577 ਸਿਰਫ ਇੱਕ ਫੋਨ ਕਾਲ ਅਵੇ ਨੇ ਤੁਹਾਡੇ ਤੋਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ। 416 671 0577 ਮੁਹੰਮਦ ਸਦੀਕ ਸਾਹਿਬ ਦਾ ਨੰਬਰ ਹੈ। ਆਲ ਡੈਟ ਸੋਲੂਸ਼ਨ ਇਹਨਾਂ ਦੀ ਕੰਪਨੀ ਹੈ। ਥੈਂਕ ਯੂ ਸਰ। ਥੈਂਕ ਯੂ ਸੈਨੀ ਸਾਹਿਬ। ਔਰ ਅਗਲੇ ਹਫਤੇ ਫਿਰ ਕਰਦੇ ਹਾਂ ਗੱਲ ਇਨਸ਼ਾਅੱਲਾ। ਤੇ ਲਓ ਜੀ, ਤੁਹਾਨੂੰ ਲੈ ਕੇ ਚੱਲਦੇ ਹਾਂ ਦਿੱਲੀ, ਗੱਲ ਕਰਦੇ ਹਾਂ ਮਨਜਿੰਦਰ ਸਰਸਾ ਨਾਲ। GTA ਦੀ ਸਭ ਤੋਂ ਵੱਡੀ ਪ੍ਰਿੰਟ ਤੇ ਆਨਲਾਈਨ ਬਿਜ਼ਨਸ ਪੇजेस ਡਾਇਰੈਕਟਰੀ, 200 ਤੋਂ ਵੱਧ ਬਿਜ਼ਨਸ ਕੈਟਾਗਰੀਜ਼, 200 ਤੋਂ ਵੱਧ ਇਨਫੋਰਮੇਸ਼ਨ ਪੇजेस। ਬੁੱਕ अर्ਲੀ ਐਂਡ ਗੈਟ 20% ਡਿਸਕਾਊਂਟ। GTA ਦੀ ਸਭ ਤੋਂ ਵੱਡੀ ਪ੍ਰਿੰਟ ਤੇ ਆਨਲਾਈਨ ਬਿਜ਼ਨਸ ਪੇजेस ਡਾਇਰੈਕਟਰੀ, 200 ਤੋਂ ਵੱਧ ਬਿਜ਼ਨਸ ਕੈਟਾਗਰੀਜ਼, 200 ਤੋਂ ਵੱਧ ਇਨਫੋਰਮੇਸ਼ਨ ਪੇजेस। ਬੁੱਕ अर्ਲੀ ਐਂਡ ਗੈਟ 20% ਡਿਸਕਾਊਂਟ। ਸਕਾਈਡੋਮ ਆਟੋ ਬਾਡੀ ਸੈਂਟਰ, ਜਿਨ੍ਹਾਂ ਵੱਲੋਂ ਗੱਡੀਆਂ ਦਾ ਬਾਡੀ ਵਰਕ, ਮਕੈਨੀਕਲ ਵਰਕ ਦੇ ਨਾਲ AC ਮਫਲਰ ਤੇ ਐਗਜ਼ੌਸਟ ਦਾ ਕੰਮ ਵੀ ਕਰਾ ਸਕਦੇ ਹੋ। ਗੱਡੀਆਂ ਦੀ ਅਲਾਈਨਮੈਂਟ, ਐਮਿਸ਼ਨ ਟੈਸਟ, ਨਵੇਂ ਅਤੇ ਪੁਰਾਣੇ ਟਾਇਰ ਵੀ ਪਵਾ ਸਕਦੇ ਹੋ। ਇਹਨਾਂ ਵੱਲੋਂ ਟਰੱਕਸ ਦਾ ਬਾਡੀ ਵਰਕ ਵੀ ਕੀਤਾ ਜਾਂਦਾ ਹੈ। ਇਹ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਹੀ ਡੀਲ ਕਰਦੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9058749878। ਸਕਾਈਡੋਮ ਆਟੋ ਬਾਡੀ ਸੈਂਟਰ। ਨਾ ਵਕਤ ਕਦੇ ਰੁਕਦਾ ਹੈ ਤੇ ਨਾ ਹੀ ਜ਼ਿੰਦਗੀ ਦੀ ਦੌੜ 'ਚ ਅਕਸਰ ਵਕਤ ਹੱਥੋਂ ਨਿਕਲ ਜਾਂਦਾ ਹੈ। ਸੋਮਲ ਵਾਚਿਸ ਵਕਤ ਦੀਆਂ ਪਹਿਰੇਦਾਰ ਹਨ। ਇੰਟਰਨੈਸ਼ਨਲ ਬ੍ਰਾਂਡਡ ਵਾਚਿਸ, ਕਸਟਮਾਈਜ਼ਡ ਵਾਚਿਸ ਤੇ ਕਲੌਕ, ਭਾਵੇਂ ਸਿੰਗਲ ਪੀਸ ਹੋਵੇ ਜਾਂ ਫਿਰ ਬਲਕ, ਰਿਪੇਅਰ ਤੇ ਬੈਟਰੀਜ਼, ਆਪਣੇ ਵਕਤ ਨੂੰ ਪਕੜ ਕੇ ਰੱਖੋ ਸੋਮਲ ਵਾਚਿਸ ਦੇ ਨਾਲ, ਕਿਉਂਕਿ ਵਕਤ ਹੀ ਕਾਮਯਾਬੀ ਦਾ ਦੂਜਾ ਨਾਂ ਹੈ। ਸੋਮਲ ਵਾਚਿਸ, ਕਲੌਕਸ, ਪਾਰਟਸ ਐਂਡ ਟੂਲਸ ਸਪਲਾਈ ਲਿਮਿਟਿਡ, ਯੂਨਿਟ 48, 30 ਇੰਟਰਮੋਡਲ ਡਰਾਈਵ, ਬਰੈਂਪਟਨ। ਫੋਨ 90। ਮੈਂ ਤੁਹਾਡਾ ਵਾਅਦਾ ਕੀਤਾ ਸੀ ਮਨਜਿੰਦਰ ਸਰਸਾ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ। ਮੇਰੇ ਨਾਲ ਲਾਈਨ ਤੇ ਆ ਗਏ ਹੈ ਤੇ ਲਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਵੈਸੇ ਤੇ ਇਹਨਾਂ ਦੀ ਜਿਹੜੀ ਸ਼ਖਸੀਅਤ ਹੈ, ਪਰਸਨੈਲਿਟੀ ਹੈ, ਉਹ ਇਸ ਤਰ੍ਹਾਂ ਦੀ ਹੈ ਕਿ ਮੈਂ ਇਹਨਾਂ ਨੂੰ ਵਾਚ ਕਰਦਾ ਰਹਿਣਾ। ਖਬਰਾਂ 'ਚ ਹਮੇਸ਼ਾ ਬਣੇ ਹੁੰਦੇ ਹੈ। ਕਿਹੜਾ ਉਹ ਮੁੱਦਾ ਹੈ ਜਿਹੜਾ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਹੋਵੇ ਤੇ ਇਹ ਉਹਦੇ ਤੇ ਕੋਈ ਨਾ ਕੋਈ ਕੰਟਰੀਬਿਊਸ਼ਨ ਨਾ ਪਾਣ। ਔਰ ਕਈ ਵਾਰੀ ਮੈਨੂੰ ਲੱਗਦਾ ਹੈ ਪਤਾ ਨਹੀਂ ਕਿੱਥੋਂ ਇੰਨਾ ਸਮਾਂ ਕੱਢਦੇ ਹੈ। ਜਿਹੜੀਆਂ ਪਰਿਵਾਰਾਂ ਨਾਲ ਵਧੀਕੀਆਂ ਹੋ ਰਹੀਆਂ, ਪਾਕਿਸਤਾਨ ਦੇ ਵਿੱਚ ਕੁਝ ਬੱਚੀਆਂ ਅਗਵਾ ਹੋਈਆਂ, ਉਹਨਾਂ ਦਾ ਮੁੱਦਾ ਪਿੱਛੇ ਜੀ ਇਹਨਾਂ ਨੇ ਚੱਕਿਆ। ਜਿਹੜੇ ਪਰਿਵਾਰ ਅਫਗਾਨਿਸਤਾਨ ਦੇ ਵਿੱਚ ਸੀ, ਹਿੰਦੂ ਸਿੱਖ ਪਰਿਵਾਰ, ਉਹਨਾਂ ਨੂੰ ਉੱਥੋਂ ਸੇਫ ਐਂਡ ਸਾਊਂਡ ਕੱਢ ਕੇ ਲੈ ਕੇ ਆਏ ਹੈ। ਉਹਨਾਂ ਨੂੰ ਨਵੀਂ ਦਿੱਲੀ ਦੇ ਵਿੱਚ ਇਹਨਾਂ ਨੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ, ਵੱਖ-ਵੱਖ ਥਾਵਾਂ ਦੇ ਵਿੱਚ ਰੀਹੈਬਲੀਟੇਟ ਕੀਤਾ ਹੈ। ਉਹਨਾਂ ਨੂੰ ਰੋਟੀ ਮਿਲ ਰਹੀ ਹੈ, ਰਹਿਣ ਵਾਸਤੇ ਜਗ੍ਹਾ ਹੈ, ਸਿਰ ਤੇ ਛੱਤ ਹੈ। ਉਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਕਿਸਾਨ ਬਿੱਲ, ਫਾਰਮ ਬਿੱਲ ਜਿਹੜਾ ਚੱਲ ਰਿਹਾ ਹੈ, ਉਹਦੇ ਤੇ ਵੀ ਜਿਹੜਾ ਪੋਲੀਟੀਕਲੀ ਜਿਹੜਾ ਦਾ ਸਟੈਂਡ ਲਿਆ ਹੈ ਪਾਰਟੀ ਨੇ, ਉਹਦੇ ਤੇ ਵੀ ਅੱਗੇ ਵੱਧ ਚੜ ਕੇ ਇਹ ਯੋਗਦਾਨ ਪਾ ਰਹੇ ਹੈ। ਪਰ ਉਸ ਤੋਂ ਇਲਾਵਾ ਅੱਜ ਕੱਲ੍ਹ ਜਿਹੜੀ ਜ਼ਿਆਦਾ ਚਰਚਾ 'ਚ ਇਸ ਕਰਕੇ ਵੀ ਨੇ ਕਿ ਬਾਲੀਵੁੱਡ ਦੇ ਵਿੱਚ ਜਿਹੜਾ ਇਹ ਡਰੱਗ ਦਾ ਬੜੀ ਦੇਰ ਤੋਂ ਇਸ ਹੱਦ ਤੱਕ ਦਾ ਜਿਹੜਾ ਇੱਕ ਜਕੜ ਲਿਆ ਹੈ ਬਾਲੀਵੁੱਡ ਨੂੰ ਡਰੱਗ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਵੀਡੀਓ ਆਈ ਸੀ ਕਰਨ ਜੌਹਰ ਦੇ ਘਰ, ਕੋਈ ਡਰੱਗ ਦੀ ਪਾਰਟੀ ਚੱਲ ਰਹੀ ਹੈ, ਕਿਸ ਤਰ੍ਹਾਂ ਨਸ਼ੇ ਦੇ ਵਿੱਚ ਨਾ ਉੱਥੇ ਬੜੇ ਵੱਡੇ ਐਕਟਰ ਦੀਪਿਕਾ ਪਾਦੂਕੋਣ ਵਰਗੇ,
ਸ਼ਾਹਿਦ ਕਪੂਰ ਵਰਗੇ, ਰਣਵੀਰ ਕਪੂਰ, ਲੰਬੀ ਲਿਸਟ ਹੈ ਹੁਣ ਐਕਟਰਾਂ ਦੀ ਜਿਹੜੇ ਉੱਥੇ ਬੈਠੇ ਸੀ। ਔਰ ਇਹਨਾਂ ਨੇ ਜਦੋਂ ਉਹਦੇ 'ਤੇ ਰਿਐਕਸ਼ਨ ਦਿੱਤਾ ਆਪਣਾ, ਤੇ ਇਹਨਾਂ ਨੂੰ ਉਲਟਾ ਉਹਨਾਂ ਨੇ ਇਹਨਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਐਕਟਰਾਂ ਨੇ ਇਹਨਾਂ ਨੂੰ ਐਂਬੈਰਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਹਟੇ ਨਹੀਂ, ਡਟੇ ਰਹੇ। ਔਰ ਹੁਣ ਤੁਹਾਡੇ ਸਾਹਮਣੇ ਹੈ ਜੋ ਕੁਛ ਜੋ ਜਾਣਕਾਰੀ ਮਿਲ ਰਹੀ ਹੈ ਬਾਲੀਵੁੱਡ ਤੋਂ, ਜਿਉਂ-ਜਿਉਂ ਇਹ ਡਰੱਗ ਦੀ ਇਨਵੈਸਟੀਗੇਸ਼ਨ ਵੱਧਦੀ ਜਾ ਰਹੀ ਹੈ, ਤਿਉਂ-ਤਿਉਂ ਸਨਸਨੀਖੇਜ ਗੱਲਾਂ ਸਾਹਮਣੇ ਆ ਰਹੀਆਂ ਕਿ ਕਿਸ ਤਰ੍ਹਾਂ ਇਹ ਜਿਹੜੇ ਵੱਡੇ ਸੋ ਕਾਲਡ ਐਕਟਰ ਬੱਚਿਆਂ ਦੇ ਰੋਲ ਮਾਡਲ ਨੇ, ਸਾਡੀ ਨੌਜਵਾਨ ਪੀੜ੍ਹੀ ਦੇ ਰੋਲ ਮਾਡਲ ਨੇ, ਕਿਸ ਤਰ੍ਹਾਂ ਨਸ਼ਿਆਂ ਦੇ ਵਿੱਚ ਖੁਦ ਗਲਤਾਨ ਨੇ। ਤੋ ਮੈਂ ਜੇ ਚਾਹਾਂ ਤੇ ਇਹਨਾਂ ਨਾਲ ਮੇਰੇ ਖਿਆਲ 1 ਘੰਟਾ ਮੈਨੂੰ ਚਾਹੀਦਾ ਗੱਲਬਾਤ ਕਰਨ ਨੂੰ ਵੱਖ-ਵੱਖ ਵਿਸ਼ਿਆਂ ਉੱਤੇ। ਤੋ ਸਾਡੇ ਕੋਲ ਜਿੰਨਾ ਕੁ ਸਮਾਂ ਉਨੀ ਕੁ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਨਿੰਦਰ ਜੀ, ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਕਈ ਵਾਰੀ ਐਂ ਲੱਗਦਾ ਹੈ ਵੀ ਤੁਹਾਡਾ ਗੇਨ ਨਹੀਂ ਹੈ ਅਕਾਲੀ ਦਲ 'ਚ ਜਾਣਾ, ਅਕਾਲੀ ਦਲ ਦਾ ਗੇਨ ਹੈ ਤੁਹਾਡੇ ਵਰਗੀ ਸ਼ਖਸੀਅਤ ਦਾ ਉਹਨਾਂ 'ਚ ਹੋਣਾ, ਵਰਨਾ ਤੁਸੀਂ ਐਸੈਟ ਹੋ ਆਪਣੀ ਪਾਰਟੀ ਲਈ। ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ। ਮਿਹਰਬਾਨੀ ਜੀ, ਤੁਸੀਂ ਸਾਨੂੰ ਇਸ ਲਾਇਕ ਸਮਝਦੇ ਜੀ। ਦੇਖੋ, ਮੈਂ ਤਾਂ ਸਭ ਨੂੰ ਜ਼ਰੂਰ ਕਹਿਣਾ, ਅਕਾਲੀ ਦਲ ਇੱਕ ਐਸੀ ਪਾਰਟੀ ਆ, ਸਾਡਾ ਵਿਰੋਧ ਵੀ ਲੋਕ ਕਰਦੇ ਨੇ, ਮਾੜਾ ਚੰਗਾ ਵੀ ਕਹਿੰਦੇ ਨੇ, ਸੁਣਨਾ ਪੈਂਦਾ, ਲੇਕਿਨ ਇੱਕ ਸੱਚਾਈ ਵੀ ਹੈ ਜਿਸ ਨੂੰ ਸਭ ਨੂੰ ਆਪਣੇ ਦਿਲੋਂ ਬੈਠ ਕੇ ਆਰਾਮ ਨਾਲ ਸੋਚ ਕੇ ਤੇ ਵਿਚਾਰ ਕੇ ਦੇਖਣਾ ਚਾਹੀਦਾ ਕਿ ਇਹ ਐਸੀ ਪਾਰਟੀ ਆ ਜਿਹਨੇ ਸਾਨੂੰ ਸਾਰੇ ਸਿੱਖਾਂ ਨੂੰ ਪਲੇਟਫਾਰਮ ਦਿੱਤਾ ਹੈ ਸਿੱਖੀ ਦੀ ਗੱਲ ਦੁਨੀਆ 'ਚ ਕਰਨ ਵਾਸਤੇ। ਔਰ ਇਹੀ ਇੱਕ ਪਾਰਟੀ ਆ ਜਿੱਥੋਂ ਦੁਨੀਆ 'ਚ ਕਿਤੇ ਵੀ ਕੋਈ ਘਟਨਾ ਵਾਪਰਦੀ ਆ ਉਸ ਨੂੰ ਲੈ ਕੇ ਚਿੰਤਾ ਕਰਦੀ, ਔਰ ਲੋਕ ਵੀ, ਸਿੱਖ ਵੀ ਇੰਤਜ਼ਾਰ ਕਰਦੇ ਨੇ ਕਿ ਯਾਰ ਅਕਾਲੀ ਦਲ ਨੇ ਇਸ ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ, ਅਜੇ ਤੱਕ ਨਹੀਂ ਦਿੱਤੀ। ਤਾਂ ਮੇਰੀ ਖੁਸ਼ਕਿਸਮਤੀ ਆ ਕਿ ਜੋ ਸਾਡੇ ਵੱਡੇ ਵਡੇਰਿਆਂ ਨੇ ਏਡੀ ਆਪਣੀ ਕੁਰਬਾਨੀਆਂ ਦੇ ਕੇ ਪਾਰਟੀ ਬਣਾਈ, ਉਸ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਸਮਝਦਾ ਮੇਰੀ ਖੁਸ਼ਕਿਸਮਤੀ। ਚਲੋ ਜੀ, ਬੜੀ ਅੱਛੀ ਗੱਲ ਆ ਤੁਸੀਂ ਅਗਰ ਇੱਦਾਂ ਸਮਝਦੇ ਹੋ। ਔਰ ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਨਵੀਂ ਦਿੱਲੀ 'ਚ ਤੁਸੀਂ ਹੋ, ਤੁਹਾਡੇ ਨਾਲ ਤੁਹਾਡੇ ਪਾਰਟੀ ਦੇ ਲੋਕ ਜੁੜੇ ਹੋਏ ਹੈ, ਤੁਸੀਂ ਇਮੀਡੀਏਟਲੀ ਉੱਥੇ ਐਕਸ਼ਨ ਜਦੋਂ ਲੈਂਦੇ ਹੋ, ਤੇ ਕਿਉਂਕਿ ਨਵੀਂ ਦਿੱਲੀ ਹੈ, ਦੇਸ਼ ਦੀ ਰਾਜਧਾਨੀ ਹੈ, ਫਟਾਫਟ ਤੁਸੀਂ ਖਬਰਾਂ 'ਚ ਵੀ ਆ ਜਾਂਦੇ ਹੋ, ਤੁਹਾਨੂੰ ਮੀਡੀਆ ਦੀ ਕਵਰੇਜ ਵੀ ਉੱਥੇ ਬਹੁਤ ਮਿਲ ਜਾਂਦੀ ਹੈ, ਜਿਹਦੇ ਕਰਕੇ ਬੜੇ ਵਾਰੀ ਐਸੇ ਮਸਲੇ ਆ ਜਿਹੜੇ ਅਦਰਵਾਈਜ਼ ਹੱਲ ਨਾ ਵੀ ਹੋਣ, ਪਰ ਤੁਸੀਂ ਉਹਨਾਂ ਨੂੰ ਹਾਈਲਾਈਟ ਜਦੋਂ ਕਰਦੇ ਹੋ ਤੇ ਤੁਹਾਨੂੰ ਪ੍ਰੋਪਰ ਉੱਥੇ ਕਵਰੇਜ ਵੀ ਮਿਲਦੀ ਹੈ ਔਰ ਉਹ ਗੱਲ ਸੁਣੀ ਵੀ ਜਾਂਦੀ ਹੈ। ਮਨਿੰਦਰ ਜੀ, ਵਾਪਸ ਆਈਏ ਜਿਹੜੇ ਮੁੱਦੇ ਤੇ ਅੱਜ ਮੇਨ ਤੇ ਤੁਹਾਨੂੰ ਥ੍ਰੈਟ ਆਈ ਹੈ ਪਾਕਿਸਤਾਨ ਤੋਂ, ਜਾਨ ਤੋਂ ਮਾਰਨ ਦੀ ਤੁਹਾਨੂੰ ਧਮਕੀ ਦਿੱਤੀ ਗਈ ਹੈ, ਦਿਓ ਥੋੜੀ ਜਾਣਕਾਰੀ ਇਹਦੇ ਪਿੱਛੇ ਕੀ ਬੈਕਗ੍ਰਾਉਂਡ ਹੈ। ਦੇਖੋ, ਇਹ ਤਾਂ ਖੈਰ ਛੋਟੀ ਗੱਲ ਆ, ਪਰ ਜਿਹੜੀ ਵੱਡੀ ਗੱਲ ਸੀ ਉਹ ਇਹ ਸੀ, ਸਭ ਨੂੰ ਦੁੱਖ ਹੋਇਆ, ਮੈਨੂੰ ਵੀ ਦੁੱਖ ਹੋਇਆ ਜਦੋਂ ਇਹਨਾਂ ਨੇ ਉੜਤਾ ਪੰਜਾਬ ਮੂਵੀ ਬਣਾਈ। ਉਹ ਇੱਕ ਪੋਲੀਟੀਕਲ ਸਿਚੁਏਸ਼ਨ ਸੀਗੀ, ਇੱਕ ਓਪਰਚੁਨਿਟੀ ਨੂੰ ਇਹਨਾਂ ਨੇ ਇਨਕੈਸ਼ ਕੀਤਾ, ਐਕਸਪਲੋਇਟ ਕੀਤਾ। ਮੈਂ ਇਨਕੈਸ਼ ਵੀ ਨਹੀਂ, ਐਕਸਪਲੋਇਟ ਕੀਤਾ। ਪਰਪਸ ਸੀਗਾ ਉਸ ਵੇਲੇ ਪੋਲੀਟੀਕਲ ਰੰਗਤ ਸੀ ਵੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾਵੇ। ਨਸ਼ੇ ਪੰਜਾਬ 'ਚ ਵੀ ਆ, ਪੂਰੇ ਦੇਸ਼ ਅੰਦਰ ਆ, ਹਰ ਜਗ੍ਹਾ ਤੇ ਆ, ਲੇਕਿਨ ਪੰਜਾਬ ਨੂੰ ਕਿਉਂ ਨਸ਼ਿਆਂ ਦੀ ਉਹਦੇ ਅੰਦਰ ਉੱਚ ਲੈ ਕੇ ਆਂਦਾ ਗਿਆ, ਕਿੱਦਾਂ ਲਿਆਂਦਾ ਗਿਆ, ਮੈਂ ਇਹ ਵੀ ਇੱਕ ਸੈਕਿੰਡ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ PGI ਚੰਡੀਗੜ੍ਹ ਨੇ ਇੱਕ ਸਰਵੇ ਕੀਤਾ ਜਿਸ 'ਚ ਉਹਨਾਂ ਨੇ ਸਟੱਡੀ ਕੀਤਾ ਵੀ ਕਿੰਨੇ ਲੋਕ ਨਸ਼ਾ ਕਰਦੇ ਨੇ, ਉਹਨਾਂ ਦੀ ਪ੍ਰੋਫਾਈਲਿੰਗ ਕੀਤੀ, ਉਹਨੂੰ ਪ੍ਰੋਫਾਈਲਿੰਗ ਕਹਿੰਦੇ। ਤੇ ਉਹਦੇ ਪ੍ਰੋਫਾਈਲਿੰਗ 'ਚ ਇਹ ਮਿਲਿਆ ਵੀ ਜਿਹੜੇ 10 ਲੋਕ ਨਸ਼ਾ ਕਰਦੇ ਨੇ ਤੇ ਉਹਦੇ 'ਚੋਂ 7 ਲੋਕ ਜਿਹੜੇ ਨੇ ਉਹ ਨੌਜਵਾਨ ਨੇ, ਤੇ ਨਸ਼ਾ ਜ਼ਿਆਦਾਤਰ ਨੌਜਵਾਨ ਹੀ ਸੇਵਨ ਕਰਦੇ ਨੇ, ਉਹ ਬਜ਼ੁਰਗ ਤੇ ਨਹੀਂ ਕਰਦੇ। ਪਰ ਉਹਦੇ ਅੰਦਰ ਪਤਾ ਲੱਗਾ ਕਿ 7 ਜਿਹੜੇ ਨੇ ਉਹ ਨੌਜਵਾਨ ਨੇ, ਉਹ 70% ਹੋ ਗਏ 7। ਔਰ ਉਹ ਤੇ ਆ ਕੇ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਜੀ ਕਿ ਪੰਜਾਬ ਦਾ 70% ਜਿਹੜਾ ਯੂਥ ਆ ਨਸ਼ੇੜੀ ਆ। ਉਸਨੂੰ ਖੁਦ ਸਮਝ ਤੇ ਆਉਂਦੀ ਨਹੀਂ ਹੈ ਕਿ ਕਦੀ ਵੀ ਉੱਤੇ ਬਲਾਤਕਾਰ ਨੂੰ ਭ੍ਰਿਸ਼ਟਾਚਾਰ ਕਹਿ ਦਿੰਦਾ ਹੈ ਵੀਡੀਓ ਦੇ ਉੱਤੇ, ਤਾਂ ਕੁਝ ਵੀ ਬੋਲ ਸਕਦਾ ਹੈ। ਲੇਕਿਨ ਇਸ ਤੋਂ ਲੈ ਕੇ ਗੱਲ ਵਧੀ ਔਰ ਇਹ ਗੱਲ ਜਿਹੜੀ ਆ ਅਕਾਲੀ ਦਲ ਨੂੰ ਕਟੜੇ 'ਚ ਖੜਾ ਕੀਤਾ ਗਿਆ, ਖੜਾ ਕਰਨਾ ਵੀ ਬਣਦਾ ਸੀ ਕਿਉਂਕਿ ਸਰਕਾਰ ਆ ਔਰ ਜ਼ਿੰਮੇਵਾਰੀ ਵੀ ਬਣਦੀ, ਭਾਵੇਂ ਇੱਕ ਵੀ ਬੰਦਾ ਨਸ਼ਾ ਕਰਦਾ ਹੋਵੇ, ਸਰਕਾਰ ਦੀ ਜ਼ਿੰਮੇਵਾਰੀ ਉਸ ਨੂੰ ਖਤਮ ਕਰਨਾ। ਔਰ ਸਰਕਾਰ ਕੋਈ ਇਹ ਵੀ ਕਹਿ ਕੇ ਨਹੀਂ ਪੱਜ ਸਕਦੀ ਕਿ ਜੀ ਦੂਜੀ ਸਟੇਟ ਸੂਬੇ 'ਚ ਹੈਗਾ ਇਸ ਕਰਕੇ ਸਾਡੇ ਹੈਗਾ, ਇਹ ਤੇ ਕੋਈ ਜਵਾਬ ਨਹੀਂ ਹੋ ਸਕਦਾ। ਪਰ ਪੂਰੇ ਪੰਜਾਬ ਨੂੰ ਜਿਹੜਾ ਬਦਨਾਮ ਕਰਨਾ ਸੀ, ਉਹਦੇ ਪਿੱਛੇ ਬਾਲੀਵੁੱਡ ਨੂੰ ਨਾ ਜਾਣੇ ਪੈਸੇ ਦਿੱਤੇ ਕਿਸੇ ਨੇ, ਕੀ ਹੋਇਆ ਜਦੋਂ ਕਿ ਲੋਕ ਇਹ ਵੀ ਕਹਿੰਦੇ ਨੇ ਪੈਸੇ ਦੇ ਕੇ ਬਣਵਾਈ ਮੂਵੀ, ਪਰ ਮੈਂ ਨਹੀਂ ਉਹਨੂੰ ਕਹਿੰਦਾ ਪੱਕਾ ਪਤਾ। ਮੈਨੂੰ ਇਸ ਗੱਲ ਦਾ ਅਫਸੋਸ ਸੀ ਕਿ ਜੇ ਤੁਸੀਂ ਅਕਾਲੀ ਦਲ ਨੂੰ ਬਦਨਾਮ ਕਰਨਾ ਸੀ, ਸਾਡੇ ਅਕਾਲੀ ਦਲ ਦੀ ਤੇ ਬਣਾ ਦਿੰਦੇ ਮੂਵੀ, ਸਾਡੇ ਤੇ ਕਰਕੇ ਬਦਨਾਮ ਕਰਦੇ, ਪਰ ਤੁਸੀਂ ਇਹਦੇ ਵਾਸਤੇ ਪੂਰੇ ਪੰਜਾਬ ਨੂੰ ਰੰਗ ਦਿੱਤਾ। ਬੜਾ ਦੁੱਖ ਸੀ, ਮੈਂ ਬਹੁਤ ਬੋਲਿਆ ਲੇਕਿਨ ਤੁਹਾਨੂੰ ਸੁਣਦਾ ਹੀ ਨਹੀਂ ਸੀ ਸਾਡੀ ਆਵਾਜ਼ ਨੂੰ। ਕਰਦੇ ਕਰਦੇ 2019 ਦੇ ਅੰਦਰ ਮੈਨੂੰ ਮੇਰੇ ਇੱਕ ਦੋਸਤ ਨੇ ਵੀਡੀਓ ਸ਼ੇਅਰ ਕੀਤੀ ਕਿ ਤੁਸੀਂ ਦੇਖੋ ਇਹ ਨਸ਼ਿਆਂ ਦੀ ਗੱਲ ਕਰ ਰਿਹਾ ਸੀ ਔਰ ਇਹੀ ਸ਼ਾਹਿਦ ਕਪੂਰ ਆ ਨਸ਼ੇ ਕਰਦਾ ਪਿਆ। ਮੈਨੂੰ ਵੀਡੀਓ ਇਮੀਡੀਏਟਲੀ ਮੈਂ ਪੋਸਟ ਕੀਤੀ ਸੋਸ਼ਲ ਮੀਡੀਆ ਤੇ ਔਰ ਕੰਪਲੇਂਟ ਲਿਖੀ ਉਸ ਵੇਲੇ ਮੁੰਬਈ ਪੁਲਿਸ ਨੂੰ ਕਿ ਇੱਕ ਪਾਰਟੀ ਜਿਹੜੀ ਡਰਗ ਪਾਰਟੀ ਹੋਈ ਆ ਦੇਖੋ। ਔਰ ਉਸ ਬੰਦੇ ਨੇ ਮੈਨੂੰ ਸਾਰੀ ਗੱਲ ਵੀ ਦੱਸੀ, ਮੈਂ ਉਹਦਾ ਨਾਮ ਸ਼ੇਅਰ ਨਹੀਂ ਕਰਦਾ, ਵੈਸੇ ਮੈਂ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਦੱਸਿਆ ਕਿ ਕਿੰਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ, ਇੰਟਰਨਲ ਆਦਮੀ ਇਹਨਾਂ ਦਾ। ਮੈਂ ਉਹ ਵੀਡੀਓ ਪਾ ਕੇ ਔਰ ਕੰਪਲੇਂਟ ਲਿਖੀ ਕਿ ਇਹਨਾਂ ਨੇ ਸਾਨੂੰ ਪੰਜਾਬ ਨੂੰ ਬੜਾ ਬਦਨਾਮ ਕੀਤਾ ਸੀ, ਇਹਨਾਂ ਨੇ ਉੜਤਾ ਪੰਜਾਬ ਕਹਿ ਕੇ ਪੰਜਾਬੀਆਂ ਨੂੰ ਬਦਨਾਮ ਕੀਤਾ, ਇਹ ਖੁਦ ਨਸ਼ੇ ਕਰਦੇ ਨੇ, ਇਹਨਾਂ ਦੀ ਸਟੋਰੀ ਹੈ।
ਔਰ ਇਸ ਦੀ ਸਾਰੀ ਤਫਤੀਸ਼ ਕੀਤੀ ਜਾਵੇ, ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਕਿਉਂ ਇਹਨਾਂ ਨੇ ਇਹੋ ਜਿਹੀ ਮੂਵੀ ਬਣਾ ਕੇ ਸਾਨੂੰ ਬਦਨਾਮ ਕੀਤਾ ਇਹਦੀ ਜਾਣਕਾਰੀ ਲਈ ਜਾਵੇ। ਮੁੰਬਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮੈਂ ਫਿਰ ਡੀਜੀਪੀ ਮੁੰਬਈ ਨੂੰ ਲਿਖਿਆ, ਮੈਂ ਫੋਲੋ ਅਪ ਕੀਤਾ, ਕੁਝ ਨਹੀਂ ਹੋਇਆ। ਇਨ ਦੀ ਮੀਨ ਟਾਈਮ ਇੱਥੇ ਸੁਸ਼ਾਂਤ ਸਿੰਘ ਦਾ ਕੇਸ ਹੋ ਗਿਆ ਔਰ ਇਸ ਕੇਸ ਦੇ ਅੰਦਰ ਰਿਹਾ ਚੱਕਰਵਰਤੀ ਤੋਂ ਚੱਲਦੇ ਡਰੱਗਸ ਤੇ ਗੱਲ ਆ ਗਈ ਜੀ। ਮੈਂ ਦੁਬਾਰਾ ਤੋਂ ਐਮਸੀਬੀ ਨੂੰ ਲਿਖਿਆ, ਮੈਂ ਕਿਹਾ ਹੁਣ ਤੁਸੀਂ ਇਨਵੈਸਟੀਗੇਸ਼ਨ ਕਰਦੇ ਪਏ ਜੇ ਡਰੱਗਸ ਦੀ ਔਰ ਮੇਰਾ ਕੇਸ ਇੰਨੀ ਦੇਰ ਤੋਂ ਪੈਂਡਿੰਗ ਆ। ਤੇ ਮੈਂ ਜਾ ਕੇ ਰਾਕੇਸ਼ ਅਸਥਾਨਾ ਨੂੰ ਮਿਲਿਆ, ਮੈਂ ਉਹਨੂੰ ਸਾਰੀ ਗੱਲ ਦੱਸੀ ਕਿ ਮੈਨੂੰ ਅਫਸੋਸ ਇਸ ਗੱਲ ਦਾ ਕਿ ਉਹਨਾਂ ਨੇ ਸਾਨੂੰ ਪੂਰੇ ਦੇਸ਼ ਅੰਦਰ ਭੰਡਿਆ, ਪੂਰੀ ਦੁਨੀਆ 'ਚ ਸਾਨੂੰ ਭੰਡਿਆ ਹੈ, ਜਦੋਂ ਕਿ ਨਸ਼ੇੜੀ ਖੁਦ ਨੇ। ਉਹਨੇ ਕਹਿੰਦਾ ਬਿਲਕੁਲ ਇਸ ਤੇ ਕਾਰਵਾਈ ਕਰੂੰਗਾ, ਤੁਸੀਂ ਆ ਕੰਪਲੇਂਟ ਤੇ ਜੋ ਵੀ ਕਾਰਵਾਈ ਬਣਦੀ ਹੋਗੀ ਹੋਊਗੀ। ਉਹ ਕੰਪਲੇਂਟ ਅੱਗੇ ਚੱਲ ਪਈ। ਉਸ ਤੋਂ ਬਾਅਦ ਇਹਨਾਂ ਨੇ ਉਹਦੀ ਵੀਡੀਓ ਭੇਜੀ, ਵੀਡੀਓ 'ਚ ਵੈਰੀਫਾਈ ਹੋ ਗਿਆ ਵੀ ਕੋਈ ਛੇੜਛਾੜ ਨਹੀਂ ਹੋਈ, ਜੋ ਦਿਖ ਰਿਹਾ ਉਹ ਡਰੱਗਸ ਐਕਚੁਅਲ ਆ ਜੀ। ਔਰ ਉਹਦੀ ਰਿਪੋਰਟ ਆ ਗਈ। ਰਿਪੋਰਟ ਆਉਣ ਤੋਂ ਬਾਅਦ ਤੁਸੀਂ ਦੇਖ ਰਹੇ ਟੀਵੀ ਤੇ ਰਿਪੋਰਟ ਚੱਲੀ ਕਿ ਵੈਰੀਫਾਈ ਹੋ ਗਿਆ। ਔਰ ਪਰਸੋਂ ਮੈਂ ਜਦੋਂ ਚੰਡੀਗੜ੍ਹ ਆ ਰਿਹਾ ਸੀਗਾ, ਮੈਂ ਰਸਤੇ ਸੀਗਾ ਤੇ ਮੈਨੂੰ ਇੱਕ ਫੋਨ ਆਉਂਦਾ ਔਰ ਮੈਂ ਫੋਨ ਚੁੱਕਦਾ ਕਿਉਂਕਿ ਮੇਰੇ ਅਕਸਰ ਪਾਕਿਸਤਾਨ ਤੋਂ ਮੇਰੇ ਪਰਿਵਾਰ ਦੇ ਲੋਕਾਂ ਦੇ ਸਿੱਖ ਮੇਰੇ ਸਾਰੇ ਮੇਰੇ ਹੀ ਪਰਿਵਾਰ ਨੇ, ਉਹਨਾਂ ਦੀ ਤਕਲੀਫਾਂ ਦਿੱਕਤਾਂ ਰਹਿੰਦੀਆਂ ਨੇ ਔਰ ਮੈਨੂੰ ਬਹੁਤ ਸਾਰੇ ਪਾਕਿਸਤਾਨ ਤੋਂ ਫੋਨ ਆਉਂਦੇ ਨੇ। ਤੁਸੀਂ ਪਿੱਛੇ ਜਿਹੀ ਮੈਂ ਤੁਹਾਨੂੰ ਇੱਥੇ ਵੀ ਸ਼ਾਬਾਸ਼ੀ ਵੀ ਦੇਣਾ ਚਾਹਨਾ ਉਸ ਬੱਚੀ ਨੂੰ ਜਿਹਨੂੰ ਅਗਵਾ ਕਰ ਲਿਆ ਗਿਆ ਸੀ, ਵਾਪਸ ਸੁਖੀ ਸਾਂਦੀ ਆਪਣੇ ਘਰ ਉਹ ਮੁੜ ਆਈ ਹੈ ਬੱਚੀ। ਤੁਸੀਂ ਉਸ ਇਸ਼ੂ ਨੂੰ ਤੁਸੀਂ ਰੇਜ਼ ਕੀਤਾ, ਇਸ ਕਰਕੇ ਮੈਂ ਤੁਹਾਡੀ ਤਾਰੀਫ ਕਰ ਰਿਹਾ ਸੀ ਕਿ ਤੁਸੀਂ ਜਿਹਨਾਂ ਇਸ਼ੂਜ਼ ਨੂੰ ਕੋਈ ਰੇਜ਼ ਨਹੀਂ ਕਰਦਾ, ਤੁਸੀਂ ਉਹਨਾਂ ਇਸ਼ੂਜ਼ ਨੂੰ ਵੀ ਖੁਦ ਰੇਜ਼ ਕਰਦੇ ਹੋ। ਤੇ ਤੁਹਾਨੂੰ ਉਹਦੇ ਲਈ ਵੀ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ। ਉਸ ਪਰਿਵਾਰ ਨੂੰ ਇਨਸਾਫ ਮਿਲਿਆ ਜੀ। ਪਲੀਜ਼ ਕੰਟੀਨਿਊ ਜੀ। ਨਹੀਂ ਮਿਹਰਬਾਨੀ। ਉਹ ਮੈਂ ਗੱਲ ਬਾਤ ਚਾਹੁੰਦਾ ਤੇ ਮੈਨੂੰ ਜਦੋਂ ਪਾਕਿਸਤਾਨ ਦੇ ਨੰਬਰ ਤੋਂ ਫੋਨ ਆਇਆ ਤੇ ਮੈਂ ਇਮੀਡੀਏਟਲੀ ਫੋਨ ਚੁੱਕ ਲਿਆ। ਮੈਨੂੰ ਕਹਿੰਦਾ ਜੀ ਮਨਜਿੰਦਰ ਸਿੰਘ ਸਿਰਸਾ बोल रहे हैं। मैं कहा जी हाँ बोल रहा हूँ। तो हिंदी च गल कर रहे थे मेरे नाल। तो मैं मोहम्मद वसीम बोल रहा हूँ। मैं कहा जी बताएं। कहता ये जो तुमने बॉलीवुड की करण जौहर के और ये बॉलीवुड के लोगों के खिलाफ कंप्लेंट कर रखी है, इसको वापस लो। भाई ने कहा है इसको तुरंत वापस लो। और मैनू वाकई तो गल उन्होंने तक एक सेकंड की समझ में नहीं भी कि कह की रहा, मैंने एक्चुअल च नहीं गल समझ आई। तो मैं फिर अपना फोन सामने अपनी अखां दे करके देखा भी ये कौन बंदा है। तो फिर मैं देखा कि नंबर तो 92 में पाकिस्तान करके चुके है। और मैं अपने कानून लाया। मैं क्या आप कौन बोल रहे हैं? कहना मैंने बताया ना मैं मोहम्मद वसीम बोल रहा हूँ। मैं क्या बोलो क्या? भाई ने कहा ये। मैं क्या कौन भाई? तुम भाई को नहीं जानते? भाई कौन भाई? मैं नहीं जानता। कौन भाई? है पूरा बॉलीवुड भाई को जानता है, पूरा देश जानता है। बॉलीवुड क्यों तेरे को ठोकेंगे फिर समझ में आएगा। चलो मैं उन तक कुछ किया नहीं। मैं फिर क्या मैं क्या यार वो ठीक है पर ये भाई कौन है ये तो बता दे। मैंने कहता चुपचाप ही अपनी कंप्लेंट वापस ले ले, नहीं तो तू तो क्या जब तेरे को लगेगी ना गोली तेरे परिवार को तेरे खानदान को भी पता चलेगा कि भाई कौन है। चलो जो उन्हें ये गल कही तो थोड़ा मैं मैनू गुस्सा होना स्वाभाविक सीगा। मैं भी चलो जो कह सकता सी मैं इत्थे की कहना जो कह सकता सी किया और मैं फोन कटता जी। और उस तो बाद मैं कंप्लेंट दी जी कि पुलिस स्पैशल सैल जी है एफआईआर दर्ज करके स्पैशल सैल इन्वेस्टिगेट करती पई और नंबर मैं उन्होंने दिता टाइम दिता। सो मेरा कहने का ये तो चलो छोटी गल है। देखो तो कोई लोग ਇਹੋ ਜਿਹੇ लोग बथेरे सानू अगे भी ਜਦੋਂ मैं तुहानू दसां एक मैनू पहली बार नहीं आया ਜਦੋਂ मैं एक कोर्ट 'ਚ एक हादसा होया। मैं कोर्ट के अंदर सीगा और बड़े हीटेड आर्गूमेंट चलते पे सीगे क्योंकि वो ਜਿਹੜੇ ਪਰਿਵਾਰ ਸੀਗੇ ਜਸਬੀਰ ਸਿੰਘ और ਉਹਦੇ ਬ੍ਰਦਰ ਨੂੰ ਮਾਰਿਆ ਗਿਆ ਸੀਗਾ ਤੇ ਅਸੀਂ ਉਹ ਕੇਸ 1 ਸਾਲ ਲੜਿਆ ਸੀ ਕਿਸੇ ਨੂੰ ਬਿਨਾਂ ਦੱਸਿਆ। ਅਸੀਂ ਟੀਵੀ 'ਚ ਵੀ ਕਦੀ ਅਸੀਂ ਅਖਬਾਰ 'ਚ ਵੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਉਸ ਕੇਸ ਦੇ ਬਾਰੇ 'ਚ। ਚੁੱਪ ਗਵਾਹਾਂ ਨੂੰ ਲੈ ਕੇ ਆਉਂਦੇ ਸਾਂ। ਸਾਨੂੰ ਐਸਆਈਟੀ ਨੇ ਕਿਹਾ ਸੀ ਵੀ ਜੇ ਇਹ ਗੱਲ ਖੁੱਲ ਗਈ ਤੇ ਇਹ ਰੌਲਾ ਪੈ ਗਿਆ ਤੇ ਬੜੇ ਪਾਵਰਫੁਲ ਲੋਕ ਨੇ ਇਹਨਾਂ ਨੇ ਕੇਸ ਸੰਭਾਲ ਲੈਣਾ ਤੇ ਤੁਸੀਂ ਗੱਲ ਨਾ ਪਤਾ ਲੱਗਣ ਦਿਓ ਜੀ ਕਿਸੇ ਨੂੰ। ਜੀ ਜੀ। ਤੇ ਅਸੀਂ ਚੁੱਪ ਚਪੀਤੇ 1 ਸਾਲ ਤੱਕ ਵਿਟਨੈਸ ਸੰਭਾਲ ਕੇ ਰੱਖੀਆਂ। 5 ਬਰਾਵਾਂ ਤੋਂ ਗਵਾਹੀਆਂ ਕਰਾਈਆਂ, ਗਵਾਹੀਆਂ ਹੋ ਗਈਆਂ। ਜਦੋਂ ਸਜ਼ਾ ਹੋਣੀ ਸੀ ਤੇ ਕੋਰਟ ਦੇ ਅੰਦਰ ਉਹ ਕਹਿੰਦੇ ਉਹਨਾਂ ਨੂੰ ਜੱਜ ਨੇ ਪੁੱਛਿਆ ਕਿਉਂਕਿ ਜੱਜ ਉਹਨਾਂ ਨੂੰ ਪੁੱਛਦਾ ਜਿਨ੍ਹਾਂ ਦਾ ਕੇਸ ਦਾ ਵੀ ਦੱਸੋ ਤੁਹਾਨੂੰ ਕੀ ਮੁਆਵਜ਼ਾ ਦਿੱਤਾ ਜਾਵੇ। ਤੇ ਉਹਨਾਂ ਕਿਹਾ ਵੀ ਸਾਨੂੰ ਮੁਆਵਜ਼ਾ ਨਹੀਂ ਚਾਹੀਦਾ ਕੁਝ ਵੀ, ਸਾਨੂੰ ਨਾ ਕੋਈ ਪੈਸਾ ਨਹੀਂ ਚਾਹੀਦਾ, ਤੁਸੀਂ ਨਾ ਇਹਨੂੰ ਸਜ਼ਾਏ ਮੌਤ ਦੇ ਦਿਓ। ਇਹ ਬਹੁਤ ਗੰਦਾ ਬੰਦਾ। ਇਹਦੇ ਬੱਚਿਆਂ ਨੂੰ ਅਸੀਂ ਬ੍ਰੈਡ ਔਰ ਦੁੱਧ ਦਿੰਦੇ ਰਹੇ ਸਾਂ ਤੇ ਹਰਾਮਜ਼ਾਦੇ ਨੇ ਮੇਰੇ ਭਰਾ ਨੂੰ ਉੱਤੋਂ ਹਰਾਮਜ਼ਾਦੇ ਨੇ ਕਿਹਾ ਮੇਰੇ ਭਰਾ ਨੂੰ ਉੱਤੋਂ ਚੁੱਕ ਕੇ ਸੁੱਟਿਆ ਅੱਗ ਲਾ ਕੇ। ਅਸੀਂ ਆਪਣੇ ਭਰਾ ਨੂੰ ਜਿੰਦਿਆਂ ਮਰਦਿਆਂ ਦੇਖਿਆ ਤੇ ਮੈਨੂੰ ਵੀ ਬੜਾ ਰੋਣਾ ਸੀ, ਗੁੱਸਾ ਵੀ ਸੀ। ਚਲੋ ਆਪਾਂ ਬਾਹਰ ਨਿਕਲ ਆਏ ਤੇ ਸਾਨੂੰ ਖੜਿਆਂ ਨੂੰ ਵੇਖ ਕੇ ਕਹਿੰਦਾ कोई नहीं या बोल 84 याद कराएंगे फिर से कुछ पता नहीं मैं गल तो भुल गया की गल कितना गल कट ਤੁਹਾਨੂੰ ਧਮਕੀ ਦਿੱਤੀ ਉਹਨੇ ਹਰਾਮਜ਼ਾਦੇ ਨੇ ਧਮਕੀ ਦਿੱਤੀ ਤੁਹਾਨੂੰ ਜੀ ਧਮਕੀ ਦਿੱਤੀ ਮੈਂ ਕਿਹਾ ਨਹੀਂ ਉਹਨੇ ਕੋਈ ਗਾਲ ਕੱਢੀ ਉਹਨੇ। ਅੱਛਾ 84 ਦੀ ਉਹਨੇ ਕੋਈ ਗਾਲ ਜੀ ਕੱਢੀ। ਉਹ ਗੱਲ ਜਿਹੜੀ ਜਿਵੇਂ ਕਹਿੰਦੇ ਨੇ ਇੱਕਦਮ ਉਹ ਸਰਦਾਰ ਦਾ ਇੱਕ ਸਵਿਚ ਹੁੰਦਾ ਨੱਪਿਆ ਜਾਵੇ ਉਹਨੂੰ ਪਤਾ ਨਹੀਂ ਲੱਗਦਾ। ਮੈਨੂੰ ਵੀ ਨਹੀਂ ਪਤਾ ਲੱਗਾ ਕਿ ਮੈਂ ਕੀ ਕਰ ਗਿਆ ਉਸ ਵੇਲੇ। ਮੈਂ ਤੇ ਅਚਾਨਕ ਇਸ ਵਾਰ ਮਤਲਬ ਇੱਕ ਫ੍ਰਿਕਸ਼ਨ ਆਫ ਸੈਕਿੰਡ ਦੇ ਅੰਦਰ ਇੱਕ ਰਿਐਕਸ਼ਨ ਸੀਗਾ। ਉਹਨੇ ਕਿਹਾ ਤੇ ਮੈਂ ਕੁੱਟਣਾ ਸ਼ੁਰੂ ਕਰਤਾ ਉਹਨੂੰ ਉੱਥੇ। ਉਦੋਂ ਬਾਅਦ ਮੈਨੂੰ ਅਗਲੇ ਦਿਨ ਅਗਲੇ ਦਿਨ ਮੇਰਾ ਇੱਕ ਪ੍ਰੋਗਰਾਮ ਸੀਗਾ ਕਬੱਡੀ ਉੱਥੇ ਮੇਰੇ ਇਲਾਕੇ 'ਚ ਕਬੱਡੀ ਖੇਡਦੇ ਨੇ ਉਹ ਤੇ ਕੁਸ਼ਤੀ ਕਬੱਡੀ ਨਹੀਂ ਕੁਸ਼ਤੀ ਜੀ ਤੇ ਮੈਂ ਕੁਸ਼ਤੀ ਦਾ ਚੀਫ ਗੈਸਟ ਸੀਗਾ ਤੇ ਮੈਨੂੰ ਫੋਨ ਆਇਆ ਵੀ ਤੁਸੀਂ ਉਸ ਚੀਫ ਗੈਸਟ ਨਾ ਆਇਓ ਜੋ ਉਸ ਪ੍ਰੋਗਰਾਮ 'ਚ। ਤੇ ਮੈਂ ਕਿਹਾ ਵੀ ਕਿਉਂ ਪ੍ਰੋਗਰਾਮ ਕਹਿੰਦਾ ਨਹੀਂ ਕਹਿੰਦਾ ਮੈਨੂੰ ਅੱਗੋਂ ਬੰਦਾ ਕਹਿੰਦਾ ਵੀ आओगे तो यहाँ पे ਕਹਿੰਦਾ तेरी पगड़ी उतारेंगे।
ਮੈਂ ਕਿਹਾ ਅੱਛਾ ਹਲੇ ਤੂੰ ਸਰਦਾਰ ਦੀ ਪਗੜੀ ਨਹੀਂ ਹਲਕੇ ਸਮਝ ਲਿਆ। ਮੈਂ ਕਿਹਾ ਆਊਂਗਾ ਵੀ, ਔਰ ਮੈਂ ਹੁਣ ਕੋਈ 500 ਬੰਦਾ ਲੈ ਕੇ ਨਹੀਂ ਆਊਂਗਾ ਵੀ ਇਕੱਲਾ ਹੀ ਜਿਤਨਾ ਮੈਂ ਅੱਗੇ ਆਉਣਾ ਹੈ। ਤੇ ਕਿਸੇ ਜ਼ਰੂਰਤ ਹੈ ਤਾਂ ਮੈਨੂੰ ਹੱਥ ਲਾ ਪਾ ਕੇ ਦਿਖਾਵੇ। ਮੈਂ ਕਿਹਾ ਮੈਂ ਇਕੱਲਾ ਨਹੀਂ, ਮੇਰੇ ਨਾਲ ਮੇਰੀ ਕੌਮ ਆ ਸਾਲਿਓ। ਜ਼ਿੰਦਗੀ 'ਚ ਤੁਸੀਂ ਇਹ ਉਹ ਕੰਮ ਕੀਤਾ ਸੀ ਕਿ ਤੁਸੀਂ ਹਰਾਮਜ਼ਾਦੇ ਹੋ, ਗੁੱਟਬਾਜ਼ੀ ਕਰਕੇ ਤੇ ਸਾਡੇ ਨਾਲ ਹਮਲਾ ਕੀਤਾ ਸੀਗਾ। ਐਡੇ ਕਮਜ਼ੋਰ ਅਸੀਂ ਨਹੀਂ ਹੈਗੇ। ਸੋ ਇਹੋ ਜਿਹੀਆਂ ਸਾਨੂੰ ਬਥੇਰੀਆਂ ਲੋਕੀ ਦਿੰਦੇ ਰਹਿੰਦੇ ਨੇ, ਮੈਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ। ਪਰ ਮੇਰਾ ਮਕਸਦ ਇਹ ਅੱਜ ਵੀ ਮੇਰੇ ਮਨ 'ਚ ਇਸ ਗੱਲ ਦਾ ਜ਼ਰੂਰ ਆ, ਇਹ ਬਾਲੀਵੁੱਡ ਜਿਹੜਾ ਹੈ ਨਾ ਜੀ, ਇਹ ਖੁਦ ਨਸ਼ੇੜੀ ਨੇ। ਇਸ ਮੂਵੀਆਂ ਬਣੀ, ਬਾਲੀਵੁੱਡ ਤੇ ਹੀਰੋਇਨ ਬਣੀ, ਫੈਸ਼ਨ ਬਣੀ, ਹਰ ਕੋਈ ਨਸ਼ਾ ਕਰਦਾ ਹੈ। ਤੁਸੀਂ ਦੇਖੋ ਕਿ ਨਸ਼ੇੜੀ ਇਹਨਾਂ ਨੇ ਸਾਡੇ ਵਾਸਤੇ ਵੀ ਮੂਵੀ ਬਣਾ ਕੇ ਤੇ ਸਾਨੂੰ ਪੂਰੀ ਦੁਨੀਆ 'ਚ ਇਹਨਾਂ ਨੇ ਭੰਡਣਾ ਕੀਤਾ। ਸੋ ਉਹ ਮੇਰੇ ਮਨ 'ਚ ਜ਼ਰੂਰ ਗੁੱਸਾ ਹੈ, ਔਰ ਉਹ ਲੜਾਈ ਮੈਂ ਪਹਿਲਾਂ ਵੀ ਲੜ ਰਿਹਾ ਔਰ ਹੋਰ ਸ਼ਿੱਦਤ ਨਾਲ ਲੜੂੰਗਾ ਉਹਨਾਂ ਲੋਕਾਂ ਨੂੰ। ਔਰ ਉਹਦੇ 'ਚ ਇਹੀ ਕਰਨ ਜੌਹਰ ਵੀਡੀਓ ਪਾਪਾ ਕਹਿੰਦਾ ਸੀ ਉਦੋਂ ਕਿ ਹੈ ਪੰਜਾਬ ਕੇ ਲੋਕ ਨਸ਼ਾੜੀ, ਤਾਂ ਮੈਂ ਗਲਤ ਕਹਿ ਰਹਾ ਹੂੰ? ਇਹਦੀ ਵੀਡੀਓ ਚੈੱਕ ਕਰਿਓ ਤੁਸੀਂ, ਗੂਗਲ ਕਰਕੇ ਦੇਖੋ। ਇਹ ਕਹਿੰਦਾ ਸਾਡੀ ਕ੍ਰੀਏਟੀਵਿਟੀ, ਸਾਡੀ ਆਵਾਜ਼, ਅਸੀਂ ਬੋਲਾਂਗੇ। ਮੈਂ ਕਿਹਾ ਸਾਡੀ ਵੀ ਕ੍ਰੀਏਟੀਵਿਟੀ ਆ, ਸਾਡੀ ਵੀ ਆਵਾਜ਼ ਆ, ਅਸੀਂ ਵੀ ਬੋਲਾਂਗੇ, ਤੈਨੂੰ ਜੀਣ ਨਹੀਂ ਦਿਆਂਗੇ। ਜੋ ਤੂੰ ਕੀਤਾ ਤੇਰੇ ਸਾਹਮਣੇ ਜਾ ਕੇ ਰੱਖਾਂਗੇ। ਔਰ ਮੇਰੇ ਖਿਆਲ ਕਰਨ ਜੌਹਰ ਦਾ ਜਿਹੜਾ ਘਰ ਹੈ ਉਹ ਨਸ਼ਿਆਂ ਦਾ ਅੱਡਾ ਹੈ। ਔਰ ਮੈਨੂੰ ਹੈਰਾਨਗੀ ਹੋ ਰਹੀ ਹੈ, ਇੱਕ ਟੌਪ ਕਲਾਸ ਐਕਟਰ ਜਿਹੜਾ ਸੁਪਰਸਟਾਰ ਐਕਟਰ ਹੈ, ਉਹਦੀ ਜਨਾਨੀ ਵੀ ਨਸ਼ੇ ਕਰਦੀ ਹੈ, ਉਹਦੇ ਘਰ ਦੇ ਵਿੱਚ ਤਾਂ ਨਸ਼ਿਆਂ ਦੀ ਪਾਰਟੀ ਹੁੰਦੀ ਹੈ। ਔਰ ਹੋਰ ਗੱਲ ਬਾਹਰ ਆ ਰਹੀ ਹੈ ਕਿ ਇਹ 2-2 3-3 ਦਿਨ ਲਈ ਮੁੰਬਈ ਤੋਂ ਬਾਹਰ ਚਲੇ ਜਾਂਦੇ ਆ ਇਕੱਠੇ ਹੋ ਕੇ, ਉੱਥੇ ਤੇ ਫਿਰ 2-2 3 ਦਿਨ ਚੱਲਦੀ ਇਹਨਾਂ ਦੀ ਡਰੱਗ ਹੈ। ਤਾਂ ਇੰਨਾ ਕੁਝ ਬਾਹਰ ਆ ਰਿਹਾ, ਇੰਨਾ ਕੁਝ ਬਾਹਰ ਆ ਰਿਹਾ ਹੈ। ਪਰ ਜੀ ਮਨਿੰਦਰ ਜੀ, ਪਰ ਮੈਂ ਇੱਕ ਵਾਰੀ ਫੇਰ ਤੋਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣਾ ਚਾਹਾਂਗਾ ਕਿ ਤੁਸੀਂ ਠੀਕ ਹੈ, ਪੰਜਾਬ ਨੂੰ ਬਦਨਾਮ ਕੀਤਾ ਗਿਆ, ਭੰਡਿਆ ਗਿਆ, ਤੁਹਾਨੂੰ ਦੁੱਖ ਲੱਗਾ, ਉਹ ਕੋਈ ਦੁੱਖ ਲੱਗਣਾ ਜਾਇਜ਼ ਵੀ ਸੀ। ਪਰ ਤੁਸੀਂ ਜਿਹੜਾ ਇਹ ਮੁੱਦਾ ਉਠਾ ਦਿੱਤਾ ਨਾ ਜੀ, ਤੁਸੀਂ ਜਿਸ ਮੁੱਦੇ ਨੂੰ ਫੋਰਫਰੰਟ ਤੇ ਲੈ ਆਂਦਾ, ਮੈਨੂੰ ਨਹੀਂ ਲੱਗਦਾ ਕੋਈ ਪੋਲੀਟੀਕਲ ਲੀਡਰ ਭਾਰਤ ਦਾ ਉਸਨੇ ਇੰਨਾ ਵੱਡਾ ਇਸ ਨੂੰ ਮੁੱਦਾ ਬਣਾਇਆ। ਹੁਣ ਕੱਲ ਨੂੰ ਬੜੇ ਲੋਕਾਂ ਨੇ ਇਹਨੂੰ ਕੈਸ਼ ਕਰਨਾ ਦੇਖਿਓ, ਜਦੋਂ ਕੱਲ ਖੁੱਲਣਾ ਸਾਰਾ ਕੁਝ, ਬੜੇ ਲੋਕ ਜੰਪ ਕਰਨਗੇ, ਬੜੇ ਲੋਕ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨਗੇ। ਜੀ ਮੈਨੂੰ ਆਪਣੇ ਲੋਕਾਂ ਨੇ ਫੋਨ ਕਰਕੇ, ਮੈਂ ਨਾਮ ਨਹੀਂ ਲੈਂਦਾ, ਬੜੇ ਇੰਪੋਰਟੈਂਟ ਲੋਕਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਤੂੰ ਇਹ ਪਹਿਲੀ ਗੱਲ ਦੁਸ਼ਮਣੀ ਨਾ ਪਾ, ਦੂਜੀ ਗੱਲ ਕਿ ਇਹ ਪੋਲੀਟੀਕਲ ਲੋਕ ਇਹ 'ਚ ਇਨਵੋਲਵ ਹੁੰਦੇ ਨੇ। ਤੂੰ ਸਮਝ ਲੈ ਕਿ ਜਿਨ੍ਹਾਂ ਦੇ ਖਿਲਾਫ ਤੂੰ ਬੋਲਦਾ ਪਿਆ ਉਹਦੇ 'ਚੋਂ ਅੱਧੇ ਬੰਦੇ ਪੋਲੀਟੀਕਲ ਵੀ ਹੈਗੇ ਨੇ, ਜਿਹੜੇ ਤੇਰੇ ਸਾਹਮਣੇ ਨਹੀਂ ਪਰ ਪਿੱਛੇ ਹੈਗੇ ਨੇ ਇਹਨਾਂ ਤੇ, ਉਹ ਵੀ ਤੇਰੇ ਦੁਸ਼ਮਣ ਬਣਦੇ ਪਏ ਨੇ। ਮੈਂ ਕਿਹਾ ਯਾਰ ਮੈਂ ਇੱਕ ਸਿਧਾਂਤਿਕ ਤੌਰ ਤੇ ਮੁੱਦਾ ਲਿਆ, ਮੈਂ ਕੋਈ ਰਾਜਨੀਤੀ ਦਾ ਮੇਰਾ ਨੁਕਸਾਨ ਕਰ ਦੇਣਗੇ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈਗੀ। ਔਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ, ਬਹੁਤ ਲੋਕਾਂ ਨੂੰ ਇਨ ਗੱਲਾਂ ਦਾ ਪਤਾ ਨਹੀਂ, ਲੋਕਾਂ ਨੂੰ ਲੱਗਦਾ ਕਿ ਸਿਰਫ ਇਹਨੇ ਬਸ ਇਸ ਕਰਕੇ ਪਾਤਾ। ਮੈਂ ਪਹਿਲੀ ਗੱਲ 2019 ਦੀ ਲੜਾਈ ਲੜਦਾ। ਔਰ ਤੁਹਾਨੂੰ ਇੱਕ ਜਾਣਕਾਰੀ ਹੋਰ ਦਿਆਂ ਜਿਹੜੀ ਸ਼ਾਇਦ ਤੁਹਾਨੂੰ ਲੋਕਾਂ ਨੂੰ ਨਹੀਂ ਹੋਊਗੀ। ਜੀ ਤੁਸੀਂ ਮੇਰੇ ਲਈ ਗੂਗਲ ਕਰਕੇ ਦੇਖਿਓ, ਮੈਂ ਇਕੱਲਾ ਬੰਦਾ ਹਾਂ ਜਿਹਨੇ ਇੰਨੇ ਸਾਲ ਲੜ ਕੇ ਤੇ ਹੁੱਕਾ ਬੰਦ ਕਰਾਇਆ ਦਿੱਲੀ ਅੰਦਰ। ਲੜੀ ਮੈਂ ਹੁੱਕਾ ਬੰਦ ਕਰਾਉਣ ਵਾਸਤੇ ਮੈਂ ਕੋਰਟਾਂ 'ਚ ਗਿਆ, ਮੈਂ NGT 'ਚ ਗਿਆ, ਮੇਰੇ ਖਿਲਾਫ ਨਾਅਰੇ ਮੁਜ਼ਾਹਰੇ ਕੀਤੇ ਉਹਨਾਂ ਲੋਕਾਂ ਨੇ, ਮੈਨੂੰ ਧਮਕੀਆਂ ਦਿੱਤੀਆਂ ਹੋਟਲ ਐਸੋਸੀਏਸ਼ਨਾਂ ਨੇ, ਮੈਨੂੰ ਲਾਲਚ ਦੇਣ ਮੈਂ ਕੋਰਟਾਂ 'ਚ ਜਾ ਕੇ ਤੇ ਦਿੱਲੀ ਦੇ ਅੰਦਰ ਹੁੱਕੇ ਨੂੰ ਬੈਨ ਕਰਾਇਆ। ਮੈਨੂੰ ਇੱਕ ਪਰਿਵਾਰ ਨੇ ਕਿਹਾ ਸੀ, ਮੈਨੂੰ ਇੱਕ ਮਾਤਾ ਮੇਰੇ ਕੋਲ ਆਈ, ਮਤਲਬ ਮਾਤਾ ਤਾਂ ਮੈਂ ਨਹੀਂ ਕਹਿ ਸਕਦਾ, ਮੇਰੀ ਉਮਰ ਤੋਂ 5-4 ਸਾਲ ਵੱਡੀ ਹੋਣੀ ਹੈ ਸਾਡੀ ਭੈਣ, ਮੈਨੂੰ ਆ ਕੇ ਕਹਿੰਦੀ ਸਿਰਸਾ ਜੀ ਮੈਂ ਦੱਸਾਂ ਜੇ ਤੁਸੀਂ ਕੋਈ ਨੇਕ ਕੰਮ ਕਰ ਸਕਦੇ ਜੇ, ਸਾਡੇ ਸਿੱਖ ਪਰਿਵਾਰ ਬਰਬਾਦ ਹੁੰਦੇ ਜਾ ਰਹੇ, ਹੁੱਕਾ ਬੰਦ ਕਰਾਓ। ਤੁਹਾਨੂੰ ਨਹੀਂ ਲੋਕੀ ਦੱਸਦੇ ਇਹ ਹੁੱਕਾ ਜਿਹੜਾ ਘਰ ਘਰ 'ਚ ਵੜ ਗਿਆ, ਲੋਕਾਂ ਦੇ ਡਿਵੋਰਸ ਹੋ ਰਹੇ ਆ। ਮੇਰੀ ਕੁੜੀ ਇਸ ਕਰਕੇ ਘਰ ਵਾਪਸ ਆ ਗਈ ਆ ਕਿਉਂਕਿ ਮੇਰਾ ਜਵਾਈ ਹੁੱਕੇ ਨੂੰ ਨਹੀਂ ਛੱਡ ਸਕਦਾ, ਮੇਰੀ ਕੁੜੀ ਨੂੰ ਛੱਡਤਾ ਉਹਨੇ। ਇਹ ਮੈਨੂੰ ਉਹਨੇ ਗੱਲ ਕਹੀ ਔਰ ਉਸ ਤੋਂ ਬਾਅਦ ਮੈਂ ਖੁਦ ਇਸ ਗੱਲ ਦਾ ਸਾਕਸ਼ੀ ਦੇਖ ਕੇ ਮੈਂ ਦੇਖਿਆ। ਤੁਸੀਂ ਕਿਸੇ ਨੂੰ ਜਾਣਕਾਰੀ ਲਓ ਕਿ ਸਿੱਖਾਂ ਨੂੰ ਫੋਨ ਕਰਕੇ ਸਿੱਖਾਂ ਦੀਆਂ ਪਾਰਟੀਆਂ ਦੇ ਅੰਦਰ ਹੁੱਕਾ, ਮੈਨੂੰ ਇੱਕ ACP ਨੇ ਆਪਣੇ ਮੁੰਡੇ ਦੇ ਵਿਆਹ ਤੇ ਬੁਲਾਇਆ, ਜਦੋਂ ਮੈਂ ਉਸ ਮੁੰਡੇ ਦੇ ਵਿਆਹ ਤੇ ਗਿਆ, ਸਰਦਾਰ ACP, ਜਦੋਂ ਮੇਰੇ ਫੰਕਸ਼ਨ ਚ ਅੰਦਰ ਪਹੁੰਚਦਾ ਤੇ ਹੁੱਕਾ ਚੱਲਦਾ ਪਿਆ। ਸ਼ਰਮਨਾਕ ਗੱਲ ਪਿਆ ਉਸ ਫੰਕਸ਼ਨ ਚੱਲਦੇ ਫੰਕਸ਼ਨ ਚੋਂ। तो मैं उस लड़ाई में लड़िया, दिल्ली छुके में बैन कराया, कोर्ट तो मैं गया, मैं एक कोर्ट तो हारिया, मैं NGT च गया, मैंने NGT ने हार गया, मुझे NGT ने कहा नहीं तेरी प्लेन नहीं हैगी। मैं फिर खुद बहस की जज दे के, फिर मैं चीफ जस्टिस को केस लगा, मैं खुद चीफ जस्टिस नाल आर्गूमेंट किया, मैं क्या मैं ठीक हाँ, ਤੁਸੀਂ ਗਲਤ ਗੱਲ ਕਰਦੇ ਪਏ ਜੇ, ਤੁਸੀਂ ਜਵਾਨੀ ਨੂੰ ਤਬਾਹ ਕਰਨ ਵਾਲੇ ਪਾਸੇ ਚੱਲਦੇ ਪਏ ਜੇ, ਲੋਕਾਂ ਦਾ ਵਿਸ਼ਵਾਸ ਕੋਰਟਾਂ ਤੇ ਆ, ਜੇ ਕੋਰਟ ਵੀ ਮੇਰੀ ਗੱਲ ਨਹੀਂ ਸੁਣੂਗੀ ਤੇ ਕੌਣ ਸੁਣੂਗਾ। ਮੈਨੂੰ ਕਿਹਾ ਤੂੰ MLA ਹੈ, ਮੈਂ ਕਿਹਾ MLA ਹੋਣਾ ਮੇਰਾ ਪਾਪ ਆ, ਮੈਂ MLA ਦਾ ਮਤਲਬ ਮੇਰਾ ਪਾਪ ਹੈ ਕਿ ਮੈਂ ਇਨਸਾਫ ਦੀ ਗੱਲ ਨਹੀਂ ਚੁੱਕ ਸਕਦਾ ਅਗਰ ਮੈਂ MLA ਹਾਂ। ਤੂੰ ਆਪਣੀ ਵਿਧਾਨ ਸਭਾ 'ਚ ਕਿਉਂ ਨਹੀਂ ਚੁੱਕਦਾ ਪਿਆ? ਮੈਂ ਕਿਹਾ ਮੇਰੀ ਵਿਧਾਨ ਸਭਾ 'ਚ ਕੋਈ ਨਹੀਂ ਸੁਣਦਾ ਪਿਆ, ਮੈਂ ਰੌਲਾ ਪਾ ਲਿਆ, ਮੈਂ ਪ੍ਰਦਰਸ਼ਨ ਕਰ ਰਿਹਾ, ਮੇਰੀ ਨਹੀਂ ਸੁਣਦਾ, ਮੇਰੇ ਕੋਲ ਹੱਕ ਹੈ ਕੋਰਟ 'ਚ ਆਉਣ ਦਾ ਵੀ। ਫਿਰ ਕੋਰਟ ਨੇ ਕਿਹਾ ਕਿ ਆਰਡਰ ਕਰੋ ਕਿ ਸਰਕਾਰ ਜਿਹੜੀ ਆ ਇਹਦੀ ਪਟੀਸ਼ਨ ਲਵੇ ਔਰ 15 ਦਿਨ ਫੈਸਲਾ ਕਰੇ ਔਰ ਇਹਨੂੰ ਹੁਕਮ ਬੰਦ ਕਰੇ। ਮੈਂ ਉਹ ਵੀ ਲੜਾਈ ਲੜੀ। ਥੈਂਕ ਯੂ ਮਨਿੰਦਰ ਜੀ। ਮੈਂ ਇਕੱਲੇ ਬੰਦੇ ਨੇ ਮਨਿੰਦਰ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਸਿਰਫ ਤੁਹਾਨੂੰ ਵਧਾਈ ਦੇਣ ਲਈ ਫੋਨ ਕੀਤਾ ਹੈ ਕਿ ਤੁਸੀਂ ਇਹ ਅੱਛਾ ਕੰਮ ਕਰ ਰਹੇ ਹੋ। ਤੁਹਾਡੇ ਨਾਲ ਤੁਹਾਡੇ ਸਾਥੀ MA ਨਹੀਂ ਜੁੜੇ ਹੋਏ, ਤੁਸੀਂ ਜਦੋਂ ਕਿਤੇ ਜਾਂਦੇ ਹੋ ਤੁਹਾਡੇ ਨਾਲ 200, 400, 500, 1000 ਬੰਦਾ ਇਕੱਠਾ ਹੋ ਕੇ ਜਾਂਦਾ ਹੈ, ਉਹਦਾ ਮਤਲਬ ਹੈ ਤੁਹਾਡੇ ਤੇ ਵਿਸ਼ਵਾਸ ਕਰਦੇ ਆ। ਔਰ ਮੈਂ ਫਿਰ ਬਾਰ-ਬਾਰ ਇਸੇ ਗੱਲ ਤੇ ਆ ਰਿਹਾ ਕਿ ਤੁਸੀਂ ਜਿਹੜੀ ਇਹ ਲੜਾਈ ਸ਼ੁਰੂ ਕੀਤੀ ਹੈ, ਦੇਖਿਓ ਬਹੁਤ ਅੱਗੇ ਜਾਣੀ ਹੈ, ਬੜੇ ਲੋਕਾਂ ਨੇ ਹੁਣ ਜੰਪ ਕਰਨਾ ਹੈ, ਪਰ ਇਹਦਾ ਮੁੱਢ ਤੁਸੀਂ ਰੱਖਿਆ, ਇਹ ਤੁਸੀਂ ਵਧਾਈ ਦੇ ਪਾਤਰ ਹੋ। ਸੱਜਣ ਕੁਮਾਰ ਇਹ ਜਿਹੜੇ ਟਾਈਟਲਰ ਤੁਸੀਂ ਉਹਨਾਂ ਦੇ ਖਿਲਾਫ ਵੀ ਲੜਾਈ ਲੜੀ ਹੈ, ਧਮਕੀਆਂ ਤੁਹਾਨੂੰ ਉਦੋਂ ਵੀ ਮਿਲੀਆਂ ਸੀ, ਕੋਈ ਨਵੀਆਂ ਧਮਕੀਆਂ ਨਹੀਂ ਮਿਲੀਆਂ, ਪਰ ਤੁਸੀਂ ਉਦੋਂ ਵੀ ਡਟੇ ਰਹੇ। ਅੱਜ ਉਹ ਦੇਖੋ ਉਹਨਾਂ ਦਾ ਹਸ਼ਰ ਕੀ ਹੋ ਰਿਹਾ ਹੈ।
ਪਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਅਸੀਂ ਇਸ ਗੱਲ ਦੀ ਸ਼ਾਬਾਸ਼ੀ ਵੀ ਦੇਣਾ ਚਾਹੁੰਦੇ ਹਾਂ, ਇਰਰਿਸਪੈਕਟਿਵ ਆਫ ਐਨੀ ਪੋਲੀਟੀਕਲ ਆਈਡੀਓਲੋਜੀ, ਐਨੀ ਪੋਲੀਟੀਕਲ ਡਿਫਰੈਂਸਸ, ਉਹਨੂੰ ਇੱਕ ਪਾਸੇ ਰੱਖਦਿਆਂ ਹੋਇਆਂ ਜੋ ਤੁਸੀਂ ਮਾਨਵਤਾ ਲਈ ਕੰਮ ਕਰ ਰਹੇ ਹੋ ਨਾ ਜੀ, ਇਹ ਸਭ ਦੇ ਬੱਚੇ ਸਾਂਝੇ ਹੈ। ਧਰਮਾਂ ਤੋਂ ਉੱਠ ਕੇ, ਰਾਜਨੀਤਿਕ ਪਾਰਟੀਆਂ ਤੋਂ ਉੱਠ ਕੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਨਾ, ਇਹਦੇ ਲਈ ਤੁਹਾਨੂੰ ਅਸੀਂ ਸ਼ਾਬਾਸ਼ੀ ਦਿੰਦੇ ਹਾਂ। ਔਰ ਮੈਂ ਆਪਣੇ ਇੱਥੋਂ ਦੀ ਆਪਣੇ ਸਾਰੇ ਭੈਣ ਭਰਾਵਾਂ ਵੱਲੋਂ ਵਿਸ਼ਵਾਸ ਦਵਾਉਣਾ, ਤੁਸੀਂ ਡਟ ਕੇ ਖੜੇ ਰਹੋ, ਤੁਹਾਡਾ ਕੋਈ ਬਾਲ ਬਾਂਕਾ ਨਹੀਂ ਕਰ ਸਕਦਾ। ਜਦੋਂ ਜਿਹੜਾ ਸੱਚਾ ਸਿੱਖ ਹੈ, ਜਿਹੜਾ ਉਸ ਗੁਰੂ ਗੋਬਿੰਦ ਸਿੰਘ ਦਾ ਸੱਚਾ ਸਿੱਖ ਹੈ, ਉਹਨੂੰ ਡਰਨ ਦੀ ਲੋੜ ਨਹੀਂ, ਨਾ ਉਹ ਡਰਿਆ ਤੇ ਨਾ ਉਹ ਕਦੀ ਡਰੇਗਾ। ਤਾਂ ਤੁਸੀਂ ਡਰਦੇ ਨਹੀਂ ਹੋ, ਇਹਨੂੰ ਪਲੀਜ਼ ਕੰਟੀਨਿਊ ਰੱਖੋ ਇਸ ਲੜਾਈ ਨੂੰ, ਤੁਹਾਡੇ ਨਾਲ ਅਸੀਂ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕੀ ਥੈਂਕ ਯੂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸੋ ਮਚ। ਤੋ ਐਨੀਵੇ ਮੈਂ ਅਕਾਲੀ ਦਲ ਦਾ ਕੋਈ ਬਹੁਤਾ ਮੁਤਸਰ ਨਹੀਂ ਆ, ਅਕਾਲੀ ਦਲ ਦਾ ਕੋਈ ਪ੍ਰਸ਼ੰਸਕ ਨਹੀਂ, ਪਰ ਇਨਸਾਨਾਂ ਦਾ ਪ੍ਰਸ਼ੰਸਕ ਜ਼ਰੂਰ ਆ। ਔਰ ਉਹ ਬੰਦੇ ਜਿਹੜੇ ਇਸ ਤਰ੍ਹਾਂ ਨਾਲ ਲੜਾਈਆਂ ਲੜਦੇ ਆ, ਕਿਸੇ ਨੂੰ ਨਿੰਦਣਾ ਬੜਾ ਸੌਖਾ ਹੈ, ਕਿਸੇ ਪੋਲੀਟੀਕਲ ਲੀਡਰ ਨੂੰ, ਪਰ ਤੁਸੀਂ ਸੋਚੋ ਕਿ ਕਿੰਨਾ ਕੁ ਸਮਾਂ ਇਹ ਕੱਢਦੇ ਆ ਐਵਰੀ ਡੇ, ਜਦੋਂ ਇਹ ਕੋਈ ਨਾ ਕੋਈ ਮੁੱਦਾ ਲੈ ਕੇ ਉੱਥੇ ਸੰਘਰਸ਼ ਕਰ ਰਹੇ ਹੁੰਦੇ ਆ। 400-500 ਪਰਿਵਾਰ ਅਫਗਾਨਿਸਤਾਨ ਤੋਂ ਲੈ ਕੇ ਆਏ ਆ, ਅੱਜ ਉਹ ਸਿਰ ਤੇ ਛੱਤ ਹੈ, ਉਹਨਾਂ ਨੂੰ ਖਾਣਾ ਮਿਲ ਰਿਹਾ, ਬੱਚੇ ਉਹਨਾਂ ਦੇ ਸਕੂਲਾਂ 'ਚ ਜਾ ਰਹੇ ਆ। ਉੱਥੇ ਉਹਨਾਂ ਦੀ ਮੰਗ ਹੈ ਕਿ ਕਦੀ ਉਹ ਕੈਨੇਡਾ ਆਉਣਾ ਚਾਹੁੰਦੇ ਆ, ਆਉਣਗੇ। ਨਾ ਭਾਟੀਆ ਸਾਹਿਬ ਵਰਗੇ, ਇੱਧਰ ਭੁੱਲਰ ਫਾਊਂਡੇਸ਼ਨ, ਮਨਮੀਤ ਭੁੱਲਰ ਫਾਊਂਡੇਸ਼ਨ, ਸਾਰੇ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਅੱਜ ਲੋੜ ਆ ਉਹਨਾਂ ਨੂੰ ਉੱਥੇ ਗੁਜ਼ਾਰਾ ਉਹਨਾਂ ਦਾ ਕਿਵੇਂ ਹੋਏਗਾ, ਉਹ ਇਹ ਲੋਕ ਕਰ ਰਹੇ ਆ। ਤਾਂ ਜਿੱਥੇ ਚੰਗਾ ਕੰਮ ਕਰ ਰਹੇ, ਸਾਨੂੰ ਤਾਰੀਫ ਵੀ ਕਰਨੀ ਚਾਹੀਦੀ ਹੈ। ਥੈਂਕ ਯੂ ਸੋ ਮਚ। ਸਮਾਂ ਹੁਣ ਸਮਾਪਤੀ ਵਾਲੇ ਪਾਸੇ ਹੈ ਤੇ ਤੁਹਾਡੇ ਤੋਂ ਅਸੀਂ ਇਜਾਜ਼ਤ ਵੀ ਲੈਣੀ ਹੈ ਇੱਕ ਸੰਦੇਸ਼ ਤੋਂ ਬਾਅਦ। कोई मांगे मीठा, कोई कहे नमकीन। ਨਾ ਵਕਤ ਕਦੇ ਰੁਕਦਾ ਹੈ ਤੇ ਨਾ ਹੀ ਜ਼ਿੰਦਗੀ ਦੀ ਦੌੜ 'ਚ ਅਕਸਰ ਵਕਤ ਹੱਥੋਂ ਨਿਕਲ ਜਾਂਦਾ ਹੈ। ਸੋਮਲ ਵਾਚਿਸ ਵਕਤ ਦੀਆਂ ਪਹਿਰੇਦਾਰ ਹਨ। ਇੰਟਰਨੈਸ਼ਨਲ ਬ੍ਰਾਂਡਡ ਵਾਚਿਸ, ਕਸਟਮਾਈਜ਼ਡ ਵਾਚਿਸ ਤੇ ਕਲੌਕ, ਭਾਵੇਂ ਸਿੰਗਲ ਪੀਸ ਹੋਵੇ ਜਾਂ ਫਿਰ ਬਲਕ, ਰਿਪੇਅਰ ਤੇ ਬੈਟਰੀਜ਼, ਆਪਣੇ ਵਕਤ ਨੂੰ ਪਕੜ ਕੇ ਰੱਖੋ ਸੋਮਲ ਵਾਚਿਸ ਦੇ ਨਾਲ, ਕਿਉਂਕਿ ਵਕਤ ਹੀ ਕਾਮਯਾਬੀ ਦਾ ਦੂਜਾ ਨਾਂ ਹੈ। ਸੋਮਲ ਵਾਚਿਸ, ਕਲੌਕਸ, ਪਾਰਟਸ ਐਂਡ ਟੂਲਸ ਸਪਲਾਈ ਲਿਮਿਟਿਡ, ਯੂਨਿਟ 48, 30 ਇੰਟਰਮੋਡਲ ਡਰਾਈਵ, ਬਰੈਂਪਟਨ। ਫੋਨ 9057902188। ਸਪੀਅਰ ਐਂਡ ਮੈਕੇ ਮਿਸੀਸਾਗਾ ਦੇ ਵਿੱਚ ਕੱਪੜੇ ਦਾ ਇੱਕ ਅਜਿਹਾ ਸਟੋਰ ਜਿੱਥੋਂ ਤੁਸੀਂ ਲੈ ਸਕਦੇ ਹੋ ਰੈਡੀਮੇਡ ਕੱਪੜੇ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਕਸਟਮ ਵੀ ਕਰਵਾ ਸਕਦੇ ਹੋ। ਵੈਡਿੰਗ ਸੂਟਸ ਦੇ ਉੱਪਰ ਸਪੈਸ਼ਲ ਚੱਲ ਰਿਹਾ ਹੈ। ਸਮਰ ਸਪੈਸ਼ਲ ਨੋਟ ਕਰੋ। ਲਿਨਨ ਸ਼ਰਟਸ ਐਂਡ ਟਰਾਊਜ਼ਰਸ, ਪੋਲੋਸ, ਕਾਟਨ ਬਲੇਜ਼ਰਸ, ਇਜਿਪਸ਼ੀਅਨ ਕਾਟਨ ਸ਼ਰਟਸ, ਇਟਾਲੀਅਨ ਫੈਬਰਿਕ ਸੂਟਸ। ਸਮਾਪਤ ਹੈ। ਤੁਹਾਡੇ ਨਾਲ ਹੁਣ ਮੁਲਾਕਾਤ ਕਰਾਂਗੇ ਕੱਲ ਨੂੰ 10 ਵਜੇ। ਇਜਾਜ਼ਤ ਦਿਓ। ਬਹੁਤ ਬਹੁਤ ਸ਼ੁਕਰੀਆ। ये है तेरा सोने जैसे बाल, चांदी जैसा रंग है तेरा, जैसा रंग है तेरा, सोने जैसे बाल,